ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਪਹੁੰਚ ਜਾਈਦਾ ਖਬਰਾਂ ਜੋ ਕੁਝ ਹੁੰਦੀਆਂ ਨੇ 24 ਘੰਟੇ 'ਚ ਵਾਪਰਿਆ ਘਟਿਆ ਹੁੰਦਾ ਉਹ ਆਪ ਜੀ ਦੇ ਨਾਲ ਸਾਂਝਾ ਕਰਨ ਆ ਜਾਈਦਾ। ਤੇ ਅੱਜ ਵੀ ਗੱਲਾਂ ਬਾਤਾਂ ਆਪਾਂ ਸਾਰੀਆਂ ਕਰਾਂਗੇ ਜੋ ਕੁਝ ਹੋਇਆ ਘਟਿਆ ਵਾਪਰਿਆ, ਪਰ ਉਦੋਂ ਪਹਿਲਾਂ ਆਪਾਂ ਨੂੰ ਬੰਦਾ ਲੱਭਣਾ ਪੈਂਦਾ ਜੀ, ਕਿਉਂਕਿ ਕੈਨੇਡਾ ਜਾ ਕੇ ਵੀ ਬੰਦੇ ਗਵਾਚ ਜਾਂਦੇ ਆ। ਵੈਸੇ ਅਸੀਂ ਹੁਣ ਸੋਚ ਰਹੇ ਹਾਂ ਵੀ ਪਹਿਲਾਂ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਵੀ ਮਤਲਬ ਇੱਕ ਚੱਲੇ ਸੂਚਨਾ, ਫਿਰ ਲੱਗੇ ਗਵਾਚੇ ਦੀ ਭਾਲ, ਫਿਰ ਬੰਦੇ ਦੀ ਫੋਟੋ, ਫਿਰ ਅਸੀਂ ਨਾਲ ਲਿਖਿਆ ਹੋਵੇ ਵੀ ਦੱਸਣ ਵਾਲੇ ਨੂੰ 10,000 ਇਨਾਮ ਦਿੱਤਾ ਜਾਵੇਗਾ। ਕਿਉਂ ਵਟਸਐਪ ਇੱਦਾਂ ਹੀ ਕਰਨਾ ਪਊਗਾ ਮਹਾਰਾਜ? ਸਤਿ ਸ੍ਰੀ ਅਕਾਲ ਮਹਾਰਾਜ। 5 ਮੈਨੂੰ ਹੀ ਦੇ ਦਿਆ ਕਰਿਓ। ਬੰਦੇ ਦਾ 5 ਛੱਡ ਕੇ ਅਸੀਂ 10 ਹੀ ਦੇ ਦਿਆਂਗੇ, ਬੰਦਾ ਲੱਭੇ ਤੇ ਸਹੀ। ਹੁਣ ਇੱਕ ਨਾ ਜਦੋਂ ਸੰਧਾਲੀਆ ਸਾਹਿਬ ਘਰ ਦੇ ਵਿੱਚ ਦਿਨ ਸੁਧ ਹੋਵੇ ਨਾ, ਕੋਈ ਮੰਨ ਲਓ ਪ੍ਰਾਹੁਣੇ ਆਉਣੇ ਹੋਣ, ਕੋਈ ਇੱਦਾਂ ਦਾ ਪ੍ਰੋਗਰਾਮ ਰੱਖਿਆ ਜਿੱਥੇ ਕੰਮ ਧੰਦਾ ਬਹੁਤ ਹੈ, ਉੱਥੇ ਜਿਹੜਾ ਸਭ ਤੋਂ ਛੋਟਾ ਹੋਵੇ ਉਹਦਾ ਕੰਮ ਹੁੰਦਾ, ਇੱਕ ਨੇ ਕਹਿਣਾ ਉਹ ਪੌਣੀ ਫੜਾਈ ਬਈ, ਉਹਨੇ ਪੌਣੀ ਲੈਣ ਭੱਜਣਾ, ਮੈਨੂੰ ਪਹਿਲਾਂ ਛਾਣਨੀ ਫੜਾ ਦੇ, ਦੂਜੇ ਨੇ ਕਹਿਣਾ ਉਹ 4 ਕਾਲੂ ਫੜਾਈ, ਉੱਥੋਂ ਪਾਣੀ ਦੀ ਬਾਲਟੀ, ਉਹ ਪਹਿਲੇ ਦਾ ਕੰਮ ਕਰੇ ਦੂਸਰੇ ਦਾ ਕੰਮ ਕਰੇ। ਇਸ ਕਰਕੇ ਮੇਰੇ ਵਰਗੇ ਬੰਦੇ ਦਾ ਚੇਤਾ ਭੁੱਲਾ ਹੁੰਦਾ। ਕਹਿਣ ਦੀਆਂ ਗੱਲਾਂ ਨੇ। ਮੈਂ ਦੱਸਦਾ ਜੀ ਵੀ ਭੱਟ ਸਾਹਿਬ ਅੱਜ ਕੱਲ੍ਹ ਕਾਰੋਬਾਰੀ ਹੋ ਗਏ ਨੇ। ਇਹਨਾਂ ਨੇ ਕਾਰੋਬਾਰ ਇੱਕ ਸ਼ੁਰੂ ਕੀਤਾ ਵੱਡਾ, ਤੇ ਉਸ ਕਾਰੋਬਾਰ ਦਾ ਚੱਕਰ 'ਚ ਇਹਨਾਂ ਨੂੰ ਕੈਨੇਡਾ ਦੀ ਵੱਖ-ਵੱਖ ਸੂਬਿਆਂ 'ਚ ਜਾਣਾ ਪੈਂਦਾ। ਚਲੋ ਆਸ ਕਰਦੇ ਹਾਂ ਵੀ ਉਹ ਜਾਣੇ ਸਾਡਾ ਵੀ ਕਿਤੇ ਹਿੱਸਾ ਪੱਤੀ ਉਹਦੇ 'ਚ ਪਵਾ ਲੈਣਗੇ। ਮੈਂ ਤਾਂ ਇਹ ਸੋਚਦਾ ਵੀ ਕਿਤੇ ਐਡਾ ਕਾਰੋਬਾਰ ਨਾ ਸ਼ੁਰੂ ਕਰ ਲਿਓ ਕਿ ਕੱਲ੍ਹ ਨੂੰ ਉਹ ਕੈਨੇਡਾ ਵਾਲੇ ਵੀ ਮਤਲਬ ਆਖਣ ਵੀ ਭਾਈ ਸਾਹਿਬ ਸਾਡੀ ਏਜੰਸੀ ਨੇ ਜਾਂਚ ਕੀਤੀ, ਬੰਦੇ ਦੇ ਭਾਈ ਸਾਹਿਬ ਸਰਾਣਿਆਂ 'ਚੋਂ ਪੈਸੇ ਨਿਕਲੇ, ਰਜਾਈਆਂ 'ਚੋਂ ਪੈਸੇ ਨਿਕਲੇ ਪੈਸੇ। ਮੈਂ ਡਾਲਰ ਨਹੀਂ ਕਹਿਣ ਡਿਆ ਜੀ। ਨਹੀਂ ਨਹੀਂ ਸੰਧਾਲੀਆ ਸਾਹਿਬ ਕਹਿਣਾ ਕਿੰਨੇ ਫੜੇ ਗਏ? $28 ਇੰਨੇ ਸੈਂਟ ਨਕਦ ਫੜੇ ਗਏ, ਇੰਨਾ ਕਰਜ਼ਾ ਉਹਨਾਂ ਦੇ ਸਿਰ ਸੀ, ਇੰਨੀਆਂ ਮਹੀਨੇ ਦੀਆਂ ਕਿਸ਼ਤਾਂ ਦੇਣੀਆਂ ਸੀ, ਤਨਖਾਹ ਇੰਨੀ ਸੀ, ਗੁਜ਼ਾਰਾ ਪਤਾ ਨਹੀਂ ਕਿੱਦਾਂ ਕਰਦਾ ਸੀ। ਨਹੀਂ ਦੇਖੋ ਉਹ ਤਾਂ ਗੱਲ ਵਟਸਐਪ ਹੈ ਹੀ ਆ। ਬਾਹਰ ਆ ਕੇ ਤਾਂ ਕਹਿੰਦੇ ਲਗਭਗ ਹਰੇਕ ਦੀ ਜ਼ਿੰਦਗੀ ਚੱਲਦੀ ਕ੍ਰੈਡਿਟ 'ਤੇ, ਕਿਸ਼ਤਾਂ 'ਤੇ। ਸੋ ਇਸ ਕਰਕੇ ਘਬਰਾਉਣਾ ਨਹੀਂ, ਕੋਈ ਗੱਲ ਨਹੀਂ, ਦਿਲ ਨਹੀਂ ਛੱਡਣਾ। ਵੱਡੇ ਕਾਰੋਬਾਰੀ ਤੁਸੀਂ ਬਣ ਜਾਣਾ। ਜਿੱਦਣ ਤੁਸੀਂ ਖੁਦ 10 ਸੈਂਟ 5 ਸੈਂਟ ਗਿਣ ਜੋਗੇ ਹੋ ਗਏ ਨਾ, ਉਦੋਂ ਕਮਾਲ ਕਰਾ ਦੇਣੀ ਤੁਸੀਂ। ਨਹੀਂ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ, ਪਰ ਮੈਨੂੰ ਇੱਦਾਂ ਲੱਗਦਾ ਜਿਹੜੇ ਭਾਰਤ ਦੀ ਰਾਜਨੀਤੀ ਉੱਤੇ ਨਜ਼ਰ ਰੱਖਦੇ ਨਾ ਪ੍ਰਵਾਸੀ, ਸਾਡੇ ਵਿਦੇਸ਼ਾਂ 'ਚ ਬੈਠੇ, ਜਿਹੜੇ ਚਾਹੁੰਦੇ ਆ ਕਿ ਭਾਈ ਭਾਰਤ 'ਚ ਵਧੀਆ ਹੋ ਜਾਵੇ ਕੰਮ, ਪੰਜਾਬ 'ਚ ਕੰਮ ਵਧੀਆ ਹੋ ਜਾਵੇ, ਉਹ ਥੋੜ੍ਹੇ ਜਿਹੇ ਔਖੇ ਭਾਰੇ ਤਾਂ ਹੋਏ ਹੋਣੇ ਆ ਕਿ ਭਾਈ ਇੱਥੇ ਸਵੇਰ ਤੋਂ ਸ਼ਾਮ ਤੱਕ ਕੰਮ ਕਰੀਦਾ, ਕਿਸ਼ਤਾਂ ਫਿਰ ਮਸਾਂ ਲੱਥਦੀਆਂ, ਨਿਆਣਿਆਂ ਦਾ ਮੂੰਹ ਕਈ ਵਾਰੀ ਹਫ਼ਤੇ ਬਾਅਦ ਦੇਖੀਦਾ। ਉਹ ਪੱਛਮੀ ਬੰਗਾਲ ਦੀ ਬੀਬੀ ਅਰਪਿਤਾ ਜਿਹੜੀ ਹੈ, ਜਦੋਂ ਉਹਦੇ ਬਾਰੇ ਦੂਜੀ ਲਗਾਤਾਰ ਸੂਚਨਾ ਮਿਲੀ ਹੋਣੀ ਹੈ ਕਿ ਭਾਈ 21 ਕਰੋੜ ਉਹਦੇ ਘਰੋਂ ਪਹਿਲਾਂ ਮਿਲਿਆ ਸੀ, ਈਡੀ ਵਾਲਿਆਂ ਨੇ 4 ਦਿਨੀ ਫੇਰ ਰੇਡ ਕੀਤੀ, ਮਾੜੇ ਮੋਟੇ ਝੋਲੇ ਝਾਲੇ ਕਹਿੰਦੇ ਪੁੱਠੇ ਕਰਕੇ ਜਦੋਂ ਝਾੜੇ, ਏਸੀ ਖੋਲ੍ਹ ਕੇ ਵਿਚਲੇ ਪਾਸੇ ਦੇਖਿਆ ਜਿੱਥੇ ਤਾਰਾਂ ਹੁੰਦੀਆਂ, ਜਿੱਥੇ ਉਹ ਪੱਖਾ ਜਿਹਾ ਹੁੰਦਾ, ਜਿੱਥੇ ਹੋਰ ਸਾਰੀਆਂ ਚੀਜ਼ਾਂ ਹੁੰਦੀਆਂ, ਉੱਥੇ ਵੀ ਨੋਟ ਤੁੰਨੇ ਪਏ ਆ। ਵਾਸ਼ਿੰਗ ਮਸ਼ੀਨ ਖੋਲ੍ਹ ਕੇ ਦੇਖੀ, ਉੱਥੇ ਵੀ ਨੋਟ ਤੁੰਨੇ ਪਏ ਆ। ਸੰਧਾਲੀਆ ਸਾਹਿਬ ਕੈਸੀ ਗੱਲ ਹੈ? ਜਾਣੀ 21 ਕਰੋੜ ਪਹਿਲਾਂ, 15 ਕਰੋੜ ਕੈਸ਼ ਹੁਣ ਲੱਭਾ, 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਲਾਈਆਂ। ਜਿਹੜੀ ਬੀਬੀ ਮੰਤਰੀ ਦੇ ਕਰੀਬੀ ਹੋਵੇ, 36 ਕਰੋੜ ਕੈਸ਼ ਰੱਖੀ ਫਿਰਦੀ ਹੋਵੇ, ਤੇ ਉਸ ਬੀਬੀ ਦੇ ਕੋਲੇ ਹੋਰ ਪ੍ਰਾਪਰਟੀ, ਹੋਰ ਹਿਸਾਬ ਕਿਤਾਬ ਕਿੰਨਾ ਖਾਊਗਾ? ਹਿਸਾਬ ਲਾ ਕੇ ਮਾੜਾ ਜਿਹਾ ਦੱਸਿਓ, ਕਿਉਂਕਿ ਤੁਹਾਡਾ ਮੈਂ ਦੇਖਿਆ ਜਦੋਂ ਤੁਸੀਂ 36 ਕਰੋੜ ਕਿਹਾ ਨਾ, ਮੈਂ ਨਾਲ ਮਾੜਾ ਹਿਸਾਬ ਲਾਉਂਦਾ ਸੀ। ਹੁਣ ਤੁਸੀਂ ਇਹ ਦੇਖੋ ਵੀ ਜੇ ਆਪਾਂ ਮੰਨ ਕੇ ਚੱਲੀਏ ਵੀ ਇੱਕ ਬੰਦਾ ਤੇ ਉਹਦੀ ਉਮਰ 80 ਸਾਲ, 80 ਸਾਲ ਦਾ ਮਤਲਬ 20 ਸਾਲ ਆਪਾਂ ਉਹਦੇ ਪਹਿਲੇ ਕੱਢ ਦਿੰਦੇ, ਜਾਂ 10-12 ਪਹਿਲੇ, 10-12 ਬਾਅਦ, ਮਤਲਬ ਚਲੋ ਮੰਨ ਲਓ 60 ਸਾਲ ਉਹਨੇ ਕਮਾਈ ਕੀਤੀ। ਹੁਣ 60 ਸਾਲ ਜੇ ਉਹਨੇ ਕਮਾਈ ਕਰਨੀ ਹੋਵੇ ਤੇ 36 ਕਰੋੜ ਰੁਪਏ ਦੇ ਹਿਸਾਬ ਨਾਲ 60 ਸਾਲ ਦੀ ਉਮਰ ਦੇ ਵਿੱਚ ਅਪਰੋਕਸੀਮੇਟਲੀ 1 ਸਾਲ ਦਾ 60 ਲੱਖ ਰੁਪਈਆ ਬਣਦਾ। ਹੁਣ 60 ਲੱਖ ਸਾਲ ਦਾ, ਇਹਦਾ ਮਤਲਬ ਹੋ ਗਿਆ ਵੀ ਜੇ 12 ਮਹੀਨੇ ਤੇ 5 ਲੱਖ ਬਣ ਗਿਆ ਮਹੀਨੇ ਦਾ, ਤੇ 5 ਲੱਖ ਮਹੀਨੇ ਤੋਂ ਆਪਾਂ ਦਿਹਾੜੀ ਤੇ ਆ ਜਾਈਏ ਤੇ 16,500 ਤੋਂ ਵੱਧ ਰੁਪਈਆ ਦਿਹਾੜੀ ਦੀ ਆਮਦਨ ਹੋਵੇ ਕਿਸੇ ਬੰਦੇ ਦੀ, ਤੇ ਉਹ ਸਾਰੀ ਉਮਰ ਕਮਾਉਂਦਾ ਰਹੇ, ਮਤਲਬ 60 ਸਾਲਾਂ ਤੱਕ ਕਮਾਉਂਦਾ ਰਿਹਾ, 80 ਦਾ ਹੋ ਕੇ ਮਰਿਆ, ਤਾਂ ਵੀ ਮਤਲਬ ਉਹ ਸਾਰੀ ਜ਼ਿੰਦਗੀ ਦੇ ਵਿੱਚ 36 ਕਰੋੜ ਰੁਪਈਆ ਹੀ ਕਮਾ ਸਕਦਾ। ਜਿਹੜੇ ਕਿ ਬੀਬੀ ਦੇ ਇੱਦਾਂ ਹੀ ਤੁਸੀਂ ਕਹਿੰਦੇ ਸਰਾਣਿਆਂ 'ਚੋਂ, ਏਸੀ 'ਚੋਂ, ਵਾਸ਼ਿੰਗ ਮਸ਼ੀਨਾਂ 'ਚੋਂ ਲੱਭ ਗਏ। ਮੈਂ ਤਾਂ ਹੈਰਾਨ ਹੈ ਵੀ ਜਾਂ ਤਾਂ ਇਹ ਬੰਦੇ ਕਿਤੇ ਆ ਜਰਮਨ ਤਕਸੀਮਾਂ ਕਰਕੇ ਨਹੀਂ ਵੇਂਦੇ ਵੀ ਯਾਰ ਬੰਦੇ ਨੂੰ ਲੋੜ ਕਿੰਨੀ ਕੁ ਹੁੰਦੀ। ਤੁਸੀਂ ਦੇਖੋ ਆਪਾਂ ਆਮ ਸੁਣਦੇ ਹਾਂ ਪੰਜਾਬ ਦੇ ਵਿੱਚ ਫਲਾਣੇ ਨੂੰ 7,000 ਤਨਖਾਹ, 6500 ਤਨਖਾਹ, 9,000 ਤਨਖਾਹ, 10,000 ਤਨਖਾਹ, ਉਹ ਵੀ ਮਹੀਨੇ ਦੀ। ਮੈਂ ਤੁਹਾਨੂੰ 16,500 ਰੁਪਈਆ ਦਿਹਾੜੀ ਦਾ ਹਿਸਾਬ ਲਾ ਕੇ ਦੱਸਿਆ, ਫਿਰ ਵੀ ਲੋਕਾਂ ਨੂੰ ਮੈਂ ਨਾ ਪਤਾ ਨਹੀਂ, ਇੱਕ ਹੁੰਦੀ ਭੁੱਖ, ਇੱਕ ਹੁੰਦਾ ਭੋਖੜਾ ਹੀ ਵੱਜਾ ਮੈਂ ਨਾ। ਸੰਧਾਲੀਆ ਸਾਹਿਬ ਮੈਂ ਤਾਂ ਇੱਦਾਂ ਚਾਹੁੰਦਾ ਈਡੀ ਵਾਲੇ ਨਾ 2 ਛਾਪੇ ਹੋਰ ਮਾਰਨ, 2 ਫਿਰ ਰੋਜ਼ ਦਾ ਮੈਨੂੰ ਲੱਗਦਾ ਕਿ 24,000 ਹੋ ਜਾਣਾ, ਤੇ 1 ਘੰਟੇ ਦਾ 1,000 ਹੋ ਜਾਣਾ।
ਤੇ ਬੰਦਾ ਸੁੱਤਾ 8 ਘੰਟੇ ਸੁੱਤਾ 8000 ਰੁਪਈਆ ਉਹਦੇ ਸਰਾਣੇ। ਤੁਸੀਂ ਇਹ ਵੀ ਦੇਖੋ ਸੰਧਾਲੀਆ ਸਾਹਿਬ ਕਿ ਕਿੱਥੇ ਤੱਕ ਗੱਲ ਜਾਂਦੀ ਹੈ ਕਿ ਪੱਛਮੀ ਬੰਗਾਲ ਦਾ ਜਿਹੜਾ ਮੰਤਰੀ ਹੈ ਉਹਦੀ ਕਰੀਬੀ ਸੀ ਬੀਬੀ ਮੰਤਰੀ ਤੇ ਦੋਸ਼ ਲੱਗਾ ਕਿ ਜਦੋਂ ਉਹ ਸਿੱਖਿਆ ਮੰਤਰੀ ਹੁੰਦਾ ਸੀ ਤਾਂ ਅਧਿਆਪਕ ਭਰਤੀ ਕੀਤੇ ਰੁਪਈਏ ਲੈ ਕੇ, ਤੇ ਰੁਪਈਏ ਉਹ ਕਹਿੰਦੇ ਜੀ ਬੀਬੀ ਕੋ ਰੱਖਦਾ ਸੀ। ਹੁਣ ਤੁਸੀਂ ਦੇਖੋ ਸਿਸਟਮ ਦੇ ਵਿੱਚ ਇੱਕ ਪਾਸੇ ਨੋਟ ਇਕੱਠੇ ਹੋ ਗਏ ਤੇ ਦੂਜੇ ਪਾਸੇ ਉਹ ਬੰਦੇ ਕਿੱਦਾਂ ਦੇ ਭਰਤੀ ਕੀਤੇ ਹੋਣਗੇ। ਜਿਹੜਾ ਬੰਦਾ 5 7 8 10 ਲੱਖ ਰੁਪਈਆ ਲੈ ਕੇ ਭਰਤੀ ਹੋਇਆ ਹੋਊ, ਸਰਕਾਰੀ ਸਕੂਲੇ ਪੜ੍ਹਾਉਣ ਜਾਂਦਾ ਹੋਊ, ਉਹ ਫਿਰ ਨਾ ਪਿੱਛੇ ਹੱਥ ਰੱਖ ਕੇ ਜਾਂ ਮੱਥੇ ਤੇ ਹੱਥ ਰੱਖ ਕੇ ਸਕੂਲ ਦੇ ਗੇਟ ਤੇ ਮੂਹਰੇ ਖੜ ਕੇ ਮੈਨੂੰ ਲੱਗਦਾ ਐ ਨਹੀਂ ਸੋਚਦਾ ਹੋਣਾ ਕਿ ਭਾਈ ਇਸ ਨਿਆਣੇ ਨੂੰ ਮੈਂ ਮੈਥ ਜ਼ਿਆਦਾ ਪੜ੍ਹਾਉਣਾ ਹੈ, ਇਹਨੂੰ ਸਮਾਜਿਕ ਸਿੱਖਿਆ ਦੇ ਵਿੱਚ ਕਮਜ਼ੋਰ ਹੈ, ਥੋੜ੍ਹੀ ਜਿਹੀ ਕਮਜ਼ੋਰੀ ਦੂਰ ਕਰਨੀ ਹੈ, ਆਹ ਬੱਚੇ ਦੀ ਭਾਸ਼ਾ ਤੇ ਬੜੀ ਪਕੜ ਹੈ, ਇਹਨੂੰ ਫਲਾਣੇ ਇਮਤਿਹਾਨ 'ਚ ਲੈ ਕੇ ਜਾਣਾ ਨਾ। ਉਹ ਫਿਰ ਇਹੀ ਸੋਚਦਾ ਹੋਊਗਾ ਮਿਡ ਡੇ ਮੀਲ 'ਚੋਂ ਪੈਸੇ ਕਿਵੇਂ ਖਾਣੇ ਆ ਸਕੂਲ 'ਚ 4 ਕੁ ਸਫੈਦੇ ਵੱਡੇ ਹੈਗੇ, ਇਹਨਾਂ ਦੇ ਪੈਸੇ ਵੱਟੇ ਜਾਣੇ, ਇੱਧਰ ਨੂੰ ਦੇਖਦੇ ਆ ਟਿਊਸ਼ਨ ਕਿੰਨੀ ਕੁ ਪੜ੍ਹਾ ਲਈਏ, ਉੱਥੇ ਬੈਠ ਕੇ ਪ੍ਰੋਪਰਟੀ ਦਾ ਕੰਮ ਕਰਨ ਦੀ ਜਰਬ ਤਕਸੀਮ ਜਿਹੜੀ ਕਿੱਦਾਂ ਲਾ ਲਈਏ। ਮੈਨੂੰ ਲੱਗਦਾ ਕਿ ਫਿਰ ਜੇ ਪੈਸੇ ਟਕੇ ਲੈ ਦੇ ਕੇ ਬੰਦੇ ਰੱਖੇ ਆ ਉਹਨਾਂ ਤੋਂ ਫਿਰ ਆਪਾਂ ਵਧੀਆ ਨਤੀਜਿਆਂ ਦੀ ਵਧੀਆ ਪੜ੍ਹਾਈਆਂ ਦੀ ਆਸਤਾ ਨਹੀਂ ਰੱਖ ਸਕਦੇ। ਤੇ ਮੈਂ ਨਾਲ ਦੀ ਨਾਲ ਇੱਕ ਗੱਲ ਹੋਰ ਦੱਸ ਦਿਆਂ ਸੰਧਾਲੀਆ ਸਾਹਿਬ, ਤੁਸੀਂ ਇੱਕ ਛਾਪ ਜਿਹੜੀ ਤੁਹਾਡੇ ਕੋਲ ਉਹ ਵੀ ਪਤਲੀ ਜਿਹੀ, ਤੇ ਮੈਨੂੰ ਡਰ ਹੁੰਦਾ ਕਿ ਬੰਦਾ ਕਦੇ ਕਦੇ ਪਾ ਕੇ ਦੇਖਦਾ ਹੁੰਦਾ ਕਿ ਭਾਈ ਕਮਾਈ ਕਰਕੇ ਲਈ ਸੀ ਛਾਪ ਕਿ ਇਹ ਬੰਦੇ ਨੇ ਸੁੱਟ ਪੈਣੀ ਆ, ਮੁੜ ਕੇ ਇਹਨੇ 4 ਦਿਨ ਰੋਟੀ ਨਹੀਂ ਲੰਘਣੀ, ਮੁੜ ਕੇ ਇਹਦੇ ਅੰਦਰ ਪਾਣੀ ਨਹੀਂ ਲੰਘਣਾ, ਇਹਨੇ ਮੇਰੇ ਊਂ ਹੀ ਘਸੁੰਨ ਫੇਰੀ ਜਾਣੇ ਆ। ਛਾਪ ਸੋਨੇ ਦੀ ਆਪਦੀ ਗਵਾ ਲੈਣੀ ਆ। 4 ਕਰੋੜ ਦਾ ਸੋਨਾ ਲੱਭਾ ਬੀਬੀ ਦੇ ਕੋਲੋਂ, ਐਵੇਂ ਤੁਸੀਂ ਛਾਪ ਦਿਖਾ ਮੈਨੂੰ ਓਕੇ ਭਰੇ ਹੁੰਦੇ ਰਹਿੰਦੇ। ਮੈਨੂੰ ਲੱਗਦਾ ਵੀ ਆ 5-6 ਸਾਲ ਹੋ ਗਏ ਪ੍ਰਾਈਮ ਏਸ਼ੀਆ ਟੀਵੀ ਨੂੰ ਚੱਲਿਆ, ਉਦੋਂ ਤੋਂ ਮੈਂ ਨਾਲ ਆ, ਤੇ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਦੀ ਕਿਸੇ ਨੇ ਮੇਰੇ ਹੱਥ 'ਚ ਘੜੀ, ਕੋਈ ਛਾਪ, ਕੋਈ ਟੂਮ, ਕੋਈ ਛੱਲਾ ਵੇਖਿਆ ਹੋਵੇ। ਬਾਕੀ ਹੁਣ ਪਤਾ ਨਹੀਂ ਤੁਸੀਂ ਕਿਹੜਾ ਛੱਲਾ ਟੂਮ ਮੇਰੇ ਨਾਲ ਲਾਈ ਜਾਂਦੇ, ਪਰ ਚਲੋ ਤੁਸੀਂ ਇਹ ਸੋਚੋ ਵੀ ਜੇ 4 ਕਰੋੜ ਦਾ ਸੋਨਾ ਜੇ ਵੱਖਰਾ ਹੈ, ਇਹ ਜੇ ਸੱਚੀ ਮੰਨ ਲਓ ਉੱਪਰ ਜਾ ਕੇ ਹਿਸਾਬ ਹੁੰਦਾ ਹੋਊਗਾ, ਹੋ ਸਕਦਾ ਵੀ ਜਦੋਂ ਇਹ ਬੀਬੀ ਉੱਤੇ ਗਈ ਕਿਤੇ ਤੇ ਉਦੋਂ ਉਹਨਾਂ ਨੇ ਕਿਸੇ ਨੇ ਮੰਨ ਲਓ ਹਿਸਾਬ ਕਿਤਾਬ ਜਿਹਾ ਪੜ੍ਹ ਕੇ ਦੱਸਿਆ ਵੀ ਮਹਾਰਾਜ ਇੰਨੇ ਪੈਸੇ ਤਾਂ ਅਸੀਂ ਲੱਭ ਗਏ ਸੀ ਜੀ 12 ਜੀ ਦੇ ਕੋਲੋਂ। ਤੇ ਉਹ ਜਿਹੜਾ ਕੜਾਏ ਦੇ ਵਿੱਚ ਕਹਿੰਦੇ ਹੁੰਦੇ ਵੀ ਬੰਦਾ ਪਾਉਂਦੇ ਉਬਲਦੇ ਦੇ ਵਿੱਚ, ਹੋ ਸਕਦਾ ਵੀ ਜਿਹੜਾ ਬੰਦਾ ਹਿਸਾਬ ਕਰਨ ਡਿਆ ਹੋਵੇ ਉਹ ਹੀ ਬੇਹੋਸ਼ ਹੋ ਗਏ ਕੜਾਏ 'ਚ ਡਿੱਗ ਪਏ ਪਹਿਲਾਂ, ਉਹ ਤੇਰਾ ਭਲਾ ਜਿਹਾ। ਇੱਦਾਂ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਇੱਥੇ, ਦੱਸੋ। ਇਹ ਗੱਲ ਠੀਕ ਹੈ। ਬੀਜੇਪੀ ਵਾਲੇ ਜਿਹੜੇ ਸੋਚਦੇ ਸੀ ਕਿ ਅਸੀਂ ਬੀਬੀ ਮਮਤਾ ਬੈਨਰਜੀ ਨੂੰ ਹਰਾ ਕੇ ਤਾਂ ਸਰਕਾਰ ਬਣਾਉਣੀ ਆ ਬੰਗਾਲ 'ਚ, ਉਹਨਾਂ ਦੇ ਇੱਕ ਬੰਦੇ ਦਾ ਬਿਆਨ ਆਇਆ ਸੰਧਾਲੀਆ ਸਾਹਿਬ ਕਮਾਲ ਦਾ। ਉਹ ਕਹਿੰਦੇ ਮੰਤਰੀ ਨੂੰ ਛੱਡੋ, ਬੀਬੀ ਅਰਪਿਤਾ ਮੁਖਰਜੀ ਨੂੰ ਵੀ ਛੱਡੋ ਜਿਹਦੇ ਕੋਲੋਂ 36 ਕਰੋੜ ਤੇ 4 ਕਰੋੜ ਦਾ ਸੋਨਾ, 36 ਕਰੋੜ ਨਕਦ ਲੱਭਾ ਤੇ ਸਾਨੂੰ 3 ਮਸ਼ੀਨਾਂ ਲਾਉਣੀਆਂ ਪਈਆਂ ਏਜੰਸੀ ਵਾਲਿਆਂ ਨੂੰ। ਉਹ ਕਹਿੰਦੇ ਇੱਕ ਬੀਬੀ ਹੋਰ ਹੈ, ਉਹ ਵੀ ਮੰਤਰੀ ਸਾਹਿਬ ਦੀ ਕਹਿੰਦੇ ਜੀ ਬੜੀ ਨਜ਼ਦੀਕੀ, ਅਗਲਿਆਂ ਤਾਂ ਨਾਂ ਵੀ ਲਾਤਾ, ਆਪਾਂ ਕਾਹਤੋਂ ਲੈਣਾ। ਕਹਿੰਦੇ ਜੇ ਕਿਤੇ ਈਡੀ ਵਾਲੇ ਛਾਪੇ ਉਧਰਲੇ ਪਾਸੇ ਮਾਰਨ, 10 ਕੁ ਫਲੈਟਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਕਹਿੰਦੇ ਸਾਡੇ ਕੋਲ ਵੀ ਆ ਗਈਆਂ, ਨਕਦਨਾਮਾ ਕਿੰਨਾ ਕੁ ਮਿਲਣਾ, ਗਹਿਣੇ ਜੇਵਰ ਕਿੰਨੇ ਕੁ ਮਿਲਣੇ, ਹੋਰ ਸਾਰਾ ਹਿਸਾਬ ਕਿਤਾਬ ਕਿੰਨਾ ਕੁ ਮਿਲਣਾ। ਕਹਿੰਦੇ ਪਤਾ ਲੱਗਾ ਕਿ ਡੈਰੀਆਂ ਵੀ ਉਸੇ ਬੀਬੀ ਕੋਲ ਆ ਕਿ ਕਿਹਦੇ ਕੋਲੋਂ ਕਿੰਨੇ ਕੁ ਪੈਸੇ ਲੈ ਲੈ ਤੇ ਕਿੰਨੇ ਕੁ ਪੈਸੇ ਰਹਿ ਗਏ। ਤੇ ਸੰਧਾਲੀਆ ਸਾਹਿਬ ਜੇ ਇੱਕ ਬੀਬੀ ਕੋਲ 36 ਕਰੋੜ ਨਗਦ ਤੇ 4 ਕਰੋੜ ਦੇ ਗਹਿਣੇ ਆ, ਜੇ ਸੱਚੀ ਮੁੱਚੀ ਕੋਈ ਦੂਜੀ ਬੀਬੀ ਵੀ ਮੰਤਰੀ ਸਾਹਿਬ ਦੇ ਨਾਲ ਇਸ ਕੇਸ ਦੇ ਵਿੱਚ ਇਨਵੋਲਵ ਆ, ਫਿਰ ਤਾਂ ਕਹਾਣੀ ਗਾਂਹ ਤੱਕ ਜਾਊਗੀ। ਇੱਥੇ ਮੈਂ ਬੇਨਤੀ ਕਰਾਂ ਵੀ ਉਹ ਜਿਹੜੇ ਮੰਤਰੀ ਸਾਹਿਬ ਨੇ ਨਾ ਜੀ, ਉਹਨਾਂ ਦੀ ਫੋਟੋ ਕਿਤੇ ਵੇਖਿਓ, ਜੇ ਮੈਂ ਗਲਤ ਨਹੀਂ, ਪਾਰਥਾ ਕਰਕੇ ਨਾਂ ਉਹਨਾਂ ਦਾ ਸ਼ਾਇਦ ਹੈ ਨਾ, ਉਹਨਾਂ ਦੀ ਫੋਟੋ ਕਿਤੇ ਤੁਸੀਂ ਦੇਖਿਓ ਸੋਸ਼ਲ ਮੀਡੀਆ ਤੇ ਜਾਂ ਇੰਟਰਨੈਟ ਤੇ ਸਰਚ ਕਰਕੇ, ਤੇ ਫਿਰ ਅੰਦਾਜ਼ਾ ਲਾਇਓ ਵੀ ਮਤਲਬ ਵਾਰ-ਵਾਰ WhatsApp ਪਹਿਲਾਂ ਇੱਕ ਬੀਬੀ ਫਿਰ ਦੂਜੀ ਬੀਬੀ ਦੇ ਨਾਂ ਗਿਣਦੇ ਆ ਵੀ ਐਡਾ ਬੰਦਾ ਕਿੱਡਾ ਖੂਬਸੂਰਤ ਹਸੀਨ ਹੋਊਗਾ ਵੀ ਬੀਬੀਆਂ ਨਾਲ ਬੜੀ ਉਹਦੀ ਸਾਂਝ ਆ। ਚਲੋ ਕਾਹਨੂੰ ਆਪਾਂ WhatsApp ਅਗਲੇ ਦੇ ਪਾਪ ਧੋਨੇ ਯਾਰ, ਅਗਲਾ ਫੜਿਆ ਗਿਆ ਹੁਣ ਆਪੇ ਉਹਨਾਂ ਦਾ ਹਿਸਾਬ ਕਰੀ ਜਾਣ। ਪਰ ਇੱਕ ਗੱਲ ਹੈਗੀ ਆ ਈਡੀ ਵਾਲਾ ਕਿ ਹਾਂਜੀ ਸੰਧਾਲੀਆ ਸਾਹਿਬ ਮੇਰੀ ਬੇਨਤੀ ਸੁਣ ਲਓ। ਤੁਸੀਂ ਕਹਿੰਦੇ ਆ ਕਾਹਨੂੰ, ਮੈਨੂੰ ਅੰਦਰੋਂ ਜਾਣੀ ਕਹਿੰਦੇ ਨਾ ਮੇਰੇ ਢਿੱਡ 'ਚ ਘੜਲਾਂ ਜਿਹੀਆਂ ਪੈਂਦੀਆਂ। ਅੱਗੇ 10 ਰੁਪਈਏ ਹੋਣੇ ਤਾਂ 10 ਰੁਪਈਏ ਸਾਂਭ ਰੱਖ ਲੈਣੇ। ਉਹ ਬਾਈ 10 ਰੁਪਈਏ 20 ਰੁਪਈਏ ਜਿੱਦਣ ਕਿਤੇ ਪੰਜਾਬ ਦੇ ਲੋਕਾਂ ਨੂੰ, ਬੰਗਾਲ ਦੇ ਲੋਕਾਂ ਨੂੰ ਕਹਿੰਦੇ ਨਾ ਤੁਹਾਡੀ 200 ਰੁਪਈਆ ਪਿਲਸਣ ਵਧਾਈ, ਤੁਹਾਨੂੰ 500 ਰੁਪਈਆ ਮਹਿੰਗਾਈ ਭੱਤਾ ਦਿੱਤਾ, ਅਗਲੇ 4 ਦਿਨ ਖੁਸ਼ੀ ਦੇ ਵਿੱਚ ਵੱਧ ਸੌਈ ਜਾਂਦੇ ਆ। ਹੁਣ ਇੱਥੇ ਜਦੋਂ 35 ਕਰੋੜ ਨਿਕਲਦਾ, 36 ਕਰੋੜ ਨਿਕਲਦਾ, ਆਮ ਤੌਰ ਤੇ ਬੀਬੀਆਂ ਇਸੇ ਗੱਲੋਂ ਹੀ, ਮੈਂ ਐਤਕੀ ਨਾ ਫਿਰ ਸਾਡੇ ਫਿਰ ਘਰਦਿਆਂ ਨੇ ਆ ਜਦੋਂ ਘਿਓ ਲੈ ਕੇ ਆਏ ਆ, ਆਹ ਗਹਿਣਾ ਲੈ ਕੇ ਆਏ, ਉਹਨੂੰ ਹੀ ਦੇਖ ਰੱਖੀ ਜਾਣਗੀਆਂ। ਤੇ ਜਿਹੜੀ ਬੀਬੀ 4 ਕਰੋੜ ਦੀ ਰੱਖੀ ਫਿਰਦੀ ਆ ਸੰਧਾਲੀਆ ਸਾਹਿਬ, ਆਪਣੀਆਂ ਬੀਬੀਆਂ ਦੇ ਉੱਤੇ ਮਾੜਾ ਮੋਟਾ ਤੇ ਇਦਾਂ ਆਉਂਦਾ ਹੀ ਆ। ਇਸ ਕਰਕੇ ਤੁਸੀਂ ਇਹ ਨਾ ਆਖੋ ਕਿ ਪਾਪ ਧੋਈ ਜਾਂਦੇ ਆ, ਸਾਨੂੰ ਨੀਂਦਰ ਨਹੀਂ ਜੇ ਆਉਂਦੀ ਤੁਹਾਡੇ ਮਹਿਕਮੇ ਵਾਲਿਆਂ ਦੀ। ਮਾਤਾ ਹੌਕਾ ਲੈ ਜੂਗੀ, ਦੱਸੋ 4 ਕਰੋੜ ਦੇ ਗਹਿਣੇ ਸੁਣ ਕੇ ਦੱਸੋ। ਆਪਣੇ ਵਾਲੀਆਂ ਮਾਈਆਂ ਦਾ ਵਧੀਆ ਵੀ ਹਾਂ ਪੁੱਤ ਕਿੰਨਾ ਕੁ ਸੁਣ ਤੀ, ਇਹ ਜੋਖਿਆ ਸੀਗਾ ਜਾ ਕੇ ਸੁਨਿਆਰੇ ਦੇ ਤੇ 4.25 ਤੋਲੇ ਹੋਇਆ,
ਤੇ ਸਾਰੀ ਉਮਰ ਪੌਣੇ 4 ਤੋਲੇ ਸੋਨੇ 'ਚ ਖੁਸ਼ ਹੁੰਦੀਆਂ ਬੀਬੀਆਂ। ਤੁਸੀਂ 4 ਕਰੋੜ ਦਾ ਸੋਨਾ ਮੈਂ ਦੱਸੀ ਜਾਂਦੇ। ਮੈਂ ਤੁਹਾਨੂੰ ਈਡੀ ਤੇ ਲਿਆਉਣ ਲੱਗਿਆ ਸੀ। ਈਡੀ ਨੇ ਛਾਪਾ ਮਾਰਿਆ, ਈਡੀ ਨੇ ਫੜਿਆ। ਐਂਡ ਈਡੀ ਦੇ ਨਾਲ ਹੀ ਅੱਜ ਕੱਲ੍ਹ ਬਾਬਾ ਰੌਲਾ ਰੱਪਾ, ਕਿਉਂਕਿ ਪੂਰੇ ਭਾਰਤ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਵਾਲੇ ਸੱਤਿਆਗ੍ਰਹਿ ਕਰਦੇ ਪਏ, ਧਰਨੇ ਪ੍ਰਦਰਸ਼ਨ ਚੱਲਦੇ ਪਏ ਆ। ਕਿਉਂਕਿ ਪਹਿਲਾਂ ਰਾਹੁਲ ਗਾਂਧੀ ਸਾਹਿਬ ਕੋਲੋਂ ਪੁੱਛਗਿੱਛ ਹੋਈ ਸੀ, ਹੁਣ ਸੋਨੀਆ ਗਾਂਧੀ ਜੀ ਕੋਲੋਂ ਪੁੱਛਗਿੱਛ ਹੋਈ। ਹੁਣ ਖੈਰ 2 ਦਿਨ ਦੀ ਲਗਾਤਾਰ ਪੁੱਛਗਿੱਛ ਤੋਂ ਬਾਅਦ ਗਾਂ ਅਗਲੇ ਸਾਹਮਣ ਤਾਂ ਨਹੀਂ ਅਜੇ ਦਿੱਤੇ। ਗਾਂ ਕੱਲ੍ਹ ਪਰਸੋਂ ਤੱਕ ਦੁਬਾਰਾ ਬੁਲਾ ਲੈਣ ਤੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੁਪਰੀਮ ਕੋਰਟ ਤੱਕ ਗੱਲ ਪਹੁੰਚੀ, ਕਹਿੰਦੇ ਜੀ ਇੱਦਾਂ ਕਿੱਦਾਂ ਈਡੀ ਗ੍ਰਿਫਤਾਰ ਕਰ ਸਕਦਾ ਜੀ, ਈਡੀ ਕੋਲੇ ਬੜੀਆਂ ਪਾਵਰਾਂ ਨੇ ਜੀ, ਸਰਕਾਰ ਇੱਦਾਂ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ। ਪਰ ਉੱਥੇ ਕਹਿੰਦੇ ਆ ਕਿ ਸੁਪਰੀਮ ਕੋਰਟ ਨੇ ਈਡੀ ਦੀਆਂ ਜਿਹੜੀਆਂ ਤਾਕਤਾਂ ਸੀ ਕਿ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰ ਸਕਦੇ ਹੋ, ਕਿਸੇ ਦੀ ਪ੍ਰਾਪਰਟੀ ਅਟੈਚ ਕਰ ਸਕਦੇ ਹੋ, ਜੇ ਤੁਸੀਂ ਨਾਮ ਹੀ ਚਾਹੋ ਡਿਸਕਲੋਜ਼ ਕਰਨਾ ਕਿ ਕਿਉਂ ਗ੍ਰਿਫਤਾਰ ਕੀਤਾ ਤੇ ਨਹੀਂ ਕਰ ਸਕਦੇ, ਉਹ ਜਿਹੜੀਆਂ ਸਾਰੀਆਂ ਪਾਵਰਾਂ ਨੇ ਉਹ ਈਡੀ ਦੇ ਕੋਲ ਜਿਉਂਦੀਆਂ ਤੇ ਉਹ ਕਾਇਮ ਰਹਿਣਗੀਆਂ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਕਿ ਜੇ ਕਿਸੇ ਦੇ ਨਾਲ ਧੱਕਾ ਕੀਤਾ ਜਾਂਦਾ, ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਕਿ ਭਾਈ ਫਲਾਣੇ ਬੰਦੇ ਨੂੰ ਬੰਦਾ ਬਣਾਉਣਾ ਹੀ, ਜਾਂ ਉਹਨੂੰ ਉਸ ਪਾਰਟੀ ਦੇ ਵਿੱਚੋਂ ਆਪਣੀ ਪਾਰਟੀ 'ਚ ਲਿਆਉਣਾ, ਇੱਕ ਅੱਧਾ ਛਾਪਾ ਮਰਵਾਓ ਪਹਿਲਾਂ, ਦਬਾਅ ਪਾਓ ਪਹਿਲਾਂ, ਉਹਨੂੰ ਦੱਸੋ ਕਿ ਭਾਈ ਕੇਸਾਂ ਦਾ ਕੀ ਆ, ਵਾਪਸ ਹੋ ਜਾਣਗੇ, ਉਸ ਪਾਰਟੀ 'ਚ ਜਾ ਕੇ ਸ਼ਾਮਿਲ ਹੋ ਜਾ। ਜੇ ਤਾਂ ਕਿਸੇ ਵੀ ਸਰਕਾਰੀ ਏਜੰਸੀ ਦੀ ਵਰਤੋਂ ਭਾਰਤ ਵਰਗੇ ਮੁਲਕ ਦੇ ਵਿੱਚ ਇਦਾਂ ਕੀਤੀ ਜਾਂਦੀ ਆ ਤੇ ਉਹ ਮਹਾਂ ਨਲਾਇਕੀ ਹੈ ਤੇ ਉਦਾਂ ਦਾ ਕੰਮ ਹੋਣਾ ਨਹੀਂ ਚਾਹੀਦਾ। ਏਜੰਸੀਆਂ ਖਤਰੇ 'ਚ ਪਾ ਦੇਣੀਆਂ ਆਪਾਂ। ਪਰ ਦੂਸਰੇ ਪਾਸੇ ਇਹ ਵੀ ਹੈ, ਆ ਪਿਛਲੇ ਸਮੇਂ ਛਾਪੇ ਪਏ, ਜਦੋਂ ਸਾਰੇ ਛਾਪੇ ਵਿਰੋਧੀ ਧਿਰਾਂ ਦੇ ਲੀਡਰਾਂ ਤੇ ਪੈਂਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਸ਼ੰਕਾ ਉੱਠਦੀ ਆ, ਅਸੀਂ ਸੱਚ ਨਹੀਂ ਕਹਿੰਦੇ ਕਿ ਕਿਤੇ ਇਦਾਂ ਦੀ ਗੱਲ ਤਾਂ ਨਹੀਂ। ਪਰ ਸੰਧਾਲੀਆ ਸਾਹਿਬ, ਆਪਾਂ ਨੂੰ ਇਹ ਵੀ ਪਤਾ ਕਿ ਈਡੀ ਵਰਗੀਆਂ ਏਜੰਸੀਆਂ ਜਦੋਂ ਬੀਬੀ ਅਰਪਤਾ ਦੇ ਘਰ ਤੇ ਛਾਪੇ ਮਾਰਦੀਆਂ ਤੇ 21 ਕਰੋੜ ਤੇ 15 ਕਰੋੜ ਨਕਦ ਮਿਲਦਾ, ਤਾਂ ਜੇ ਪਹਿਲਾਂ ਸ਼ਕਤੀਆਂ ਵਾਪਸ ਲੈਣੀਆਂ ਹੋਣ, ਥੋੜੀਆਂ ਸ਼ਕਤੀਆਂ ਹੋਣ, ਕੁੰਡਾ ਖੜਕਾ ਕੇ ਬੀਬੀ ਜੀ ਆਉਣਾ ਹੀ, ਬੀਬੀ ਜੀ ਉਹ ਫਿਰ ਪਰਸੋਂ ਨੂੰ ਆਉਣਾ ਹੀ, ਤੁਹਾਡੇ ਤਲਾਸ਼ੀ ਲੈਣੀ ਆ, ਨੋਟ ਗਿਣਨ ਵਾਲੀ ਮਸ਼ੀਨ ਨਾਲ ਲੈ ਕੇ ਆਈਏ ਕਿ ਤੁਸੀਂ ਕਿਰਾਏ ਤੇ ਲਿਆ ਕੇ ਰੱਖੋਗੇ। ਕਿੰਨੇ ਬੰਦੇ ਰਹੇ ਆ, ਬੜੇ ਲੀਡਰ ਨੇ, ਬੜੇ ਆਫੀਸਰ ਨੇ, ਬੜੇ ਧਨਾੜ ਬੰਦੇ ਨੇ, ਜਿਨ੍ਹਾਂ ਬੰਦਿਆਂ ਕੁਛ ਨਾ ਕੁਛ ਨਿਕਲਦਾ। ਜੇ ਤਾਂ ਆਪਾਂ ਕਹੀਏ ਕਿ ਸਾਰਾ ਕੁਝ ਠੀਕ ਚੱਲਦਾ, ਸਾਡੇ ਲੀਡਰ ਇਮਾਨਦਾਰ, ਸਾਡੇ ਅਫਸਰ ਇਮਾਨਦਾਰ, ਸਾਡੇ ਲੋਕ ਇਮਾਨਦਾਰ, ਈਡੀ ਵਰਗੀ ਏਜੰਸੀ ਦੀ ਸਾਨੂੰ ਲੋੜ ਕੋਈ ਨਹੀਂ, ਫਿਰ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕਹਿਣਾ ਸੀ ਕਿ ਨਹੀਂ ਭਾਈ ਇਦਾਂ ਦੀਆਂ ਸ਼ਕਤੀਆਂ ਨਹੀਂ ਚਾਹੀਦੀਆਂ, ਧੱਕਾ। ਪਰ ਜਦੋਂ ਅਗਲੇ ਈਡੀ ਵਾਲੇ ਦੱਸਦੇ ਹੋਣਗੇ ਜੀ ਇੰਨੇ ਫੜੇ ਨੇ ਨੋਟ, ਇੰਨੇ 100 ਕਰੋੜ ਰੁਪਈਆ ਬਰਾਮਦ ਕੀਤਾ, ਇੰਨੇ ਬੰਦਿਆਂ ਨੂੰ ਸਜ਼ਾਵਾਂ ਮਿਲੀਆਂ, ਇੰਨੇ ਬੰਦੇ ਚੱਕ ਕੇ ਅੰਦਰ ਦਿੱਤੇ ਆ, ਇਸ ਕਰਕੇ ਸੁਪਰੀਮ ਕੋਰਟ ਤੋਂ ਇਹੀ ਆਸ ਸੀ ਕਿ ਭਾਈ ਉਹਨਾਂ ਨੇ ਸ਼ਕਤੀਆਂ ਨਹੀਂ ਘਟਾਉਣੀਆਂ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜੇ ਭਵਿੱਖ ਦੇ ਵਿੱਚ 5-7 ਕੇਸ ਇਦਾਂ ਦੇ ਸਾਹਮਣੇ ਆ ਗਿਆ ਕਿ ਪਹਿਲਾਂ ਤਾਂ ਰਿਕਵਰੀ ਦਿਖਾਤੀ, ਪਹਿਲਾਂ ਤਾਂ ਪ੍ਰੈਸ ਕਾਨਫਰੰਸਾਂ ਕਰਤੀਆਂ, ਪਹਿਲਾਂ ਤਾਂ ਠੋਕ ਵਜਾ ਕੇ ਪਰਚੇ ਕਰਤੇ ਤੇ ਅਦਾਲਤ 'ਚ ਜਾ ਕੇ ਕੇਸ ਢਹਿ ਢੇਰੀ ਹੋ ਗਏ, ਜੇ 2-5 ਸਾਲਾਂ ਤੱਕ ਇਦਾਂ ਦੀਆਂ ਗੱਲਾਂ ਆਈਆਂ ਤਾਂ ਫੈਸਲਾ ਉਲਟ ਵੀ ਸਕਦਾ। ਪਰ ਚਲੋ ਇਹ ਇੱਥੇ ਫਿਰ ਗੱਲ ਉਹੀ ਟੁਕਦੀ ਹੈ WhatsApp, ਇਹ ਨਾ ਸਮੇਂ-ਸਮੇਂ ਦੀਆਂ ਬਾਤਾਂ ਵੀ ਜਦੋਂ ਜਿਹਦੇ ਕੋਲੇ ਜਿਹੋ ਜਿਹਾ ਸਮਾਂ ਹੁੰਦਾ, ਜੇ ਤੇ ਚੰਗਾ ਹੁੰਦਾ ਉਹਨੂੰ ਉੱਦਾਂ ਗੱਲ ਲੱਗਦੀ ਹੈ, ਜੇ ਤੇ ਮਾੜਾ ਹੁੰਦਾ ਉਹਨੂੰ ਦੂਸਰੇ ਰੁਕ ਲੱਗਦੀ ਹੈ। ਅਸ਼ੋਕ ਗਹਿਲੋਤ ਸਾਹਿਬ ਉਹ ਕਹਿੰਦੇ ਜੀ ਇੱਕ ਤਰ੍ਹਾਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰਾਵੇ ਵਾਲਾ ਮਾਹੌਲ ਬਣਾਇਆ ਗਿਆ, ਇਸ ਵਕਤ ਇਹ ਨਹੀਂ ਹੋਣਾ ਚਾਹੀਦਾ। ਬੀਜੇਪੀ ਦੇ ਇੱਕ ਲੀਡਰ ਸਾਹਿਬਾਨ ਦੀ ਮੈਂ ਗੱਲ ਸੁਣ ਰਿਹਾ ਸੀ, ਉਹ ਕਹਿੰਦੇ ਵੀ ਇਤਿਹਾਸਕ ਫੈਸਲਾ ਦਿੱਤਾ ਜੀ ਸੁਪਰੀਮ ਕੋਰਟ ਨੇ, ਇਹ ਤਾਂ ਬਹੁਤ ਹੀ ਵਧੀਆ ਗੱਲ ਹੈ, ਈਡੀ ਦੇ ਕੋਲ ਸ਼ਕਤੀਆਂ ਹੋਣੀਆਂ ਚਾਹੀਦੀਆਂ। ਮੈਂ ਕੁਦਰਤੀ ਸੋਚਦਾ ਸੀਗਾ ਵੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ ਸੀ ਦੇਸ਼ ਦੇ ਵਿੱਚ ਜਾਂ ਬਹੁਤ ਸਾਰੇ ਰਾਜਾਂ ਦੇ ਵਿੱਚ, ਉਦੋਂ ਉਹਨਾਂ ਨੂੰ ਲੱਗਦਾ ਸੀ ਵੀ ਹਾਂ ਭਾਈ ਸਾਹਿਬ ਜੋ ਅਸੀਂ ਕਰਦੇ ਸਹੀ ਕਰਦੇ ਹਾਂ, ਉਦੋਂ ਸਾਡਾ ਵਿਰੋਧੀ ਕਹਿੰਦੇ ਹੁਣ ਵੀ ਇੱਥੇ ਧੱਕਾ ਕਰਦੇ ਆ। ਅੱਜ ਜਦੋਂ ਉਹਨਾਂ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ, ਹੋ ਸਕਦਾ ਜਿਹੜੇ ਬੰਦੇ ਨੂੰ ਅੱਜ ਲੱਗਦਾ ਵੀ ਸੁਪਰੀਮ ਕੋਰਟ ਨੇ ਬੜਾ ਵਧੀਆ ਫੈਸਲਾ ਦਿੱਤਾ, ਅੱਜ ਤੋਂ 5-7 10-20 ਸਾਲ ਬਾਅਦ ਜਦੋਂ ਉਲਟਾ ਕਦੇ ਕੋਈ ਉਲਟ ਫੇਰ ਹੋ ਗਿਆ, ਹੋ ਸਕਦਾ ਉਦੋਂ ਉਹ ਕਹਿਣ ਵੀ ਮਾਰਾ 2022 ਦੇ ਵਿੱਚ ਸੁਪਰੀਮ ਕੋਰਟ ਨੇ ਬੜਾ ਮਾੜਾ ਫੈਸਲਾ ਦਿੱਤਾ ਸੀ, ਜੇ ਕਦੇ ਉਦੋਂ ਹੀ ਫੈਸਲਾ ਉਲਟਾ ਦਿੱਤਾ ਜਾਂਦਾ ਤੇ ਅੱਜ ਤੰਗ ਨਾ ਹੋਣਾ ਪੈਂਦਾ। ਸੋ ਮੈਨੂੰ ਲੱਗਦਾ ਵਕਤ ਦੀ ਗੱਲ ਹੈ, ਵਕਤ ਜਦੋਂ ਜਿਹਦੇ ਤੇ ਜਿਹੋ ਜਿਹਾ ਆਉਂਦਾ ਉਹੋ ਜਿਹੇ ਹਿਸਾਬ ਨਾਲ ਅਗਲਾ ਬਿਆਨ ਦੇਈ ਜਾਂਦਾ ਰਹਿੰਦਾ ਜੀ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ। ਹੁਣ ਆਪਾਂ ਪੰਜਾਬ ਦੇ ਖੇਤਾਂ ਵਾਲੇ ਪਾਸੇ ਨੂੰ ਤੁਰਨਾ ਹੈ, ਫਸਲਬਾੜੀ ਵਾਲੇ ਪਾਸੇ ਨੂੰ। ਬੜੀ ਵਾਰ ਪੰਜਾਬ ਦੇ ਲੋਕਾਂ ਤੇ ਇਲਜ਼ਾਮ ਲੱਗਦਾ ਕਿ ਝੋਨਾ ਬੀਜਦੇ ਆ, ਕਣਕ ਬੀਜਦੇ ਆ, ਝੋਨਾ ਵੱਡਾ ਹੁੰਦਾ, ਕਣਕ ਵੱਡੀ ਹੁੰਦੀ ਹੈ, ਝੋਨਾ ਕਣਕ ਵੱਢਦੇ ਆ, ਉਹਦੇ ਤੋਂ ਬਾਅਦ ਨਾੜ ਨੂੰ, ਘਾਹ ਫੂਸ ਨੂੰ, ਉਹਨਾਂ ਦੀ ਪਰਾਲੀ ਨੂੰ ਅੱਗ ਲਾ ਦਿੰਦੇ ਆ ਤੇ ਸਿੱਧਾ ਧੂਆਂ ਦਿੱਲੀ। ਸੈਟੇਲਾਈਟ ਤੋਂ ਨਾਸਾ ਵਾਲੇ ਤਸਵੀਰਾਂ ਭੇਜਦੇ ਆ ਤੇ ਉਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਕਿ ਆ ਵੇਖੋ ਬਈ। ਬਾਕੀ ਸਾਰੇ ਭਾਰਤ ਦੇ ਵਿੱਚ ਥੋੜ੍ਹਾ ਜਿਹਾ ਚੀਨ ਦਿਖਾਉਂਦੇ ਆ, ਥੋੜਾ ਪਾਕਿਸਤਾਨ ਦਿਖਾਉਂਦੇ ਆ, ਨੇਪਾਲ ਦਿਖਾਉਂਦੇ ਆ ਕਿ ਸਾਰੇ ਪਾਸੇ ਠੀਕ ਹੈ। ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਭਾਰਤ ਦੇ ਵਿੱਚ ਆ ਦੇਖੋ ਧੂਆਂ, ਜਹਾਂ पे सब ਧੂਆਂ ਹੈ ਕਿ ਉੱਥੇ ਧੂਆਂ ਹੈ। ਇਲਜ਼ਾਮ ਲੱਗਣ ਲੱਗ ਪੈਂਦਾ ਕਿ ਇਹ ਪ੍ਰਦੂਸ਼ਣ ਕਰਦੇ ਆ।
ਫਿਰ ਚਰਚਾ ਚੱਲੀ। ਮਨਪ੍ਰੀਤ ਸਿੰਘ ਬਾਦਲ ਸਾਹਿਬ ਫਾਈਨਾਂਸ ਮਿਨਿਸਟਰ ਹੁੰਦੇ ਸੀ, ਵਿੱਤ ਮੰਤਰੀ ਪੰਜਾਬ ਸਰਕਾਰ। ਉਹ ਕਹਿੰਦੇ ਪਰਾਲੀ ਦੀ ਕਿਹੜੀ ਗੱਲ ਹੈ, ਬੰਗਲੌਰ ਦੀ ਇੱਕ ਕੰਪਨੀ ਦੇ ਨਾਲ ਕੰਮ ਹੋ ਗਿਆ ਸਾਡਾ, ਉੱਥੇ ਕੂੜੇ ਕਰਕਟ ਦਾ ਪ੍ਰਬੰਧਨ ਕਰਦੇ ਆ, ਇੱਥੇ ਉਹਨਾਂ ਨੇ ਹਰ ਇੱਕ ਬਲਾਕ ਦੇ ਵਿੱਚ ਆਪਣਾ ਇੱਕ ਪਲਾਂਟ ਲਾ ਦੇਣਾ, ਪਰਾਲੀ ਤਾਂ ਲੋਕ ਡਾਂਗਾਂ ਫੜ ਕੇ ਆਪਣੇ ਖੇਤਾਂ ਦੇ ਵਿੱਚ ਰੱਖਿਆ ਕਰਿਆ ਕਰਨਗੇ, ਕੋਈ ਚੋਰੀ ਨਾ ਚੱਕ ਕੇ ਲੈ ਜਾਵੇ, ਕਿਉਂਕਿ ਕੰਪਨੀ ਨੇ ਆਪ ਆ ਕੇ ਉਹਦੀਆਂ ਭਰੀਆਂ ਬਣਾਉਣੀਆਂ, ਢੇਰੀਆਂ ਬਣਾਉਣੀਆਂ, ਆਪ ਚੱਕ ਕੇ ਲਿਜਾਣੇ ਆ, ਪੈਸੇ ਕਿਸਾਨਾਂ ਨੂੰ ਦੇਣੇ ਆ। ਮਨਪ੍ਰੀਤ ਸਿੰਘ ਬਾਦਲ ਸਾਹਿਬ ਵਿੱਤ ਮੰਤਰੀ ਨਹੀਂ ਰਹੇ, ਮਨਪ੍ਰੀਤ ਸਿੰਘ ਬਾਦਲ ਸਾਹਿਬ MLA ਵੀ ਨਹੀਂ ਰਹੇ, ਮਨਪ੍ਰੀਤ ਸਿੰਘ ਬਾਦਲ ਸਾਹਿਬ ਵੈਸੇ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਬਾਅਦ ਬਹੁਤਾ ਦੇਖਿਆ ਹੀ ਕਿਸੇ ਨਹੀਂ, ਤੇ ਨਾ ਹੀ ਉਹ ਚੀਜ਼ਾਂ ਦੇਖੀਆਂ, ਉਹ ਪਲਾਂਟ ਦੇਖੇ, ਨਾ ਉਹ ਦੱਖਣ ਭਾਰਤ ਦੀ ਕੰਪਨੀ ਦਾ ਉਹ ਸਾਰਾ ਕੰਮ ਕਰ ਦੇਖਿਆ ਜਿਹਦੇ ਬਾਰੇ ਦਾਅਵਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਕੀਤਾ ਸੀ ਕਿ ਪਰਾਲੀ ਦਾ ਪ੍ਰਬੰਧ ਅਸੀਂ ਐਂ ਕਰਨਾ। ਫਿਰ ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ, ਜਦੋਂ ਸੁਪਰੀਮ ਕੋਰਟ ਨੇ ਕੰਨ ਖਿੱਚੇ ਅਧਿਕਾਰੀਆਂ ਤੇ ਸਰਕਾਰਾਂ ਦੇ, ਅਗਲੇ ਕਹਿੰਦੇ ਜੀ ਅਸੀਂ ਪੈਸੇ ਦਿੱਤੇ, ਕੈਪਟਨ ਸਾਹਿਬ ਦੀ ਸਰਕਾਰ ਸੀ, ਅਸੀਂ ਨਗਦ ਪੈਸੇ ਦਿੱਤੇ ਆ, ਅਸੀਂ ਮਸ਼ੀਨਾਂ ਲਈ ਸਬਸਿਡੀ ਦਿੱਤੀਆਂ, ਲਿਸਟਾਂ ਬਣਾ ਕੇ ਭੇਜਤੀਆਂ, ਲੋਕ ਪੇਸ਼ ਕਰ ਦਿੱਤੇ ਥੋੜ੍ਹੇ ਜਿਹਾ ਕਿ ਇਹਨਾਂ ਨਗਦ ਪੈਸੇ ਦਿੱਤੇ ਆ। ਚਲੋ ਕੰਮ ਫਿਰ ਨਹੀਂ ਸੀ ਹੁੰਦਾ। ਹੁਣ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਹੈ, ਉਹਨਾਂ ਨੇ ਇੱਕ ਪ੍ਰਪੋਜ਼ਲ ਬਣਾਈ ਕਿ ਆਪਾਂ ਪ੍ਰਤੀ ਏਕੜ 2500 ਰੁਪਈਆ ਕਿਸਾਨਾਂ ਨੂੰ ਦਈਏ, 2500 ਰੁਪਈਆ ਹਰ ਇੱਕ ਖੇਤ ਦਾ, ਤੇ ਉਹ 2500 ਰੁਪਈਏ ਦੇ ਨਾਲ ਉਹਨਾਂ ਨੂੰ ਕਹੀਏ ਕਿ ਪਰਾਲੀ ਨੂੰ ਅੱਗ ਨਾ ਲਾਇਓ ਬਈ, ਤੁਸੀਂ ਆਪਦੀ ਪਰਾਲੀ ਸਾਂਭੋ ਬਈ। ਹੁਣ ਉਹਦੇ ਵਿੱਚ ਉਹ ਕਹਿੰਦੇ ਜੀ 500 ਰੁਪਈਆ ਤਾਂ ਪਾਊ ਪੰਜਾਬ ਸਰਕਾਰ, 500 ਰੁਪਈਆ ਪ੍ਰਤੀ ਏਕੜ ਦਊ ਦਿੱਲੀ ਸਰਕਾਰ, ਤੇ 1500 ਰੁਪਈਆ ਪ੍ਰਤੀ ਏਕੜ ਕੇਂਦਰ ਸਰਕਾਰ ਉਹਦੇ ਵਿੱਚ ਪਾਵੇ, ਜਾਨੀ ਕਿ ਸੂਬਾ ਸਰਕਾਰਾਂ ਦਾ ਹਿੱਸਾ 1000 ਰੁਪਈਆ, 1500 ਰੁਪਈਆ ਕੇਂਦਰ ਸਰਕਾਰ ਪਾਵੇ, ਆਪਾਂ ਉਹਨਾਂ ਕਿਸਾਨਾਂ ਨੂੰ ਇਹ ਰੁਪਈਏ ਦਈਏ ਜਿਹੜੇ ਪਰਾਲੀ ਨਾ ਸਾੜਨ, ਕਿਉਂਕਿ ਵੇ ਪਰਾਲੀ ਨਹੀਂ ਸਾੜਨੀ, ਖੇਤ ਵਾਹੁਣਾ ਪੈਣਾ, ਪਾਣੀ ਲਾਉਣਾ ਪੈਣਾ, ਡੀਜ਼ਲ ਫੂਕਣਾ ਪੈਣਾ, ਟਰੈਕਟਰ ਕਿਰਾਏ ਤੇ ਲਿਆਉਣਾ ਪੈਣਾ, ਥੋੜੀ ਵੱਧ ਪਾਵਰ ਵਾਲਾ ਟਰੈਕਟਰ ਚਾਹੀਦਾ। ਇਸ ਕਰਕੇ ਜੇ ਤਾਂ ਕਿਤੇ ਇਦਾਂ ਦਾ ਪ੍ਰਬੰਧ ਸੰਧਾਲੀਆ ਸਾਹਿਬ ਹੋ ਜਵੇ, ਕੇਂਦਰ ਸਰਕਾਰ ਮੰਨ ਜਾਏ, ਹਾਲਾਂਕਿ ਹੋ ਸਕਦਾ ਕਿਸਾਨ ਜਥੇਬੰਦੀਆਂ ਕਹਿਣ ਕਿ 5000 ਚਾਹੀਦਾ, 8000 ਚਾਹੀਦਾ, 10000 ਚਾਹੀਦਾ, ਪਰ ਅਜੇ ਤੱਕ 2500 ਵੀ ਕਦੇ ਨਹੀਂ ਮਿਲਿਆ। ਜੇ ਪ੍ਰਪੋਜ਼ਲ ਭੇਜੀ ਹੈ ਵਧੀਆ, ਜੇ ਦਿੱਲੀ ਸਰਕਾਰ ਵੀ ਵਿੱਚ 500 ਰੁਪਈਆ ਪਾਉਣ ਨੂੰ ਤਿਆਰ ਹੈ ਤਾਂ ਚੰਗਾ, ਜੇ ਪੰਜਾਬ ਸਰਕਾਰ ਕੱਲ੍ਹ ਨੂੰ 1000 ਵੀ ਪਾਉਣਾ ਹੋਵੇ ਪਾ ਦਿਓ, ਕੇਂਦਰ ਕਵੇ ਜੀ 1000 ਅਸੀਂ ਪਾਵਾਂਗੇ, 1000 ਸੂਬਾ ਸਰਕਾਰ ਪਾਵੇ, ਪਾ ਦਿਓ, ਕੋਈ ਗੱਲ ਨਹੀਂ, 500 ਦਿੱਲੀ ਵਾਲਿਆਂ ਦਾ ਲੈ ਲਿਓ, ਪਰ ਪਰਾਲੀ ਨੂੰ ਅੱਗ ਲਾਉਣ ਦੀ ਘਟਨਾ ਬੰਦ ਹੋਣੀ ਚਾਹੀਦੀ ਹੈ, ਕੱਲੀ ਵਾਤਾਵਰਣ ਦੇ ਪੱਖ ਤੋਂ ਨਹੀਂ। ਸੰਧਾਲੀਆ ਸਾਹਿਬ, ਪਿਛਲੇ ਦਿਨਾਂ 'ਚ ਹੀ ਆਪਾਂ ਦੇਖਿਆ ਸੀ ਨਾ ਕਿ ਸਕੂਲੀ ਬੱਚਿਆਂ ਵਾਲੀ ਇੱਕ ਬੱਸ ਡਿੱਗ ਪਈ, ਨਿੱਕੇ ਨਿੱਕੇ ਵੋਟ ਭਰ ਬੱਚੇ ਸੀ ਵਿਚਾਰੇ, ਕਿਸੇ ਦੀ ਪਿੱਠ ਤੇ ਸੇਕ ਲੱਗਾ, ਕਿਸੇ ਦੀ ਲੱਤ ਤੇ ਸੇਕ ਲੱਗਾ, ਕਰਲਾਉਂਦੇ ਫਿਰਦੇ ਸੀ। ਠੀਕ ਹੈ ਗੱਲ। ਇੱਥੇ ਤੇ ਆਪਾਂ ਇੱਕ ਬੇਨਤੀ ਹੋਰ ਕਰ ਦਿੰਦੇ ਆ ਵੀ ਦੇਖੋ, ਜਿੱਦਾਂ 에ਅਰ ਕੁਆਲਿਟੀ ਕਮਿਸ਼ਨ ਵਾਲਿਆਂ ਦੇ ਕੋਲ ਇਹਨਾਂ ਨੇ ਆਪਣੀ ਇਹ ਫਾਈਲ ਭੇਜੀ ਹੈ, ਚਲੋ ਪਰਮਿਸ਼ਨ ਤੇ ਕੇਂਦਰ ਸਰਕਾਰ ਨੇ ਦੇਣੀ ਹੈ, ਜੇ ਹੈ ਇਹ ਪ੍ਰਪੋਜ਼ਲ ਹੀ ਵੀ 1500 ਰੁਪਈਆ ਜਿਹੜਾ ਜੀ ਉਹ ਕੇਂਦਰ ਸਰਕਾਰ ਦੇ ਦੇਵੇ, ਮੋਟਾ ਜਿਹਾ ਅੰਦਾਜ਼ਾ ਲਾਈਏ ਤੇ ਕੋਈ 1800 ਕਰੋੜ ਰੁਪਈਆ ਬਣਦਾ, ਜਿਹਦੇ ਚੋਂ 1000 ਕਰੋੜ ਜਾਂ ਉਤੋਂ ਥੋੜਾ ਜਿਹਾ ਵੱਧ ਕੇਂਦਰ ਸਰਕਾਰ ਨੂੰ ਦੇਣਾ ਪੈਣਾ, ਬਾਕੀ 800 ਕਰੋੜ ਜਿਹੜਾ ਉਹ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਮਿਲਾ ਕੇ ਦੇ ਦੂਗੀ, ਜੋ ਹੁਣ ਤੱਕ ਦੇ ਅੰਦਾਜ਼ੇ ਲਾਏ ਗਏ ਵੀ ਜਿੰਨੇ ਖੇਤਰ ਦੇ ਵਿੱਚ ਝੋਨਾ ਲੱਗਾ। ਇੱਥੇ ਇੱਕ ਗੱਲ ਤੇ ਹੈਗੀ ਆ ਵੀ ਜੇ ਕੇਂਦਰ ਸਰਕਾਰ ਪੰਜਾਬ ਨੂੰ ਦਊਗੀ ਤੇ ਕੇਂਦਰ ਸਰਕਾਰ ਹਰਿਆਣੇ ਨੂੰ ਛੱਡ ਲੂਗੀ, ਜਾਂ ਫਿਰ ਕੇਂਦਰ ਸਰਕਾਰ ਜਿਹੜਾ ਪੱਛਮੀ ਯੂਪੀ ਉੱਥੇ ਝੋਨਾ ਲੱਗਦਾ ਉਹਨੂੰ ਛੱਡ ਲੂਗੀ। ਹੋ ਸਕਦਾ ਵੀ ਉਹ ਇਸ ਮੁੱਦੇ ਤੇ ਵੀ ਆਖਣ ਵੀ ਭਾਈ ਜੇ ਅਸੀਂ ਇਹਨਾਂ ਸਟੇਟਾਂ ਨੂੰ ਦੇਣਾ ਤੇ ਫਿਰ ਤੁਹਾਨੂੰ ਕਿਉਂ ਦਈਏ, ਜਾਂ ਉਹਨਾਂ ਨੂੰ ਨਹੀਂ ਦੇਣਾ ਤੇ ਤੁਹਾਨੂੰ ਕਿਉਂ ਵੱਖਰਾ ਰੱਖ ਲਈ, ਯਾਨੀ ਕਿ ਕੁਝ ਵੀ ਐਕਸਕਿਊਜ਼ ਹੋ ਸਕਦਾ। ਪਰ ਇਹ ਪ੍ਰਪੋਜ਼ਲ ਕੁੱਲ ਮਿਲਾ ਕੇ ਅੱਛਾ। ਇਹਦੇ 'ਚ ਇੱਕ ਚੀਜ਼ ਹੋਰ ਆਪਾਂ ਬੇਨਤੀ ਕਰ ਦਈਏ ਵੀ ਪਿਛਲੇ ਸਮੇਂ 'ਚ ਵੀ ਆਪਾਂ ਗੱਲ ਕਰਦੇ ਰਹੇ ਹਾਂ, ਜੇ ਕੋਈ RTI ਪਾ ਕੇ ਪੁੱਛੇ, ਹੋ ਸਕਦਾ ਪਿਛਲੇ 7-8 ਸਾਲਾਂ ਦਾ ਕੋਈ ਰਿਕਾਰਡ ਇਹ ਨਿਕਲ ਆਵੇ ਵੀ ਇੰਨੇ 100 ਕਰੋੜ ਰੁਪਈਆ ਮਸ਼ਹੂਰੀਆਂ ਤੇ ਲੱਗ ਗਿਆ। ਮਸ਼ਹੂਰੀ ਕਾਹਦੀ? ਕਿਸਾਨ ਵੀਰੋ ਪਰਾਲੀ ਨੂੰ ਅੱਗ ਨਾ ਲਾਇਓ। ਟੈਲੀਵਿਜ਼ਨ ਤੇ ਕੋਈ ਆ ਕੇ ਦੱਸਦੇ ਨੇ ਭਾਈ ਸਾਹਿਬ, ਨਾ ਉਹਦੀ ਪੈਲੀ ਹੁੰਦੀ ਹੈ, ਨਾ ਉਹਨੂੰ ਪਤਾ ਹੁੰਦਾ ਪਰਾਲੀ ਕਿਹੜੀ ਚੀਜ਼ ਦੀ ਹੁੰਦੀ, ਕਲਾਕਾਰ ਭਾਈ ਸਾਹਿਬ ਹੁੰਦੇ, ਚਲੋ ਉਹਨੇ ਆਪਣਾ ਕੰਮ ਕੀਤਾ, ਬੱਸਾਂ ਦੇ ਪਿੱਛੇ ਲੱਗਾ ਹੁੰਦਾ, ਰੇਡੀਓ ਤੇ ਐਡ ਚੱਲੀ ਜਾਂਦੀ ਹੁੰਦੀ ਹੈ। ਉਹ ਜਿਹੜੀ ਐਡਵਰਟਾਈਜ਼ਮੈਂਟ ਹੈਗਾ ਉਹਦੇ ਤੇ ਪੈਸਾ ਬਚਾਇਆ ਜਾ ਸਕਦਾ, ਅਸੀਂ ਅੱਗੇ ਵੀ ਕਿਹਾ ਸੀ, ਕਿਉਂਕਿ ਜੇ ਪਿੰਡਾਂ ਦੇ ਵਿੱਚ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜੇ ਤੇ ਆਪਾਂ ਆਮ ਦੇਖਦੇ ਹੁੰਦੇ ਗੁਰੂ ਘਰ ਚੋਂ ਅਨਾਉਂਸਮੈਂਟ ਹੋ ਜਾਂਦੀ ਤੇ ਪਿੰਡ ਵਾਲੇ ਐ ਉਸੇ ਵੇਲੇ ਕੰਮ ਛੱਡ ਕੇ ਕਹਿੰਦੇ ਇੱਕ ਮਿੰਟ ਵੇ ਬੋਲੀ ਨਾ ਸੁਣ ਲਈਏ ਬਾਬਾ ਜੀ ਕੀ ਜਾਂਦੇ ਭਲਾ। ਉਹ ਕੰਮ ਜੇ ਸੌਖਾ ਤੇ ਉਹਦੇ ਨਾਲ ਪਿੰਡਾਂ 'ਚ ਅਨਾਉਂਸਮੈਂਟ ਕਰਾ ਲਿਓ, ਜਿਹੜਾ ਪੈਸਾ ਐਡਵਰਟਾਈਜ਼ਮੈਂਟ ਦੇ ਉੱਪਰ ਜਾਂ ਮਸ਼ਹੂਰੀਆਂ ਤੇ ਖਰਚ ਕਰਨਾ ਜਾਂ ਹੋਰ ਮੀਡੀਆ ਅਦਾਰਿਆਂ ਨੂੰ ਦੇਣਾ ਉਹ ਵੀ ਨਾ ਦਿੱਤਾ ਜਾਵੇ ਤੇ ਚੰਗੀ ਗੱਲ ਆ। ਉਹ ਰੁਪਈਆ ਬਚਾ ਕੇ ਜੇ ਐਤਕੀ ਮੰਨ ਲਓ ਕੇਂਦਰ ਸਰਕਾਰ ਕੁਛ ਬਾਂਹ ਫੜਦੀ ਹੈ, ਦਿੱਲੀ ਸਰਕਾਰ ਫੜੇ, ਕੁਛ ਪੰਜਾਬ ਸਰਕਾਰ ਕਰੇ, ਐਤਕੀ ਜੇ ਮੰਨ ਲਓ ਵੀ ਪਰਾਲੀ ਨੂੰ ਅੱਗ ਨਾ ਲੱਗੇ, ਸਾਹ ਥੋੜ੍ਹਾ ਜਿਹਾ ਸੌਖਾ ਆ ਜਾਵੇ ਤੇ ਇੱਕ ਤਰ੍ਹਾਂ ਨਾਲ ਇੱਕ ਐਗਜ਼ਾਮਪਲ ਸੈੱਟ ਹੋ ਜਾਣੀ ਹੈ ਵੀ ਕੀਤਾ ਜਾ ਸਕਦਾ ਜੇ ਸਰਕਾਰਾਂ ਧਿਆਨ ਦੇਣ ਤਾਂ। ਹੁਣ ਜੇ ਮੰਨ ਲਓ ਵੀ ਜੇ ਕਿਸੇ ਦੇ 10 ਏਕੜ ਵੀ ਜ਼ਮੀਨ ਆ, ਜੇ 2500 ਨੂੰ ਮਿਲ ਗਿਆ ਤਾਂ ਮਤਲਬ ਉਸ ਹਿਸਾਬ ਨਾਲ 25000 ਹੋ ਗਿਆ। ਜੇ 25000 ਦੇ ਵਿੱਚ ਅਗਲੇ ਨੂੰ ਕਹੋ ਵੀ ਤੂੰ ਪ੍ਰਬੰਧ ਕਰਨਾ ਪਰਾਲੀ ਦਾ, ਬੜੇ ਆਰਾਮ ਨਾਲ ਕੀਤਾ ਜਾ ਸਕਦਾ। ਸੋ ਆਈਡੀਆ ਵਧੀਆ,
ਗੱਲ ਹੁਣ ਇੰਨੀ ਆ ਵੀ ਕੇਂਦਰ ਸਰਕਾਰ ਅੱਗੋਂ ਕੀ ਜਵਾਬ ਦਿੰਦੀ ਹੈ। ਸੰਧਾਲੀਆ ਸਾਹਿਬ 200-400 500 ਰੁਪਈਆ ਕਿਸਾਨ ਨੂੰ ਵੀ ਪਾਉਣਾ ਪਵੇ ਨਾ ਪਰਾਲੀ ਸਾਂਭਣ ਦੇ ਲਈ 2500 ਸਰਕਾਰਾਂ ਦੇਣ ਤਾਂ ਉਹ ਪਾ ਲੈਣਗੇ। ਸਾਰੇ ਦਾ ਸਾਰਾ ਪੈਸਾ ਉਹਨਾਂ ਤੋਂ ਖਰਚ ਸਕਣਾ ਸੰਭਵ ਨਹੀਂ ਹੈ, ਇੰਨੀ ਕਪੈਸਿਟੀ ਨਹੀਂ ਹੈ ਉਹਨਾਂ ਦੀ। ਇਸ ਕਰਕੇ ਕੰਮ ਦਰੁਸਤ ਤਰੀਕੇ, ਚੰਗੀ ਸੋਚ ਹੈ, ਅਗਲੇ ਪਾਸੇ ਨੂੰ ਚੱਲੇ। ਸਾਨੂੰ ਕੇਂਦਰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਉਹ ਅੱਗੇ ਕਰਨਗੇ। ਇੱਕ ਤੁਸੀਂ ਜ਼ਿਕਰ ਕੀਤਾ ਸੀ ਕਿ ਕੀ ਬਾਕੀਆਂ ਨੂੰ ਨਹੀਂ ਦੇਣਗੇ। ਸੰਧਾਲੀਆ ਸਾਹਿਬ ਮੈਂ ਤਾਂ ਕਹਿੰਦਾ ਕਿ ਚਿੱਠੀ ਪਾ ਦੇਣ ਕੇਂਦਰ ਵਾਲੇ ਕਿ ਭਾਈ ਸਾਨੂੰ ਪੰਜਾਬ ਦੀ ਇੱਕ ਪ੍ਰਪੋਜ਼ਲ ਆਈ ਆ ਬਹੁਤ ਵਧੀਆ, ਇਸ ਕਰਕੇ ਹਰਿਆਣੇ ਤੇ ਯੂਪੀ ਵਾਲਿਓ ਜਾਂ ਭਾਰਤ ਦੇ ਕਿਸੇ ਵੀ ਸੂਬੇ ਵਾਲਿਓ, ਕੀ ਤੁਸੀਂ ਇੰਨੇ % ਰੁਪਈਏ ਕੋਲੋਂ ਪਾਉਨੇ ਹੋ? ਜੇ ਪਾਉਨੇ ਹੋ ਤਾਂ ਸਕੀਮ ਭਾਵੇਂ ਪੰਜਾਬ ਨੇ ਪ੍ਰਪੋਜ਼ਲ ਦੇ ਰੂਪ 'ਚ ਭੇਜੀ, ਅਸੀਂ ਤੁਹਾਡੇ ਵੀ ਲਾਗੂ ਕਰ ਦਿਆਂਗੇ। ਕਿੱਡੀ ਕੁ ਵੱਡੀ ਗੱਲ ਹੈ। ਮੈਂ ਤਾਂ ਕਹਿੰਦਾ ਨਾਲ ਕਸੂਤੇ ਫਸਾ ਲਓ ਆਮ ਆਦਮੀ ਪਾਰਟੀ ਵਾਲਿਆਂ ਨੂੰ। ਉਹਨਾਂ ਦੀ ਦਿੱਲੀ ਸਰਕਾਰ ਨੂੰ ਵੀ ਕੇਂਦਰ ਲਿਖਦਾ ਹੈ ਕਿ ਤੁਸੀਂ ਪੰਜਾਬ ਨੂੰ ਦਿੱਤੇ ਆ ਜੀ ਪੈਸੇ, ਦੇਣਾ ਚਾਹੁੰਦੇ ਹੋ, ਹਰਿਆਣਾ ਵਾਲਿਆਂ ਨੂੰ ਦਿਓਗੇ, ਯੂਪੀ ਵਾਲਿਆਂ ਨੂੰ ਦਿਓਗੇ, ਜੇ ਦਿਓਗੇ ਤਾਂ ਅਸੀਂ ਉਧਰਲੇ ਪਾਸੇ ਵੀ ਲਾਗੂ ਕਰ ਦਿੰਦੇ ਹਾਂ। ਪਿਛਾਂ ਹਟਣ ਦੀ ਜਗ੍ਹਾ ਦੇ ਉੱਤੇ ਅਗਲੇ ਨੂੰ ਬਲਾਮੇ 'ਚ ਲੈ ਕੇ ਆਓ, ਸਾਰਾ ਮਸਲਾ ਹੀ ਹੱਲ ਹੋ ਜਾ ਸੰਧਾਲੀਆ ਸਾਹਿਬ। ਤੇ ਜੇ ਇਹ ਕਹਿ ਕੇ ਪਰੇ ਭੱਜਿਆ ਜਾਊਗਾ ਕਿ ਨਹੀਂ ਭਾਈ ਇੰਨੇ ਪੈਸੇ ਕਿੱਥੇ, ਅਸੀਂ ਬਾਕੀਆਂ ਨੂੰ, ਜੇ ਧੂਆਂ ਹੁੰਦਾ, ਜੇ ਪ੍ਰਦੂਸ਼ਣ ਹੁੰਦਾ, ਜੇ ਉਹਦੇ ਨਾਲ ਬਿਮਾਰੀਆਂ ਫੈਲਦੀਆਂ, ਜੇ ਉਹਦੇ ਨਾਲ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ, ਸਟੈਪ ਲੈਣਾ ਚਾਹੀਦਾ, ਘਾਟ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ ਠੀਕ ਆ। ਬਾਕੀ ਚਲੋ ਇਹ ਹੁਣ ਆਪਾਂ ਨੂੰ ਉਡੀਕਣਾ ਪੈਣਾ ਵੀ ਅੱਗੋਂ ਜਵਾਬ ਆਉਂਦਾ ਕੀ ਆ। ਪਰ ਦੂਜੇ ਪਾਸੇ ਜਿਹੜਾ 19 ਤਰੀਕ ਨੂੰ ਇੱਕ ਤਰ੍ਹਾਂ ਦਾ ਜਵਾਬ ਲਿਖ ਕੇ ਦੇ ਗਏ ਸੀ ਏਜੀ ਸਾਹਿਬ ਅਨਮੋਲ ਰਤਨ ਸਿੱਧੂ ਹੁਰੀ, ਉਹ ਕਹਿੰਦੇ ਸੀ ਵੀ ਨਹੀਂ ਜੀ ਮੇਰੀਆਂ ਕੁਛ ਆਪਣੀਆਂ ਮਜਬੂਰੀਆਂ ਨੇ, ਪ੍ਰੀ ਆਕੂਪੇਸ਼ਨਸ ਨੇ, ਇਸ ਕਰਕੇ ਹੁਣ ਏਜੀ ਰਹਿਣਾ ਮੇਰੇ ਲਈ ਔਖਾ ਹੈ, ਤੇ ਵੈਸੇ ਜੇ ਕੋਈ ਕੰਮ ਤੁਸੀਂ ਆਖੋਗੇ ਤੇ ਆਪਾਂ ਤੁਹਾਡੇ ਨਾਲ ਕਰਾ ਦਿਆ ਕਰਾਂਗੇ। ਉਹਨੂੰ ਲੈ ਕੇ ਹੁਣ ਵਾਹਵਾ ਰੌਲਾ ਰੱਪਾ ਜਿਹਾ ਪਈ ਜਾਂਦਾ। ਇੱਕ ਤੇ ਇਹ ਸੁਣ 'ਚ ਆਇਆ ਵੀ ਸ਼ਾਇਦ ਭਗਵੰਤ ਮਾਨ ਸਾਹਿਬ ਨੇ ਹੁਣ ਕੇਜਰੀਵਾਲ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਹੈ ਵੀ ਮਹਾਰਾਜ ਆਹ ਕੇਸ ਇੱਦਾਂ ਹੋ ਗਿਆ, ਕਿਉਂਕਿ ਬੜੀ ਆਸ ਉਮੀਦ ਕੀਤੀ ਜਾਂਦੀ ਸੀ ਵੀ ਸਿੱਧੂ ਸਾਹਿਬ ਅੱਛਾ ਕੰਮ ਕਰ ਰਹੇ ਨੇ, ਤੇ ਬਹੁਤ ਸਾਰੇ ਕੇਸ ਜਿਹੜੇ ਬੜੇ ਚਿਰ ਤੋਂ ਕਹਿੰਦੇ ਸੀ ਸਰਕਾਰ ਹਾਰਤੀ ਜਾਂਦੀ ਆ, ਉਹਨਾਂ ਦੇ ਵਿੱਚ ਵੀ ਹੌਲੀ ਹੌਲੀ ਆਸ ਵੱਜਣ ਲੱਗੀ ਸੀ ਵੀ ਸ਼ਾਇਦ ਕੰਮ ਸਹੀ ਹੋ ਜਾਵੇ। ਕਨਸੂਆਂ ਬੜੀਆਂ ਨੇ ਵੀ ਕੋਈ ਕਾਰਨ ਦੱਸਦਾ, ਕੋਈ ਕੁਛ ਕਾਰਨ ਦੱਸਦਾ, ਕਾਰਨ ਕੀ ਹੈ ਜਦ ਤੱਕ ਸਾਹਮਣੇ ਨਹੀਂ ਆਉਂਦਾ, ਕਨਫਰਮ ਨਹੀਂ ਹੁੰਦਾ, ਆਪਾਂ ਕੋਈ ਅੰਦਾਜ਼ਾ ਲਾ ਨਹੀਂ ਸਕਦੇ। ਪਰ ਜਿੱਦਾਂ ਹੁਣ ਇਹ ਵੀ ਕਿਹਾ ਗਿਆ ਵੀ ਹੁਣ ਨਾਲ ਕਿਹੜੇ ਬੰਦਿਆਂ ਦੀ ਟੀਮ ਲਾਈ ਜਾਣੀ ਹੈ ਜੀ, ਉਹਦੇ 'ਤੇ ਵੀ ਵਿਚਾਰਾਂ ਗੋਸ਼ਟੀਆਂ ਹੋ ਰਹੀਆਂ ਨੇ। ਚਲੋ ਜੇ ਕਿਤੇ ਇੱਥੇ ਹੀ ਘੁੰਡੀ ਸੀਗੀ ਤੇ ਇਹ ਘੁੰਡੀ ਪਹਿਲਾਂ ਠੀਕ ਕਰ ਲਈ ਜਾਂਦੀ ਤੇ ਚੰਗੀ ਗੱਲ ਸੀ। ਹੁਣ ਜੇ ਗਾਂਹ ਵੀ ਉਸ ਘੁੰਡੀ ਦਾ ਕਰਕੇ ਕੋਈ ਰਫੜ ਨਾ ਪਵੇ, ਇਸ ਕਰਕੇ ਉਹ ਜੇ ਕਰ ਲਿਆ ਜਾਵੇ ਤਾਂ ਜ਼ਿਆਦਾ ਵਧੀਆ। ਸੰਧਾਲੀਆ ਸਾਹਿਬ ਫੈਸਲੇ ਕਰਨ ਤੋਂ ਪਹਿਲਾਂ ਸੋਚਣਾ ਚੰਗਾ, ਫੈਸਲੇ ਕਰਕੇ ਵਾਪਸ ਲੈਣੇ ਤਾਂ ਫਿਰ ਅਕਸ ਦੇ ਉੱਤੇ ਧੱਬਾ ਜਿਹਾ ਲੱਗਦਾ ਹੈ। ਬੜੀ ਵਾਰੀ ਸਿਆਣੇ ਕਹਿੰਦੇ ਹੁੰਦੇ ਆ ਕਿ ਪਹਿਲਾਂ ਤੋਲੋ ਫੇਰ ਬੋਲੋ, ਬੋਲ ਕੇ ਨਾ ਤੋਲੋ, ਫਿਰ ਤੀਰ ਕਮਾਨੋਂ ਨਿਕਲ ਜਾਂਦਾ, ਫਿਰ ਵਾਪਸ ਨਹੀਂ ਆ ਸਕਦਾ, ਨੁਕਸਾਨ ਕਰ ਸਕਦਾ। ਚਲੋ ਠੀਕ ਹੈ, ਨਵੇਂ ਬੰਦੇ ਨੇ, ਸਰਕਾਰ ਉਹਨਾਂ ਦੀ ਪਹਿਲੀ ਵਾਰੀ ਬਣੀ ਹੈ, ਫੈਸਲੇ ਲੈਣ ਦੀ ਸ਼ਕਤੀ ਹੌਲੀ ਹੌਲੀ ਡਿਵੈਲਪ ਹੁੰਦੀ ਹੈ, ਪਰ ਇੱਦਾਂ ਨਹੀਂ। ਹੁਣ ਤੁਸੀਂ ਦੇਖੋ ਕਈ RTI ਐਕਟਿਵਿਸਟ ਨੇ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਾਣਕਾਰੀਆਂ ਹਾਸਲ ਕਰਕੇ ਲੋਕਾਂ 'ਚ ਜਾਗਰੂਕਤਾ ਫੈਲਾਉਂਦੇ ਆ, ਸਰਕਾਰਾਂ ਨੂੰ ਥਾਂ ਸਿਰ ਰੱਖਦੇ ਆ। ਉਹਨਾਂ ਨੇ ਕਿਹਾ, ਵਿਰੋਧੀ ਪਾਰਟੀਆਂ ਨੇ ਕਿਹਾ, ਹੁਣ ਅਨਮੋਲ ਰਤਨ ਸਿੱਧੂ ਹੋਰੀ ਏਜੀ ਦੇ ਅਹੁਦੇ ਤੋਂ ਲਾਂਭੇ ਹੋ ਗਿਆ, ਨਵੇਂ ਲਾਤੇ ਕਈ ਸਾਹਿਬ। ਉਹਨਾਂ ਦੇ ਬਾਰੇ ਚਰਚਾ ਇਹ ਚੱਲਦੀ ਹੈ ਕਿ ਉਹ ਸਾਬਕਾ DGP ਸੁਮੇਧ ਸੈਣੀ ਦਾ ਕੇਸ ਲੜਦੇ ਰਹੇ ਆ ਸਰਕਾਰ ਦੇ ਖਿਲਾਫ। ਚਰਚਾ ਇਹ ਵੀ ਚੱਲਦੀ ਰਹੀ ਕਿ ਜਿਹੜੀ ਪੰਚਕੂਲੇ ਦੇ ਵਿੱਚ ਹਿੰਸਾ ਹੋਈ ਸੀ, ਉੱਥੇ ਵੀ ਡੇਰਾ ਪ੍ਰੇਮੀਆਂ ਵੱਲੋਂ ਕੇਸ ਉਹਨਾਂ ਨੇ ਲੜਿਆ। ਚਰਚਾ ਇਹ ਵੀ ਚੱਲਦੀ ਸੀ ਕਿ ਸਿਮਰਜੀਤ ਬੈਂਸ ਹੋਰੀ ਹੋਣ, ਸੰਗਤ ਸਿੰਘ ਗਿਲਜੀਆਂ ਹੋਰੀ ਹੋਣ, ਕੇਸ ਉਹ ਲੜਦੇ ਆ। ਰਾਮ ਰਹੀਮ ਦੇ ਵਕੀਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਇਹ ਤਾਂ ਕਈ ਸਭ ਦੱਸ ਸਕਦੇ ਆ ਜਾਂ ਕੋਈ ਹੋਰ ਉਹਨਾਂ ਦਾ ਸਮਰਥਕ ਵਿਰੋਧੀ ਦੱਸ ਸਕਦਾ ਕਿ ਇਹ ਗੱਲਾਂ ਸੱਚੀਆਂ, ਪਰ ਚਰਚਾ ਇਹ ਚੱਲ ਪਈ ਕਿ ਜਿਹੜੇ ਵੱਖ-ਵੱਖ ਕੇਸਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਪੈਰਵਾਈ ਕੀਤੀ ਤੇ ਪੈਰਵਾਈ ਕਰਕੇ ਸਫਲਤਾ ਹਾਸਲ ਕੀਤੀ ਹੈ, ਤਾਂ ਕੀ ਐਡਵੋਕੇਟ ਜਨਰਲ ਦੇ ਰੂਪ ਦੇ ਵਿੱਚ ਇਹ ਠੀਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਦਾ ਪੱਖ ਰੱਖ ਸਕਣਗੇ ਕਿ ਦੂਜੇ ਪਾਸੇ ਵਾਲਿਆਂ ਦੇ ਨਾਲ ਆਪਾਂ ਨਹੀਂ ਕਹਿੰਦੇ? ਦੇਖੋ ਵਕੀਲ ਨੇ, 100 ਬੰਦੇ ਨੇ ਕੇਸ ਲੈ ਕੇ ਆਉਣਾ, ਅਗਲਿਆਂ ਫੀਸ ਲੈਣੀ, ਕੇਸ ਲੜਨਾ, ਪਰ ਫਿਰ ਵੀ ਬਚਿਆ ਜਾਂਦਾ ਤਾਂ ਚੰਗਾ ਸੀ, ਕਿਉਂਕਿ ਬੇਅਦਬੀ ਦਾ ਕੇਸ ਸਭ ਤੋਂ ਵੱਡਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੈ। ਜੇ ਉਸੇ ਬੇਅਦਬੀ ਵਾਲੇ ਕੇਸ ਜਾਂ ਉਹਨਾਂ ਕੇਸਾਂ ਦੇ ਨਾਲ ਸੰਬੰਧ ਰੱਖਦੇ ਕੇਸਾਂ ਦੇ ਵਿੱਚ ਇਹ ਪੰਜਾਬ ਸਰਕਾਰ ਦੇ ਖਿਲਾਫ ਦੂਜੀ ਧਿਰ ਵੱਲੋਂ ਪੇਸ਼ ਹੁੰਦੇ ਰਹੇ ਆ, ਫਿਰ ਰੌਲਾ ਪੈਣਾ। ਹਾਲਾਂਕਿ ਬੜੀ ਵਾਰੀ ਇਹ ਬਹਿਸ ਦਾ ਵਿਸ਼ਾ ਬਣਿਆ ਸੰਧਾਲੀਆ ਸਾਹਿਬ ਕਿ ਭਾਈ ਇੱਕ ਜਿਹੜਾ ਵਕੀਲ ਹੈ, ਲਾਇਰ ਹੈ, ਜਿਹੜਾ ਵਕਾਲਤ ਕਰਨ ਵਾਲਾ ਬੰਦਾ, ਕਿ ਉਹ ਜਦੋਂ ਕਿਸੇ ਦੋਸ਼ੀ ਬੰਦੇ ਵੱਲੋਂ ਜਾਂ ਕਥਿਤ ਦੋਸ਼ੀ ਬੰਦੇ ਵੱਲੋਂ ਕੇਸ ਲੜਦੇ ਆ, ਤੇ ਜੇ ਉਹਨਾਂ ਨੂੰ ਪਤਾ ਵੀ ਹੋਵੇ ਕਿ ਗਲਤੀ ਕੀਤੀ ਆ ਪਰ ਉਹਨੂੰ ਬਰੀ ਕਰਾਉਣ ਦੀ ਕੋਸ਼ਿਸ਼ ਕਰਨ ਕਿ ਕੀ ਉਹ ਠੀਕ ਹੈ, ਅਗਲਾ ਕਹਿੰਦਾ ਜੀ ਮੇਰੇ ਕੋਲੇ ਤਾਂ ਉਹ ਬੰਦਾ ਆਇਆ, ਮੈਂ ਬੰਦੇ ਦਾ ਵਕੀਲ ਹਾਂ। ਪਰ ਫਿਰ ਮਨੁੱਖਤਾ ਕਿੱਧਰਲੇ ਪਾਸੇ, ਬਰੀਕ ਜੀ ਰੇਖਾ ਹੈ। ਪਰ ਭਗਵੰਤ ਮਾਨ ਸਾਹਿਬ, ਵਧੀਆ ਗੱਲ ਹੈ, ਕੇਜਰੀਵਾਲ ਸਾਹਿਬ ਨੂੰ ਮਿਲੇ, ਤੁਹਾਡੀ ਪਾਰਟੀ ਦੇ ਕੌਮੀ ਕਨਵੀਨਰ ਨੇ, ਤੁਸੀਂ ਵੈਸੇ ਹੀ ਗਏ ਹੋਏ ਸੀ ਦਿੱਲੀ, ਪਰ ਫੈਸਲਾ ਕਿਹਨੇ ਲਿਆ, ਕਾਹਲੀ 'ਚ ਕਿਉਂ ਲਿਆ? ਚਰਚਾ ਤੇ ਵੀ ਚੱਲਦੀ ਹੈ ਜੀ ਉੱਪਰਲੇ ਪਾਸਿਓਂ ਪ੍ਰਭਾਵ ਪਿਆ ਤਾਂ ਇਹਨਾਂ ਨੂੰ ਲਾਇਆ।
ਹਰਮੀਤ ਸਿੰਘ ਕਾਲਕਰਾ ਨੇ ਕਿਹਾ ਕੇਜਰੀਵਾਲ ਸਾਹਿਬ ਤੁਸੀਂ ਚੇਤਾ ਰੱਖੋ ਪੰਜਾਬ ਦੇ ਲੋਕ ਸੁੱਤੇ ਨਹੀਂ, ਪੰਜਾਬ ਦੀ ਸੰਗਤ ਸੁੱਤੀ ਨਹੀਂ, ਪੰਜਾਬ ਦਾ ਵੋਟਰ ਸੁੱਤਾ ਨਹੀਂ। ਉਹਨਾਂ ਨੇ ਜੇ ਪਿਛਲਿਆਂ ਨੂੰ ਬਖਸ਼ਿਆ ਨਹੀਂ ਤਾਂ ਬਖਸ਼ਣਾ ਤੁਹਾਨੂੰ ਵੀ ਨਹੀਂ। ਫੈਸਲਾ ਨਾ ਹੁੰਦਾ ਤੇ ਕਿਸੇ ਹੋਰ ਪਾਸੇ ਗੱਲ ਜਾਣੀ ਸੀ, ਫੈਸਲਾ ਇਹ ਕਰ ਦਿੱਤਾ। ਉਹਦੇ ਤੋਂ ਬਾਅਦ ਹੁਣ ਚਾਰੇ ਪਾਸੇ ਰੌਲਾ ਰੱਪਾ ਪਿਆ, ਸਪਸ਼ਟੀਕਰਨ ਤੇ ਸਪਸ਼ਟੀਕਰਨ ਵੀ ਆ ਰਿਹਾ। ਨਹੀਂ ਵੈਸੇ ਤੇ ਉਜਰ ਇਤਰਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਇਆ। ਉਹ ਕਹਿੰਦੇ ਜੀ ਜਦੋਂ ਤੁਹਾਨੂੰ ਪਤਾ ਕਿ ਵੀ ਆਹ ਤਾਰਾਂ ਇਸ ਪਾਸੇ ਜੁੜਦੀਆਂ ਨੇ ਤੇ ਜਿਹੜੀ ਨਿਯੁਕਤੀ ਜੇ ਇਸ ਹਿਸਾਬ ਨਾਲ ਸਰਕਾਰ ਕਰਦੀ ਹੈ ਤੇ ਸਾਨੂੰ ਵੀ ਇਹ ਪਸੰਦ ਨਹੀਂ ਹੈ ਜਾਂ ਸਾਨੂੰ ਮਨਜ਼ੂਰ ਨਹੀਂ ਹੈ। ਸੋ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਸ਼ੁਰੂ ਕਰ ਦਿੱਤਾ। ਦੂਜੀ ਗੱਲ ਇਹ ਹੈ WhatsApp ਵੀ ਇੱਕ ਲਿਸਟ ਜੀ ਪਤਾ ਨਹੀਂ ਘੁੰਮਦੀ ਫਿਰਦੀ ਸੀ ਸੋਸ਼ਲ ਮੀਡੀਆ ਤੇ, ਕਹਿੰਦੇ ਜੀ ਆਹ ਬੰਦੇ ਨੇ ਇਹਨਾਂ ਨੂੰ Z+ ਸਿਕਿਉਰਿਟੀ ਦੇਤੀ ਐਂਡ ਉਸ ਲਿਸਟ ਦੇ ਵਿੱਚ ਕੇਜਰੀਵਾਲ ਸਾਹਿਬ ਦਾ ਵੀ ਨਾਂ ਸੀਗਾ ਐਂਡ ਲਿਖਿਆ ਉਹਨਾਂ ਨੂੰ ਕਨਵੀਨਰ ਆਪ ਪੰਜਾਬ। ਇਹ ਖਹਿਰਾ ਸਾਹਿਬ ਨੇ ਵੀ ਟਵੀਟ ਕੀਤੀ ਇਹ ਲਿਸਟ ਤੇ ਨਾਲ ਉਹਨਾਂ ਸਵਾਲ ਕਰ ਦਿੱਤਾ। ਉਹ ਕਹਿੰਦੇ ਇਹਦਾ ਮਤਲਬ ਫਿਰ ਭਗਵੰਤ ਮਾਨ ਹੋਰੀ ਹੁਣ ਪ੍ਰਧਾਨ ਨਹੀਂ ਹੈਗੇ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਦੇ ਇਕੱਲੇ ਮੁੱਖ ਮੰਤਰੀ ਨੇ। ਤੇ ਦੂਸਰੀ ਗੱਲ ਇਹ ਕਿ ਵੀ ਆਲਰੇਡੀ ਉਹਨਾਂ ਕੋਲ Z+ ਸਿਕਿਉਰਿਟੀ ਆ ਤੇ ਪੰਜਾਬ ਵਾਲੇ ਪਾਸੇ ਉਹਨਾਂ ਨੂੰ ਸਿਕਿਉਰਿਟੀ ਦੇਣ ਦੀ ਲੋੜ ਕੀ ਸੀ, ਇਹ ਤੇ ਖਜ਼ਾਨੇ ਤੇ ਭਾਰ ਆ। ਹਾਲਾਂਕਿ ਸੋਸ਼ਲ ਮੀਡੀਆ ਤੇ ਚੱਲਦੀ ਸੀ ਗੱਲ, ਸੋਸ਼ਲ ਮੀਡੀਆ ਤੋਂ ਵੇਖ ਕੇ ਉਹਨਾਂ ਨੇ ਇਲਜ਼ਾਮ ਲਾਏ। ਸਰਕਾਰ ਵਾਲੇ ਪਾਸਿਓਂ ਤਾਂ ਜਵਾਬ ਕੋਈ ਆਇਆ ਨਹੀਂ, ਪਰ ਹਾਂ ਪੰਜਾਬ ਪੁਲਿਸ ਵਾਲੇ ਪਾਸਿਓਂ ਜ਼ਰੂਰ ਜਵਾਬ ਆਇਆ। ਉਹਨਾਂ ਨੇ ਕਿਹਾ ਵੀ ਨਾ ਤਾਂ ਇਹੋ ਜਿਹੀ ਕੋਈ ਲਿਸਟ ਅਸੀਂ ਜਾਰੀ ਕੀਤੀ ਆ ਤੇ ਨਾ ਹੀ ਇਹੋ ਜਿਹੀ ਕਿਸੇ ਲਿਸਟ ਦੇ ਨਾਲ ਪੰਜਾਬ ਪੁਲਿਸ ਦਾ ਕੋਈ ਨਾਤਾ ਹੈਗਾ। ਇਹ ਜੋ ਲਿਸਟ ਜਿਵੇਂ ਦੀ ਵੀ ਲਿਸਟ ਹੈ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ, ਅਧਿਕਾਰਤ ਲਿਸਟ ਇਹ ਨਹੀਂ ਹੈਗੀ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਅਧਿਕਾਰਤ ਲਿਸਟ ਨਹੀਂ ਆ ਇਹ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਪਰੋਸਦੇ ਹੋ, ਇੱਕ ਨਾ ਡਾਡਾਂ ਤੇ ਕਢਾ ਹੀ ਦਿੰਦੀ ਕਿ ਨਹੀਂ ਲਿਸਟ। ਸੰਧਾਲੀਆ ਸਾਹਿਬ ਇਹ ਤਾਂ ਹੁਣ ਜਿੰਨੇ ਕੁ ਲੋਕ ਪੰਜਾਬ ਪੁਲਿਸ ਦਾ ਸਪਸ਼ਟੀਕਰਨ ਸੁਣਨਗੇ ਉਨੇ ਕੁ ਨੂੰ ਪਤਾ ਲੱਗ ਜੂ ਕਿ ਖਬਰ ਹੋਰ ਤਰੀਕੇ ਸੀ। ਜਿਨ੍ਹਾਂ ਨੇ ਨਾ ਸੁਣਿਆ ਉਹਨਾਂ ਦੇ ਮਨ ਦੇ ਵਿੱਚ ਇਹੀ ਰਹੂਗਾ ਕਿ ਭਾਈ Z+ ਸਿਕਿਉਰਿਟੀ ਦਿੱਤੀ ਤੇ ਅਸੀਂ ਨਹੀਂ ਦਾਅਵਾ ਕਰਦੇ ਕਿ ਦਿੱਤੀ ਹੈ ਕਿ ਨਹੀਂ ਦਿੱਤੀ। ਪਰ ਇੱਕ ਗੱਲ ਹੈਗੀ ਹੈ, ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ ਕਿ ਜੇ ਤਾਂ ਪੰਜਾਬ ਸਰਕਾਰ ਉਨੀ ਕੁ ਸਿਕਿਉਰਿਟੀ ਕੇਜਰੀਵਾਲ ਸਾਹਿਬ ਨੂੰ ਦਿੰਦੀ ਹੈ ਜਿੰਨੀ ਸਿਕਿਉਰਿਟੀ ਕਿਸੇ ਹੋਰ ਸੂਬੇ ਦੇ CM ਨੂੰ, ਮੁੱਖ ਹਿਮਾਚਲ ਦਾ ਆ ਜਾ, ਹਰਿਆਣਾ ਦਾ ਆ ਜਾ, ਰਾਜਸਥਾਨ ਦਾ ਆ ਜਾ, ਉੱਥੋਂ ਆਏ ਹੋਏ ਮੁੱਖ ਮੰਤਰੀ ਨੂੰ ਜਿੰਨੀ ਸੁਰੱਖਿਆ ਪ੍ਰਦਾਨ ਕਰਦੀ ਹੈ, ਜੇ ਤਾਂ ਉਨੀਓ ਹੀ ਸੁਰੱਖਿਆ ਅਰਵਿੰਦ ਕੇਜਰੀਵਾਲ ਨੂੰ ਆ ਤਾਂ ਕੋਈ ਗੱਲ ਨਹੀਂ, ਫਿਰ ਬਰਾਬਰ ਹੈ। ਪਰ ਜੇ ਸੱਚੀ ਮੁੱਚੀ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਕਨਵੀਨਰ ਦੱਸ ਕੇ Z+ ਸਿਕਿਉਰਿਟੀ ਦੇਤੀ ਤਾਂ ਦਿੱਲੀ 'ਚ ਉਹਨਾਂ ਦੇ ਕੋਲੇ ਹੋਰ ਸਿਕਿਉਰਿਟੀ ਆ, ਸਵਾਲ ਉੱਠਣਗੇ। ਕਿਉਂਕਿ ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਹੁੰਦੇ ਸੀ ਖਤਰਾ ਕਾਹਤੋਂ, ਅਸੀਂ ਸਰਕਾਰੀ ਗੱਡੀਆਂ ਨਹੀਂ ਲੈਣੀਆਂ, ਅਸੀਂ ਸਿਕਿਉਰਿਟੀ ਨਹੀਂ ਲੈਣੀ, ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚੋਂ ਆ ਤੇ ਜਦੋਂ ਸਧਾਰਨ ਪਰਿਵਾਰਾਂ ਦੇ ਵਿੱਚੋਂ ਹੁੰਨੇ ਆ ਤਾਂ ਖਤਰਾ ਕਾਹਦਾ, ਅਸੀਂ ਆਮ ਲੋਕਾਂ ਵਾਂਗੂ ਰਹਿਣਾ। ਕਿਉਂਕਿ ਪ੍ਰਗਟ ਸਿੰਘ ਹੋਰਾਂ ਨੇ ਵੀ ਇਤਰਾਜ਼ ਕੀਤਾ ਹੈ, ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇਤਰਾਜ਼ ਕੀਤਾ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਇਤਰਾਜ਼ ਕੀਤਾ ਹੈ ਤੇ ਕਾਗਜ਼ ਡਿਸਪਲੇ ਕੀਤੇ ਆ ਕਿ ਭਾਈ ਆ ਦੇਖੋ। ਕਿਉਂਕਿ ਉਹਨਾਂ ਦਾ ਦਾਅਵਾ ਹੈ, ਉਹ ਕਹਿੰਦੇ ਜੀ ਇੱਕ ਪਟੀਸ਼ਨ ਪਈ ਹੈ, ਇੱਕ ਕੇਸ ਲੱਗਾ, ਉਸ ਕੇਸ ਦੇ ਵਿੱਚ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੁਝ ਦਸਤਾਵੇਜ਼ ਦਿੱਤੇ ਆ ਤੇ ਉਹਨਾਂ ਦਸਤਾਵੇਜ਼ਾਂ ਦੇ ਵਿੱਚੋਂ ਕਹਿੰਦੇ ਜੀ ਸਾਨੂੰ ਇਹ ਪ੍ਰਾਪਤ ਹੋਇਆ ਕਿ ਆ ਦੇਖੋ ਲਿਸਟ ਹੈ ਤੇ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਸਿਕਿਉਰਿਟੀ ਪੰਜਾਬ ਸਰਕਾਰ ਨੇ ਜਿਹੜੀ ਉਹ ਦਿੱਤੀ ਹੈ। ਪੰਜਾਬ ਪੁਲਿਸ ਵਾਲੇ ਕਹਿੰਦੇ ਜੀ ਉਹ ਅਫੀਸ਼ੀਅਲ ਦਸਤਾਵੇਜ਼ ਹੀ ਨਹੀਂ, ਉਹ ਮੋਹਰ ਹੀ ਨਹੀਂ ਅਸਲੀ, ਕਿਸੇ ਨੇ ਆਪ ਹੀ ਲਿਸਟ ਲੁਸਟ ਬਣਾ ਕੇ ਟਾਈਪ ਕਰਕੇ ਮੁੜ ਕੇ ਪ੍ਰਿੰਟ ਕਰ ਦਿੱਤਾ, ਸੋਸ਼ਲ ਮੀਡੀਆ ਤੇ ਭੱਜੀ ਜਾਂਦੀ ਹੈ ਉਹ ਲਿਸਟ। ਇਦਾਂ ਦੀ ਗੱਲ ਹੀ ਕੋਈ ਨਹੀਂ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਸੰਧਾਲੀਆ ਸਾਹਿਬ ਜ਼ਰੂਰੀ ਹੈ। ਤੁਸੀਂ ਠੀਕ ਫਰਮਾਇਆ ਕਿ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਪਾ ਦਿਓ, ਸੋਸ਼ਲ ਮੀਡੀਆ ਦੇ ਉੱਤੇ ਤੁਸੀਂ 4 ਅੱਖਰ ਲਿਖ ਕੇ ਕਿਸੇ ਬਾਰੇ ਵੀ ਪਾ ਦਿਓ ਤੇ ਜੇ ਲੋਕ ਤੁਹਾਡੇ ਹੋਏ ਲਿਖੇ ਦਾ ਯਕੀਨ ਕਰ ਲੈਣ ਕਿ ਭਾਈ ਇਹ ਗੱਲ ਸੱਚੀ ਹੋਣੀ ਆ, ਫਿਰ ਤਾਂ ਜਿਹੜੇ ਮਰਜ਼ੀ ਬੰਦੇ ਦੇ ਕੱਪੜੇ ਪਾੜ ਦਿਓ, ਫਿਰ ਜਿਹੜੇ ਮਰਜ਼ੀ ਬੰਦੇ ਨੂੰ ਇਨਸਾਫ ਪਸੰਦ, ਜਿਹੜੇ ਮਰਜ਼ੀ ਬੰਦੇ ਨੂੰ ਬੇਇਨਸਾਫੀ ਪਸੰਦ ਕੁਝ ਵੀ ਘੋਸ਼ਿਤ ਕੀਤਾ ਜਾ ਸਕਦਾ। ਹੁਣ ਕੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪੰਜਾਬ ਵੱਲੋਂ ਸਿਕਿਉਰਿਟੀ ਦਿੱਤੀ ਗਈ ਹੈ ਕਿ ਨਹੀਂ ਦਿੱਤੀ ਗਈ, ਕਲੀਅਰ ਕਰੇ ਪੰਜਾਬ ਸਰਕਾਰ, ਖੁਦ ਪ੍ਰੈਸ ਕਾਨਫਰੰਸ ਕਰਕੇ ਕਲੀਅਰ ਕਰੇ ਕਿ ਦੋਸ਼ ਲੱਗੇ ਨੇ ਤੇ ਉਹਨਾਂ ਦੋਸ਼ਾਂ ਦਾ ਜਵਾਬ ਆਉਣਾ ਚਾਹੀਦਾ, ਨਹੀਂ ਤਾਂ ਪੰਜਾਬ ਦੇ ਲੋਕ ਕੁਝ ਹੋਰ ਸਮਝਣਗੇ। ਨਹੀਂ ਬਿਲਕੁਲ ਜਵਾਬ ਤੇ ਦੇਖੋ ਦੇਣਾ ਹੀ ਪੈਣਾ, ਜੇ ਜਵਾਬ ਨਾ ਦਿੱਤਾ ਤਾਂ ਫਿਰ ਅਗਲੇ ਕਹਿਣਗੇ ਭਾਈ ਸਾਹਿਬ ਹੁਣ ਜਵਾਬ ਦੀ ਨਹੀਂ ਹੈ ਸਰਕਾਰ। ਦੂਜੀ ਗੱਲ ਇਹ ਕਿ ਸੋਸ਼ਲ ਮੀਡੀਆ ਤੇ ਪਿਛਲੇ ਦਿਨ ਹੀ ਰੌਲਾ ਪੈ ਗਿਆ ਸੀ ਵੀ ਹੁਣ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਟਾਕਾ ਪੈ ਜੇ ਜੀ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਿੱਚੋਤਾਣ ਹੋ ਜੇ ਜੀ। ਸੋਸ਼ਲ ਮੀਡੀਆ ਤੇ ਵੀ ਚਰਚਾਵਾਂ ਅਫਵਾਹਾਂ ਫੈਲਾਤੀਆਂ ਗਈਆਂ ਸੀ ਵੀ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਸਤੀਫਾ ਦੇ ਦਿੱਤਾ ਜੀ, ਬਾਅਦ ਦੇ ਵਿੱਚ ਉਹ ਗੱਲਾਂ ਝੂਠੀਆਂ ਨਿਕਲੀਆਂ, ਆਪਾਂ ਸਾਰਿਆਂ ਨੂੰ ਪਤਾ। ਪਰ ਹੁਣ ਜਿਹੜੀ ਜਦੋਂ ਤੋਂ ਸਰਦਾਰ ਮਨਪ੍ਰੀਤ ਇਆਲੀ ਹੋਰਾਂ ਨੇ ਇਹ ਗੱਲ ਕੀਤੀ ਸੀ ਕਿ ਵੀ ਦੇਖੋ ਇਕਬਾਲ ਸਿੰਘ ਝੁੰਦਾ ਹੋਰਾਂ ਦੀ ਇੱਕ ਕਮੇਟੀ ਹੈ ਜੀ, ਉਸ ਕਮੇਟੀ ਨੇ ਇੱਕ ਰਿਪੋਰਟ ਦਿੱਤੀ ਹੈ, ਉਸ ਰਿਪੋਰਟ ਦੇ ਵਿੱਚ ਲੀਡਰਸ਼ਿਪ ਬਦਲਣ ਦੀਆਂ ਗੱਲਾਂ ਨੇ, 100 ਤੋਂ ਵੱਧ ਹਲਕਿਆਂ ਦੇ ਵਿੱਚ ਆਮ ਵਰਕਰਾਂ ਨਾਲ ਜਾ ਕੇ ਗੱਲਾਂ ਬਾਤਾਂ ਕੀਤੀਆਂ ਗਈਆਂ, ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਰੋਖੇ ਰੱਖਿਆ ਗਿਆ ਤੇ ਇਹ ਦੇਖਿਆ ਨਹੀਂ ਜਾ ਰਿਹਾ ਵੀ ਅਕਾਲੀ ਦਲ ਦੀ ਹਾਲਤ ਕਿਉਂ ਹੋਈ ਹੈ ਜੀ। ਮੈਂ ਨਾਰਾਜ਼ ਹਾਂ ਤੇ ਆਪਣੇ ਤੌਰ ਤੇ ਜਿਹੜੇ ਫੈਸਲੇ ਕੀਤੇ ਜਾ ਰਹੇ ਉਹਦਾ ਕਰਕੇ ਉਹਨਾਂ ਨੇ ਪਿਛਲੇ ਦਿਨੀ ਬਗਾਵਤ ਵੀ ਕੀਤੀ ਸੀ, ਇੱਕ ਤਰ੍ਹਾਂ ਨਾਲ ਉਹਨਾਂ ਨੇ ਬਾਈਕਾਟ ਵੀ ਕੀਤਾ ਸੀ ਰਾਸ਼ਟਰਪਤੀ ਦੀ ਚੋਣ ਦਾ। ਪਰ ਹੁਣ ਉਹੀ ਰਿਪੋਰਟ
ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਕੋਰ ਕਮੇਟੀ ਦੇ ਵਿੱਚ ਰੱਖੀ। ਇਕਬਾਲ ਸਿੰਘ ਝੁੰਦਾ ਸਾਹਿਬ ਵੀ ਸੀਗੇ, ਹੋਰ ਨਾਲ ਲੀਡਰ ਸਾਹਿਬਾਨ ਸੀਗੇ, ਤੇ ਉਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਵੀ ਉਸ ਰਿਪੋਰਟ ਦੇ ਵਿੱਚ ਬਿਲਕੁਲ ਵੀ ਇਹੋ ਜਿਹਾ ਨਹੀਂ ਹੈ ਕਿ ਲੀਡਰਸ਼ਿਪ ਬਦਲੀ ਜਾਵੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਸਤੀਫਾ ਦੇ ਦੇਣ, ਜੀ ਪ੍ਰਧਾਨਗੀ ਦਾ ਅਹੁਦਾ ਛੱਡ ਦੇਣ। ਇਸ ਤੋਂ ਇਲਾਵਾ ਸ਼ਾਇਦ ਕੋਈ 40-42 ਪੁਆਇੰਟ ਉਹ ਕਹਿੰਦੇ ਨੇ ਕਿ ਵੀ ਹੈਗੇ ਨੇ ਉਹਦੇ ਵਿੱਚ, ਐਂਡ ਉਹ ਸਾਰੇ ਦੇ ਸਾਰੇ ਜਿਹੜੇ ਪੁਆਇੰਟ ਨੇ ਉਹ ਕਹਿੰਦੇ ਕਿ ਵਰਕਰਾਂ ਦੇ ਕੋਲੋਂ ਆਏ ਨੇ, ਵਰਕਰਾਂ ਨੇ ਉਹ ਸਾਰੀਆਂ ਗੱਲਾਂ ਮਹਿਸੂਸ ਕਰਕੇ ਤੇ ਪਾਰਟੀ ਦੇ ਸੁਪਰੀਮ ਜਿਹੜੀ ਲੀਡਰਸ਼ਿਪ ਉਹਦੇ ਤੱਕ ਪਹੁੰਚਾਈਆਂ ਨੇ, ਤੇ ਅਸੀਂ ਉਹਦੇ ਹਿਸਾਬ ਨਾਲ ਜਿਹੜੀਆਂ ਚੇਂਜਿਸ ਨੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਗੱਲ ਹੈ ਵੀ ਚਰਚਾ ਕਿਸੇ ਹੋਰ ਪਾਸੇ ਚੱਲਦੀ ਸੀ, ਪਰ ਇਹ ਸਾਰੇ ਕੁਝ ਦੇ ਵਿੱਚੋਂ ਗੱਲ ਜਿਹੜੀ ਉਹ ਕੁਝ ਹੋਰ ਨਿਕਲੀ। ਸੰਧਾਲੀਆ ਸਾਹਿਬ, ਜਦੋਂ ਕੋਈ ਬੰਦਾ ਫੇਲ ਹੁੰਦਾ ਨਾ, ਜਦੋਂ ਕੋਈ ਜਥੇਬੰਦੀ ਫੇਲ ਹੁੰਦੀ ਹੈ, ਜਦੋਂ ਕੋਈ ਐਕਸ਼ਨ ਫੇਲ ਹੁੰਦਾ, ਕੋਈ ਪਾਰਟੀ ਹਾਰਦੀ ਹੈ, ਪੜਚੋਲ ਬਹੁਤ ਜ਼ਰੂਰੀ ਹੈ ਕਿ ਭਾਈ ਕੁਛ ਵਾਅਦੇ ਕੀਤੇ ਹੁੰਦੇ ਆ, ਦਾਅਵੇ ਕੀਤੇ ਹੁੰਦੇ ਆ ਕਿ ਸਰਕਾਰ ਤਾਂ ਸਾਡੀ ਵੱਟ ਤੇ ਪਈ ਹੈ, ਰੁਪਈਏ ਟਕੇ ਵੀ ਚੰਗੇ ਖਰਚੇ ਹੁੰਦੇ ਆ, ਇਹਦੇ ਬਾਵਜੂਦ ਵੀ ਜੇ ਹਾਰ ਪੱਲੇ ਪਵੇ ਤਾਂ ਇਹਦਾ ਮਤਲਬ ਹੈ ਕਿ ਕਹਾਣੀ ਕੁਝ ਹੋਰ ਹੈ। ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ, 2017 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਪੂਰੀ ਚੜ੍ਹਾਈ ਸੀ, ਲੱਗਦਾ ਸੀ ਕਿ ਸਰਕਾਰ ਵੱਟ ਤੇ ਪਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ, ਸੀਟਾਂ ਆਈਆਂ 20, 100 ਕਹਿੰਦੇ ਸੀ। ਉਹਦੇ ਤੋਂ ਬਾਅਦ ਇੱਕ ਬਹੁਤ ਵੱਡੀ ਚਰਚਾ ਚੱਲੀ ਸੀ ਕਿ ਆਮ ਆਦਮੀ ਪਾਰਟੀ ਨੂੰ ਪੜਚੋਲ ਕਰਨੀ ਚਾਹੀਦੀ ਸੀ। ਅਰਵਿੰਦ ਕੇਜਰੀਵਾਲ ਪਹਿਲਾਂ 3-3 ਦਿਨ ਹਫ਼ਤੇ ਦੇ ਵਿੱਚ ਪੰਜਾਬ 'ਚ ਲਗਾਤਾਰ ਲਾਉਂਦੇ ਸੀ, ਹੁਣ ਆਏ ਨਾ। ਫਿਰ ਕਿੰਨੇ ਬੰਦੇ ਟੁੱਟ ਕੇ ਚਲੇ ਗਏ। ਲੋਕ ਸਭਾ ਦੀ ਚੋਣ ਤੋਂ ਬਾਅਦ ਹੋਈ ਇੱਕੋ ਹੀ ਸੀਟ ਰਹਿ ਗਈ ਭਗਵੰਤ ਮਾਨ ਵਾਲੀ। ਹੁਣ ਜਦੋਂ ਕਾਂਗਰਸ ਪਾਰਟੀ ਹਾਰੀ ਹੈ, ਸਰਕਾਰ ਇਹਨਾਂ ਦੀ ਸੀ ਤੇ ਬੜੀ ਵੱਡੀ ਪੱਧਰ ਦੇ ਉੱਤੇ ਆਸ ਉਮੀਦ ਸੀ ਕਿ ਭਾਈ ਪੜਚੋਲ ਕਰਨਗੇ, ਗਲਤੀਆਂ ਸਵੀਕਾਰ ਕਰਨਗੇ। ਪਰ ਰਾਜਸਥਾਨ ਤੋਂ ਜਿਹੜੇ ਇੰਚਾਰਜ ਸਾਹਿਬ ਨੇ, ਉਹਨਾਂ ਨੇ ਜ਼ਰੂਰ 2-4 ਮੀਟਿੰਗਾਂ ਜੀਆਂ ਕੀਤੀਆਂ, ਵਰਕਰਾਂ ਨੂੰ ਪੁੱਛਿਆ ਕਿ ਨਹੀਂ ਪੁੱਛਿਆ ਪਤਾ ਨਹੀਂ, ਪਰ ਉਸ ਪੱਧਰ ਦੇ ਉੱਤੇ ਪੜਚੋਲ ਹੋਈ ਨਹੀਂ ਜਿਸ ਪੱਧਰ ਦੇ ਉੱਤੇ ਪੜਚੋਲ ਦੀ ਸੀ ਆਸ ਉਮੀਦ ਕਰਦੇ ਸੀ। ਹੋਰ ਦੇਖੋ, ਹੁਣ ਸੰਧਾਲੀਆ ਸਾਹਿਬ, ਅਕਾਲੀ ਦਲ, ਤੁਸੀਂ ਬਾਰ-ਬਾਰ ਜ਼ਿਕਰ ਕਰਦੇ ਹੁੰਦੇ ਆ ਕਿ ਲੋੜ ਹੈ ਇੱਕ ਖੇਤਰੀ ਪਾਰਟੀ ਦੀ ਪੰਜਾਬ 'ਚ, ਤੇ ਖੇਤਰੀ ਪਾਰਟੀ ਅਕਾਲੀ ਦਲ ਹੈ। ਇਮਾਨਦਾਰੀ ਨਾਲ ਚੱਲੇ, ਜੇ ਗਲਤੀਆਂ ਹੋਈਆਂ ਕਬੂਲ ਕਰਨੀਆਂ ਚਾਹੀਦੀਆਂ। ਚਲੋ ਅਕਾਲੀ ਦਲ ਹਰਿਆ 3 ਸੀਟਾਂ ਤੱਕ ਸੀਮਤ ਹੋ ਗਿਆ, 97 ਸੀਟਾਂ ਤੇ ਚੋਣ ਲੜੀ ਸੀ, 94 ਸੀਟਾਂ ਅਕਾਲੀ ਦਲ ਹਰਿਆ, ਜ਼ਮਾਨਤ ਤੱਕ ਜ਼ਬਤ ਹੋ ਗਈ ਕਈ ਬੰਦਿਆਂ ਦੀ, ਚੌਥੇ ਨੰਬਰ ਦੇ ਉੱਤੇ ਉਮੀਦਵਾਰ ਆਏ। ਛੋਟੀ ਗੱਲ ਥੋੜੀ ਹੈ। ਜਿਹੜੀ ਪਾਰਟੀ 2007 ਤੋਂ 2017 ਤੱਕ ਲਗਾਤਾਰ 2 ਵਾਰ ਸਰਕਾਰ ਬਣਾਉਂਦੀ ਹੈ ਤੇ 5-5 ਸਾਲ ਕਰਕੇ ਲਗਾਤਾਰ 10 ਸਾਲ ਸਰਕਾਰ ਚਲਾਉਂਦੀ ਹੈ, ਤੇ ਜੇ ਇਸ ਪਾਰਟੀ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਸਟੇਜ ਤੇ, ਹਰ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਦਾਅਵਾ ਕਰਦੇ ਸੀ ਕਿ 25 ਸਾਲ ਰਾਜ ਕਰਨਾ, ਤੇ ਜਦੋਂ ਹਰ ਵੀ ਗਿਆ ਤਾਂ ਕਹਿੰਦੇ ਸੀ ਕਿ 5 ਸਾਲ ਦੀ ਬ੍ਰੇਕ ਲਈ ਹੈ, ਥਕਾਵਟ ਹੋ ਗਈ ਸੀ। ਉਹ ਪਾਰਟੀ 75-80 ਸੀਟਾਂ ਤੋਂ ਥੱਲੇ ਆ ਕੇ 3 ਸੀਟਾਂ ਤੇ ਆ ਜਾਵੇ, ਪੜਚੋਲ ਬਣਦੀ ਹੈ। ਝੁੰਦਾ ਸਾਹਿਬ ਦੀ ਅਗਵਾਈ 'ਚ ਕਮੇਟੀ ਬਣਾਤੀ, ਚੰਗਾ ਹੋਇਆ। ਕਮੇਟੀ 'ਚ 11-12 ਮੈਂਬਰ, 100 ਹਲਕਿਆਂ 'ਚ ਗਏ, ਤੇ ਹੁਣ ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਉਹਦੇ ਵਿੱਚ ਉਹਨਾਂ ਨੇ 2 ਚੀਜ਼ਾਂ ਲਿਖੀਆਂ, ਬੜੀ ਇੰਪੋਰਟੈਂਟ ਗੱਲ ਹੈ। ਕਹਿੰਦੇ ਜੀ ਅਕਾਲੀ ਦਲ ਦੇ ਵਰਕਰਾਂ ਅਤੇ ਸਿੱਖ ਸੰਗਤ ਤੋਂ ਪੁੱਛਿਆ ਗਿਆ, ਮੈਂ ਫਿਰ ਰਿਪੀਟ ਕਰਦਾ, ਦੁਬਾਰਾ ਬੋਲ ਰਿਹਾ, ਅਕਾਲੀ ਦਲ ਦੇ ਮੈਂਬਰਾਂ, ਵਰਕਰਾਂ ਤੋਂ ਅਤੇ ਸਿੱਖ ਸੰਗਤ ਤੋਂ ਪੁੱਛਿਆ ਗਿਆ ਕਿ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ, ਤੁਹਾਡਾ ਤਰਕ ਕੀ ਕਹਿੰਦਾ, ਅਕਾਲੀ ਦਲ ਵਿਧਾਨ ਸਭਾ ਦੀਆਂ ਚੋਣਾਂ ਹਰਿਆ ਕਿਉਂ, ਅਕਾਲੀ ਦਲ ਨੂੰ ਲੋਕਾਂ ਨੇ ਵੋਟ ਕਿਉਂ ਨਹੀਂ ਦਿੱਤੀ, ਅਕਾਲੀ ਦਲ ਦੇ ਕਿਹੜੇ ਮੁੱਦਿਆਂ ਨੂੰ ਪਸੰਦ ਨਹੀਂ ਕੀਤਾ, ਸਾਡੇ ਤੋਂ ਗਲਤੀ ਕੀ ਹੋ ਗਈ, ਸਾਡੀ ਕਮਜ਼ੋਰੀ ਕੀ ਰਹੀ। ਚਲੋ 100 ਹਲਕਿਆਂ 'ਚ ਗਏ, ਰਿਪੋਰਟ ਬਣਾਈ, ਰਿਪੋਰਟ ਬਣਾ ਕੇ ਭੁੰਦੜ ਸਾਹਿਬ ਨੂੰ ਫੜਾਈ। ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ, ਇਆਲੀ ਸਾਹਿਬ ਵਾਲਾ ਪ੍ਰਕਰਨ ਆਇਆ ਸੀ, ਮਨਪ੍ਰੀਤ ਸਿੰਘ ਇਆਲੀ ਸਾਹਿਬ ਵਾਲਾ, ਰਾਸ਼ਟਰਪਤੀ ਦੀ ਚੋਣ ਵੇਲੇ। ਉਦੋਂ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਤਬਦੀਲੀ ਦੀ ਲੋੜ ਹੈ, ਗਲਤੀਆਂ ਹੋਈਆਂ, ਗਲਤੀਆਂ ਮੰਨਣ ਦੀ ਲੋੜ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਿਹੜੇ ਨੇ, ਉਹਨਾਂ ਨੇ ਵੀ ਚਰਚਾ, ਪੰਜੌਲੀ ਸਾਹਿਬ ਨੇ ਵੀ ਕਈ ਵਾਰੀ ਛੇੜੀ ਕਿ ਲੀਡਰਸ਼ਿਪ ਨੂੰ ਅਸਤੀਫੇ ਦੇਣੇ ਚਾਹੀਦੇ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਸਤੀਫੇ ਸੌਂਪ ਦੇਣੇ ਚਾਹੀਦੇ ਹੈ, ਗਲਤੀਆਂ ਬੜੀਆਂ ਹੋਈਆਂ, ਆਹ ਗਲਤੀਆਂ ਹੋਈਆਂ। 1-2 ਹੋਰ ਪ੍ਰੈਸ ਕਾਨਫਰੰਸਾਂ ਹੋਈਆਂ, ਦੁਆਬੇ ਦੇ ਵਿੱਚੋਂ ਅਕਾਲੀ ਦਲ ਦਾ ਇੱਕ ਲੀਡਰ 2 ਵਾਰ ਦਾ MLA ਇਸ ਮੁੱਦੇ ਤੇ ਬੋਲਿਆ। ਉਦੋਂ ਲੱਗਦਾ ਸੀ ਕਿ ਖਲਾਰਾ ਪੈ ਗਿਆ, ਸ਼ਾਇਦ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦਾ ਮੁੱਦਾ ਭਖੂਗਾ, ਪਰ ਨਾ। ਆ ਕੋਰ ਕਮੇਟੀ ਦੀ ਬੈਠਕ ਦੇ ਵਿੱਚ ਝੁੰਦਾ ਸਾਹਿਬ ਦੀ ਰਿਪੋਰਟ ਰੱਖੀ ਤੇ ਉਹਦੇ ਵਿੱਚੋਂ ਕਿਹਾ ਗਿਆ ਕਿ ਆ 41-42 ਚੀਜ਼ਾਂ ਨੇ ਜਿਹੜੀਆਂ ਕਿ ਪੜਚੋਲ ਦੇ ਵਿੱਚੋਂ ਸਾਹਮਣੇ ਆਈਆਂ, ਤੇ ਉਹ ਚੀਜ਼ਾਂ ਲਾਗੂ ਕਰਨੀਆਂ ਚਾਹੀਦੀਆਂ। ਪਾਰਟੀ ਦੇ ਵਿੱਚ ਸਹਿਮਤੀ ਬਣੀ ਆ ਕਿ ਉਹ ਲਾਗੂ ਕਰੋ, ਤੇ ਕਦੋਂ ਲਾਗੂ ਕਰਨੀਆਂ, ਕਿਵੇਂ ਲਾਗੂ ਕਰਨੀਆਂ, ਕਿਸ ਪੱਧਰ ਤੱਕ ਲਾਗੂ ਕਰਨੀਆਂ, ਦਾ ਫੈਸਲਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਕਰਨਗੇ। ਤੇ ਨਾਲ ਕਲੀਅਰ ਕੀਤਾ
ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਾਂ ਪਾਰਟੀ ਦੀ ਲੀਡਰਸ਼ਿਪ ਨੂੰ ਬਦਲਣ ਦੀ ਕੋਈ ਇਹਦੇ ਵਿੱਚ ਗੱਲ ਨਹੀਂ ਆਈ, ਕਿ ਬਹੁਤ ਸਾਰੀਆਂ ਕਮੀਆਂ ਜ਼ਰੂਰ ਕੱਢੀਆਂ ਗਈਆਂ, ਬਹੁਤ ਸਾਰੀਆਂ ਕਮਜ਼ੋਰੀਆਂ ਆਇਡੈਂਟੀਫਾਈ ਕੀਤੀਆਂ ਗਈਆਂ, ਪਹਿਚਾਣੀਆਂ ਗਈਆਂ, ਪਰ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀ ਗੱਲ ਕਹਿੰਦੇ ਜੀ ਇਹਦੇ ਵਿੱਚ ਕੋਈ ਨਹੀਂ ਹੈ। ਚਲੋ ਠੀਕ ਹੈ ਬਈ, ਇਹਦਾ ਮਤਲਬ ਹੈ ਕਿ ਫੈਸਲਾ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਰਨਾ ਹੈ। ਇਆਲੀ ਸਾਹਿਬ ਜਿਹੜੀ ਤਬਦੀਲੀ ਦੀ ਗੱਲ ਕਰਦੇ ਸੀ, ਪੰਜੌਲੀ ਸਾਹਿਬ ਜਿਹੜੀ ਤਬਦੀਲੀ ਦੀ ਗੱਲ ਕਰਦੇ ਸੀ, ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੰਮ ਇਕੱਲੇ ਰਹਿ ਗਏ। ਨਹੀਂ, ਇਕੱਲੇ ਰਹਿ ਨਹੀਂ ਲੱਗਦੇ। ਤੁਸੀਂ ਦੇਖੋ, ਇੱਕ ਵੱਡੇ ਲੀਡਰ ਨੇ ਆਮ ਤੌਰ ਤੇ ਜਦੋਂ ਤੋਂ ਇਲੈਕਸ਼ਨ ਹੋਈ ਹੈ, ਨਿਬੜੀ ਹੈ, ਉਹਦੇ ਤੋਂ ਬਾਅਦ ਜਿੰਨੀਆਂ ਕਿ ਪ੍ਰੈਸ ਕਾਨਫਰੰਸਿਸ ਦੇਖੀਆਂ ਨੇ, ਉਹਨਾਂ ਦੇ ਵਿੱਚ ਇੱਕ ਸ਼ਖਸ ਹੁੰਦੇ ਸੀ, ਪ੍ਰੇਮ ਸਿੰਘ ਚੰਦੂ ਮਾਜਰਾ ਹੋਰੀ ਜੀ। ਉਹ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਨਹੀਂ ਆਏ, ਤੇ ਉਹ ਜਿਹੜਾ ਇਤਰਾਜ਼ ਉਹਨਾਂ ਦਾ ਇਹ ਸੀਗਾ ਵੀ ਇਦਾਂ ਕਿੱਦਾਂ, ਇਹ ਜਿਹੜੀ ਕਮੇਟੀ ਦੀ ਜੋ ਵੀ ਰਿਪੋਰਟ ਆਈ ਹੈ, ਇਹਨੂੰ ਸਮੀਖਿਆ ਕਮੇਟੀ ਦੇ ਕੋਲ ਰੱਖਿਆ ਜਾਣਾ ਚਾਹੀਦਾ ਸੀ। ਪਹਿਲਾਂ ਸਮੀਖਿਆ ਦੇ ਵਿੱਚ ਅਸੀਂ ਇਹਦੀ ਸਮੀਖਿਆ ਕਰਦੇ ਸਾਰੇ ਜਾਣੇ ਬੈਠ ਕੇ, ਉਹਦੇ ਤੋਂ ਬਾਅਦ ਕੋਰ ਕਮੇਟੀ ਦੇ ਵਿੱਚ ਇਹ ਗੱਲ ਜਾਂਦੀ। ਪਰ ਜਿੱਦਾਂ ਇਹ ਸਿੱਧਾ ਹੀ ਕੋਰ ਕਮੇਟੀ ਦੇ ਵਿੱਚ ਲੈ ਗਏ ਨੇ, ਉਹ ਗੱਲ ਠੀਕ ਨਹੀਂ। ਤੇ ਉਹ ਕਹਿੰਦੇ ਵੀ ਉਹ ਮੀਟਿੰਗ ਦੇ ਵਿੱਚ ਆਏ ਵੀ ਨਹੀਂ ਗਏ। ਹਾਂ, ਉਜਰ ਇਤਰਾਜ਼ ਉਹਨਾਂ ਨੇ ਆਪਣਾ ਜ਼ਰੂਰ ਦਰਜ ਕਰਵਾਤਾ। ਇਹਦਾ ਮਤਲਬ ਇਹ ਹੋ ਗਿਆ ਵੀ ਅਜੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਰਿਪੋਰਟ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਜੋ ਕੁਝ ਵੀ ਹੈ ਜੀ ਉਹ ਸਭ ਅੱਛਾ ਹੈ, ਜੋ ਚੇਂਜਸ ਕਹੀਆਂ ਗਈਆਂ ਨੇ ਆਪਾਂ ਉਹ ਕਰ ਲਵਾਂਗੇ, ਉਹ ਸਾਹਮਣੇ ਆਈ ਹੈ। ਅਜੇ ਕੁਝ ਹੋ ਸਕਦਾ ਵੀ ਅੰਦਰੋਂ ਨਾਰਾਜ਼ ਲੀਡਰ ਸਾਹਿਬਾਨ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਕੱਠੇ ਹੋ ਕੇ ਜਾਂ ਇਕੱਲੇ ਦੁਕੱਲੇ ਦੁਬਾਰਾ ਕੋਈ ਨਾ ਕੋਈ ਇਤਰਾਜ਼ ਕਰਨ, ਤੇ ਉਹਦੇ ਤੇ ਫਿਰ ਕੋਈ ਨਾ ਕੋਈ ਸਫਾਈ ਅਕਾਲੀ ਦਲ ਨੂੰ ਦੇਣੀ ਪਵੇ। ਜੀ, ਇਹ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਸਟੈਪ ਹੈ ਇਹ ਬੜਾ ਹੈਰਾਨੀਜਨਕ ਹੈ। ਗੱਲ ਤੁਹਾਡੀ ਠੀਕ ਹੈ, ਬੜੇ ਵੱਡੇ ਮੁੱਦੇ ਸੀ ਚੰਦੂ ਮਾਜਰਾ ਸਾਹਿਬ ਐਡਰੈਸ ਕਰਦੇ ਰਿਹਾ ਅਕਾਲੀ ਦਲ ਨੂੰ। ਕਿਸੇ ਵਫਦ ਲੈ ਕੇ ਜਾਣਾ ਹੈ, ਕਿਤੇ ਮੰਗ ਪੱਤਰ ਦੇਣਾ ਹੈ, ਅਕਾਲੀ ਦਲ ਵੱਲੋਂ ਕਿਸੇ ਸੰਵੇਦਨਸ਼ੀਲ ਮੁੱਦੇ ਤੇ ਗੱਲ ਰੱਖਣੀ ਹੈ, ਚੰਦੂ ਮਾਜਰਾ ਸਾਹਿਬ ਫੇਸ ਹੁੰਦੇ ਸੀ। ਤੇ ਚੰਦੂ ਮਾਜਰਾ ਸਾਹਿਬ ਕਹਿੰਦੇ ਜੀ ਸਮੀਖਿਆ ਬੈਠਕ ਨਹੀਂ ਕੀਤੀ ਗਈ, ਸਿੱਧੀ ਕੋਰ ਕਮੇਟੀ 'ਚ ਰੱਖੀ ਹੈ। ਕੋਰ ਕਮੇਟੀ ਦੀ ਬੈਠਕ ਦੇ ਵਿੱਚੋਂ ਗੈਰ ਹਾਜ਼ਰ ਰਹੇ ਨੇ। ਉਹ ਗੁੱਸੇ ਪਹਿਲਾਂ ਵੀ ਹੋ ਜਾਂਦੇ, ਮੰਨ ਜਾਂਦੇ ਰਹੇ ਆ। ਐਤਕੀ ਗੁੱਸਾ ਕਿੰਨੇ ਕੁ ਹੋਏ ਆ, ਮੰਨ ਕਦੋਂ ਕੁ ਜਾਣਗੇ ਦੇਖਣਾ ਪਊਗਾ। ਪਰ ਸੰਧਾਲੀਆ ਸਾਹਿਬ ਅਕਾਲੀ ਦਲ ਦਾ ਦੁਬਾਰਾ ਪੰਥਕ ਮੁੱਦਿਆਂ ਵੱਲ ਪਰਤਣਾ, ਤੇ ਨਾਲ ਦੀ ਨਾਲ ਮੈਨੂੰ ਇਹ ਵੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਟੈਪ ਲਿਆ ਸੀ, ਚੇਤਾ ਭੁੱਲ ਗਿਆ ਉਹਨਾਂ ਸਾਰਿਆਂ ਨੂੰ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਾਂਦੇ ਹੁੰਦੇ ਸੀ, ਉਹ ਜਾਂਦੇ ਸੀ ਤੇ ਜਾ ਕੇ ਕਿਸੇ ਰੈਲੀ ਨੂੰ ਸੰਬੋਧਨ ਕਰਦੇ ਸੀ। ਉਦਾਹਰਣ ਵਜੋਂ ਅੰਮ੍ਰਿਤਸਰ ਗਏ, ਉੱਥੇ ਜਾ ਕੇ ਅਨਿਲ ਜੋਸ਼ੀ ਸਾਹਿਬ ਨੂੰ ਪਾਰਟੀ 'ਚ ਸ਼ਾਮਲ ਕੀਤਾ। 5 ਮਿੰਟ ਪਹਿਲਾਂ ਸ਼ਾਮਲ ਕੀਤਾ, 5 ਮਿੰਟ ਬਾਅਦ ਹੀ ਉਮੀਦਵਾਰ ਐਲਾਨ ਦਿੱਤਾ। ਲੁਧਿਆਣਿਓਂ ਟਿਕਟ ਦਿੱਤੀ, ਸੁਜਾਨਪੁਰੋਂ ਟਿਕਟ ਦਿੱਤੀ, ਜਲੰਧਰ 'ਚ ਵੀ ਟਿਕਟਾਂ ਦਿੱਤੀਆਂ। ਜਾਣੀ ਬਹੁਤ ਥਾਵਾਂ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬਹੁਤ ਸਾਰੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਟਿਕਟਾਂ ਦਿੱਤੀਆਂ। ਪਾਰਟੀ ਦੇ ਵਰਕਰਾਂ ਨੂੰ ਕਿੰਨਾ ਕੁ ਪੁੱਛਿਆ ਹੋਊਗਾ, ਕਿੰਨਾ ਕੁ ਨਹੀਂ, ਇਹ ਤਾਂ ਪਤਾ ਨਹੀਂ। ਪਰ ਹੋ ਸਕਦਾ ਹੈ ਕਿ ਇਹ ਕਾਰਨ ਇੱਕ ਰਿਹਾ ਹੋਵੇ ਕਿ ਵਰਕਰ ਚੁੱਪ ਕਰਕੇ ਘਰੇ ਬਹਿ ਗਿਆ ਹੋਵੇ ਕਿ ਭਾਈ ਜੇ ਦੂਸਰੀਆਂ ਪਾਰਟੀਆਂ 'ਚੋਂ ਆਏ ਬੰਦਿਆਂ ਨੂੰ ਟਿਕਟਾਂ ਦੇਣੀਆਂ ਫਿਰ ਦੇ ਲਓ, ਫਿਰ ਕਰ ਲਓ ਕੰਮ, ਫਿਰ ਵਿਛਾ ਲਓ ਦਰੀਆਂ। ਦੂਸਰਾ ਇਹ ਵੀ ਚਰਚਾ ਸੰਧਾਲੀਆ ਸਾਹਿਬ ਜ਼ਰੂਰ ਚੱਲਦੀ ਹੈ ਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਮੀਟਿੰਗ ਹੁੰਦੀ ਸੀ, ਲਿਸਟਾਂ ਜਾਰੀ ਹੁੰਦੀਆਂ ਸੀ ਕਿ ਭਾਈ ਆਹ ਲਓ 40 ਉਮੀਦਵਾਰਾਂ ਦੀ ਲਿਸਟ, ਆਹ ਲਓ 20 ਦੀ ਲਿਸਟ, ਆ 32 ਦੀ ਲਿਸਟ। ਐਤਕੀ ਇਦਾਂ ਨਹੀਂ ਹੋਇਆ। ਐਤਕੀ ਸੁਖਬੀਰ ਸਿੰਘ ਬਾਦਲ ਸਾਹਿਬ ਜਾਂਦੇ ਹੁੰਦੇ ਸੀ ਤੇ ਜੇ ਉਹਨਾਂ ਨੇ ਜਲੰਧਰ ਰੈਲੀ ਕਰਨੀ, ਫਿਰੋਜ਼ਪੁਰ ਦਾ ਉਮੀਦਵਾਰ ਐਲਾਨ ਦੇਣਾ, ਬਠਿੰਡੇ ਰੈਲੀ ਕਰਨੀ, ਪਠਾਨਕੋਟ ਦਾ ਉਮੀਦਵਾਰ ਐਲਾਨ ਦੇਣਾ। ਜਾਣੀ ਕਿ ਇਦਾਂ ਵੀ ਕੰਮ ਹੁੰਦਾ ਰਿਹਾ। ਕੀ ਕੰਮ ਢੰਗ ਦੇ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਕਿ ਲੋਕਾਂ ਦੇ ਮੁੱਦੇ ਜਿਹੜੇ ਲੋਕ ਚਾਹੁੰਦੇ ਸੀ ਉਹ ਚੁੱਕੇ ਨਹੀਂ ਜਾ ਸਕੇ, ਜਾਂ ਇਕੱਲੀ ਵਿਰੋਧ ਦੀ ਰਾਜਨੀਤੀ ਲੋਕਾਂ ਨੂੰ ਰਾਸ ਨਹੀਂ ਆਈ। ਦੇਖੋ, ਅਸੀਂ ਉਮੀਦ ਕਰਦੇ ਹਾਂ ਕਿ ਇਮਾਨਦਾਰੀ ਦੇ ਨਾਲ ਸਿਆਸੀ ਪਾਰਟੀਆਂ ਪੜਚੋਲ ਕਰਨ। ਜੇ ਇਮਾਨਦਾਰੀ ਨਾਲ ਪੜਚੋਲ ਨਹੀਂ ਕਰਨਗੀਆਂ ਤਾਂ ਲੋਕ ਵੋਟ ਇਮਾਨਦਾਰੀ ਨਾਲ ਪਾਉਣ ਲੱਗ ਪਏ ਜੀ। ਚਲੋ, ਮੈਨੂੰ ਲੱਗਦਾ ਹੈ ਕਿ ਵੀ ਜੇ ਹੁਣ ਇੱਥੋਂ ਤੱਕ ਗੱਲ ਨਿਬੜ ਗਈ ਆ, ਜਾ ਕੇ ਵੀ ਹੁਣ ਕਮੇਟੀ ਦੀ ਰਿਪੋਰਟ ਆ ਗਈ, ਐਂਡ ਰਿਪੋਰਟ ਉਹਨਾਂ ਨੇ ਜਨਤਕ ਕਰ ਦਿੱਤੀ ਆ। ਨਾਲ ਇਹ ਵੀ ਵਾਅਦਾ ਕਰ ਦਿੱਤਾ ਵੀ ਪੁਰਾਣੀ ਪਾਰਟੀ ਹੈ ਪੰਜਾਬੀਆਂ ਦੀ, ਤੇ ਜੋ ਕੁਝ ਵਰਕਰਾਂ ਨੇ ਜਾਂ ਸਿੱਖ ਸੰਗਤ ਨੇ ਕਿਹਾ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਆਪਾਂ ਕੰਮ ਕਰਾਂਗੇ ਤੇ ਆਉਣ ਵਾਲੇ ਦਿਨਾਂ 'ਚ ਤਬਦੀਲੀ ਨਜ਼ਰ ਆ ਸਕਦੀ ਆ। ਦੂਜੀ ਗੱਲ ਆਪਾਂ ਕਰ ਲਈਏ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦੀ, ਕਿਉਂਕਿ ਮੈਂਬਰ ਪਾਰਲੀਮੈਂਟ ਨੇ ਸੰਗਰੂਰ ਹਲਕੇ ਤੋਂ, ਤੇ ਹੁਣ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣਾ, ਸਵਾਲ ਰੱਖਣਾ, ਉਹ ਉਹਨਾਂ ਦਾ ਕੰਮ ਹੋ ਗਿਆ। ਤੇ ਉਹਨਾਂ ਨੇ ਕਾਨੂੰਨ ਮੰਤਰੀ ਨੇ ਰਿਜੂ ਸਾਹਿਬ, ਉਹਨਾਂ ਨੂੰ ਜਾ ਕੇ ਸਵਾਲ ਕੀਤਾ। ਉਹ ਕਹਿੰਦੇ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਬਿਹਾਰ ਤੋਂ, ਝਾਰਖੰਡ ਤੋਂ ਕੋਈ ਜੱਜ ਨਾ ਹੋਵੇ ਉੱਥੇ, ਉਹਦੇ ਬਾਰੇ ਤੇ ਪੁੱਛਦੇ ਹੋ, ਔਰ ਉਹਦੇ ਵਿੱਚ ਕੋਈ ਵੀ ਸਿੱਖ ਜੱਜ ਕਿਉਂ ਨਹੀਂ ਹੈ ਜੀ। ਸਿੱਖ ਜੱਜ ਸੁਪਰੀਮ ਕੋਰਟ ਦੇ ਵਿੱਚ ਨਾ ਹੋਣ ਦਾ ਜਿਹੜਾ ਇਤਰਾਜ਼ ਆ, ਉਹ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਪੁੱਛਿਆ। ਹਾਲਾਂਕਿ ਕਾਨੂੰਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਜੀ ਵੀ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਰਿਜ਼ਰਵੇਸ਼ਨ ਦਾ ਜਿਹੜਾ ਕੋਈ ਵੀ ਪ੍ਰਾਵਧਾਨ ਨਹੀਂ ਹੈਗਾ, ਕਿਉਂਕਿ ਸਾਰਾ ਪ੍ਰੋਸੀਜਰ ਜਿਹੜਾ ਹੈ ਜੱਜਾਂ ਨੂੰ ਲਾਉਣ ਦਾ ਉਹ ਵੱਖਰਾ ਹੈ। ਉਸੇ ਢੰਗ ਨਾਲ ਹੀ ਇਹ ਸਾਰੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ। ਪਰ ਗੱਲ ਇਹ ਆ ਵੀ ਜਿਹੜੇ ਮੁੱਦੇ ਆਮ ਤੌਰ 'ਤੇ ਸਿੱਖਾਂ ਦੇ ਚੁੱਕਦੇ ਹੁੰਦੇ ਨੇ ਮਾਨ ਸਾਹਿਬ, ਉਹਨਾਂ ਨੇ ਗੱਲ ਤੇ ਉੱਥੇ ਤੱਕ ਜਾ ਕੇ ਕੀਤੀ ਹੈ। ਸੰਧਾਲੀਆ ਸਾਹਿਬ, ਠੀਕ ਗੱਲ ਹੈ ਤੁਹਾਡੀ, ਕਿਉਂਕਿ ਲੰਬੇ ਸਮੇਂ ਤੋਂ ਇਹ ਚਰਚਾ ਸੀ। ਕਿਉਂਕਿ ਜਦੋਂ
ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਕਿਰਪਾਨ ਲੈ ਕੇ ਜਾਣ ਦੀ ਗੱਲ ਕੀਤੀ ਸੀ, ਪੁਰਾਣੇ ਸਮੇਂ ਦੀ ਗੱਲ ਕਰਦਾ ਹਾਂ। ਉਹਦੇ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਪਾਰਲੀਮੈਂਟ ਦਾ ਗੂੜਾ ਸੰਬੰਧ ਬਣ ਗਿਆ ਸੀ। ਐਤਕੀ ਵੀ ਇਲੈਕਸ਼ਨ ਉਹ ਲੜੀ, ਜਿੱਤ ਗਏ। ਸਵਾਲ ਪੈਦਾ ਹੁੰਦੇ ਸੀ ਕਿ ਕੀ ਉਹ ਕਿਰਪਾਨ ਨਾਲ ਲੈ ਕੇ ਜਾਣਗੇ। ਫਿਰ ਸਵਾਲ ਪੈਦਾ ਹੁੰਦਾ ਸੀ ਕਿ ਕਿਹੜੇ ਮੁੱਦੇ ਚੁੱਕਣਗੇ। ਫਿਰ ਹੁੰਦਾ ਸੀ ਜੇ ਮੁੱਦੇ ਚੁੱਕਣਗੇ ਵਿਰੋਧ ਤਾਂ ਨਹੀਂ ਹੋਊਗਾ, ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਬੋਲਣ ਦੇਣਗੇ ਵਿਰੋਧੀ ਧਿਰਾਂ ਦੇ ਮੈਂਬਰ। ਤੇ ਇਹ ਮੁੱਦਾ ਜੀ ਉਹਨਾਂ ਨੇ ਚੁੱਕਿਆ। ਦੇਖੋ ਤੇ ਗੱਲ ਤਾਂ ਚੱਲਦੀ ਸੀ ਕੋਈ ਪਰਿਵਾਰਾਂ ਦੇ ਝਗੜੇ ਸੰਬੰਧੀ ਜਿਹੜੇ ਜੱਜ ਨੇ, ਅਦਾਲਤਾਂ ਨੇ, ਉਹਨਾਂ ਦੇ ਕਾਨੂੰਨ ਨੇ, ਉਹਨਾਂ ਦੇ ਬਾਬਤ। ਤੇ ਉੱਥੇ ਹੀ ਗੱਲ ਕੋਈ ਚੱਲਦੀ ਸੀ ਕਿ ਵੱਖ-ਵੱਖ ਸੂਬਿਆਂ ਤੋਂ ਜੱਜ ਕਿਉਂ ਨਹੀਂ ਹੈ, ਤੇ ਵਿੱਚੇ ਉਹਨਾਂ ਨੇ ਕਿਹਾ ਕਿ ਸਿੱਖ ਜੱਜ ਨਹੀਂ ਹੈ ਕੋਈ ਮਾਣਯੋਗ ਸੁਪਰੀਮ ਕੋਰਟ 'ਚ। ਇਹਦੀ ਚਿੰਤਾ ਠੀਕ ਹੈ, ਮੰਤਰੀ ਸਾਹਿਬ ਨੇ ਕਲੀਅਰ ਕਰਤਾ ਕਿ ਰਿਜ਼ਰਵੇਸ਼ਨ ਨਹੀਂ ਹੁੰਦੀ, ਨਾ ਜਾਤੀ ਦੇ ਆਧਾਰ ਦੇ ਉੱਤੇ ਨਾ ਧਰਮ ਦੇ ਆਧਾਰ ਦੇ ਉੱਤੇ। ਜੱਜਾਂ ਦੀ ਨਿਯੁਕਤੀ, ਜੱਜਾਂ ਦਾ ਬਣਨਾ ਉਹ ਇੱਕ ਖਾਸ ਤਰ੍ਹਾਂ ਦੀ ਪ੍ਰਕਿਰਿਆ ਹੈ। ਉਹਦੇ ਵਿੱਚ ਜਿਹੜਾ ਬੰਦਾ ਆ ਜਾਂਦਾ ਫਿੱਟ ਉਹਨੂੰ ਰੱਖ ਲੈਂਦੇ, ਦੂਜਾ ਬੰਦਾ ਨਹੀਂ ਆ ਪਾਉਂਦਾ। ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇੱਕ ਬਹੁਤ ਵੱਡਾ ਇਸ਼ੂ ਹੈ ਨਾ, ਮੁੱਦਾ ਜਦੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਹੋਈ ਸੀ ਸੰਧਾਲੀਆ ਸਾਹਿਬ, ਉਦੋਂ ਵੀ ਸਿੱਖ ਕੌਮ ਦਾ ਅਸਲ ਨੁਮਾਇੰਦਾ ਕੌਣ ਹੈ, ਸਿੱਖ ਭਾਈਚਾਰੇ ਦੀ ਅਸਲ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਕਿਹੜੀ ਹੈ, ਉਹਦੀ ਇੱਕ ਬਹੁਤ ਵੱਡੀ ਚਰਚਾ ਚੱਲੀ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਕਹਿੰਦੇ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਹੈ, ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਸਿਮਰਨਜੀਤ ਸਿੰਘ ਮਾਨ ਸਾਹਿਬ ਕਹਿੰਦੇ ਸੀ ਮੈਂ ਆ ਭਾਈ, ਮੈਂ ਜੇਲ੍ਹਾਂ ਕੱਟੀਆਂ, ਮੈਂ ਅੱਗੇ ਰਿਹਾ, ਇਹ ਤਾਂ ਹੋਰ ਤਰ੍ਹਾਂ ਨਹੀਂ। ਸਿਮਰਨਜੀਤ ਸਿੰਘ ਮਾਨ ਸਾਹਿਬ ਚੌਥੇ ਨੰਬਰ ਦੇ, ਜਾਣੀ ਪਹਿਲਾਂ ਕਦੇ ਹੁੰਦੇ ਸੀ ਚੌਥੇ ਤੇ ਪੰਜਵੇਂ ਤੇ ਪਹਿਲੇ ਨੰਬਰ ਤੇ ਆ ਗਿਆ, ਅਕਾਲੀ ਦਲ ਪੰਜਵੇਂ ਨੰਬਰ ਦੇ ਉੱਤੇ ਚਲਾ ਗਿਆ। ਤੇ ਹੁਣ ਉਹ ਸਿੱਖ ਭਾਈਚਾਰੇ ਦੇ ਮੁੱਦੇ ਚੱਕ ਕੇ ਯਤਨ ਤਾਂ ਕਰਨਗੇ। ਐਸਜੀਪੀਸੀ ਦੇ ਇਲੈਕਸ਼ਨ ਦੇ ਕਿੰਨੀ ਵਾਰ ਉਹ ਜ਼ਿਕਰ ਕਰਦੇ ਆ ਕਿ ਐਸਜੀਪੀਸੀ ਦੀ ਚੋਣ ਹੋਵੇ ਜੀ, ਐਸਜੀਪੀਸੀ ਦੀ ਚੋਣ ਕਿਉਂ ਨਹੀਂ ਕਰਾਈ ਜਾ ਰਹੀ। ਤੇ ਹੁਣ ਇਹ ਦੌੜ ਲੱਗਣੀ ਹੈ। 2 MP ਲੋਕ ਸਭਾ ਦੇ ਵਿੱਚ ਅਕਾਲੀ ਦਲ ਬਾਦਲ ਦੇ ਨੇ, 1 ਮੈਂਬਰ ਪਾਰਲੀਮੈਂਟ ਅਕਾਲੀ ਦਲ ਅੰਮ੍ਰਿਤਸਰ ਦਾ, ਤੇ ਸਿੱਖਾਂ ਦੇ ਮੁੱਦੇ ਹੁਣ ਚੱਲਣਗੇ ਭਾਈ ਉੱਥੇ। ਉਹ ਹੈ, ਪਰ ਇੱਕ ਗੱਲ ਤਾਂ ਹੈਗੀ ਆ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬਿਆਨ ਦਿੱਤੇ ਸੀ, ਉਹਨਾਂ ਨੂੰ ਲੈ ਕੇ ਹੌਲੀ-ਹੌਲੀ ਹੁਣ ਕੁਝ ਜਿਹੜੇ ਲੀਡਰ ਸਾਹਿਬਾਨ ਨੇ ਉਹ ਵਿਰੋਧ ਵੀ ਕਰਨ ਲੱਗ ਪਏ। ਮਨਦੀਪ ਮੰਨਾ ਹੋਰੀ ਅੰਮ੍ਰਿਤਸਰ ਤੋਂ ਲੀਡਰ ਨੇ, ਉਹਨਾਂ ਨੇ ਇੱਕ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਰਡਿੰਗ ਲਾਏ, ਬੋਰਡ ਲਾਏ, ਸ਼ਹੀਦ ਭਗਤ ਸਿੰਘ ਹੋਰਾਂ ਦੀ ਨਾਲ ਤਸਵੀਰ ਲਾਈ, ਐਂਡ ਬਹੁਤ ਸਾਰੇ ਹੋਰਡਿੰਗਸ ਦੇ ਉੱਪਰ ਪੰਜਾਬੀ 'ਚ ਲਿਖਿਆ, ਕਈਆਂ ਦੇ ਉੱਪਰ ਹਿੰਦੀ 'ਚ ਵੀ ਲਿਖਿਆ। ਜਦੋਂ ਉਜਰ ਹੋਇਆ, ਇਤਰਾਜ਼ ਹੋਇਆ ਵੀ ਹਿੰਦੀ 'ਚ ਕਿਉਂ ਲਿਖਿਆ, ਤੇ ਉਹਨਾਂ ਨੇ ਸਫਾਈ ਦਿੱਤੀ। ਉਹ ਕਹਿੰਦੇ ਵੀ ਅੰਮ੍ਰਿਤਸਰ ਦੇ ਵਿੱਚ ਬਾਹਰੋਂ ਵੀ ਲੋਕ ਆਉਂਦੇ ਨੇ, ਤੇ ਉਹ ਜਿਹੜੇ ਸੈਲਾਨੀ ਆਉਂਦੇ ਨੇ, ਬਹੁਤਿਆਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਅਸੀਂ ਉਹਨਾਂ ਤੱਕ ਵੀ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ ਵੀ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਰੀ ਕੌਣ ਸਨ ਤੇ ਸਾਡੇ ਲਈ ਕੀ ਰੁਤਬਾ ਉਹਨਾਂ ਦਾ। ਬਾਕੀ ਕਹਿੰਦੇ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਮੈਂ ਮਾਫੀ ਚਾਹੁੰਦਾ। ਫਿਰ ਉਹ ਆਉਂਦੇ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤੇ, ਉਹ ਕਹਿੰਦੇ ਵੀ ਮੈਂ ਬੜੇ ਦਿਨਾਂ ਤੋਂ ਚੁੱਪ ਸੀ, ਐਂਡ ਮੈਨੂੰ ਕਿਹਾ ਜਾ ਰਿਹਾ ਸੀ ਵੀ ਕੀ ਗੱਲ ਤੁਸੀਂ ਡਰ ਗਏ ਮਹਾਰਾਜ, ਹੁਣ ਮੁੱਦੇ ਤੇ ਬੋਲਦੇ ਕਿਉਂ ਨੇ, ਜਦੋਂ ਜਿਹੜੀ ਗੱਲ ਗਲਤ ਆ ਉਹ ਗਲਤ ਆ। ਫਿਰ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਕਾਫੀ ਕੁਛ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਕਿਹਾ, ਸਵਾਲਾਂ ਦੇ ਰੂਪ ਵਿੱਚ ਵੀ ਕਿਹਾ। ਉਹਨਾਂ ਨੇ ਤੇ ਇੱਥੋਂ ਤੱਕ ਵੀ ਕਹਿਤਾ, ਉਹ ਕਹਿੰਦੇ ਵੀ ਜੇ ਆਹੀ ਗੱਲ ਹੀ ਤੁਸੀਂ ਕਰਨੀ ਸੀ ਤੇ ਜਿਹੜੀ ਸੰਗਰੂਰ ਵਾਲੀ ਇਲੈਕਸ਼ਨ ਸੀਗੀ ਉਹਦੇ ਤੋਂ ਪਹਿਲਾਂ ਕਰਦੇ, ਉਹ ਜਾਣੇ ਲੋਕ ਉਦੋਂ ਹੀ ਫੈਸਲਾ ਕਰ ਦਿੰਦੇ ਵੀ ਤੁਹਾਨੂੰ ਸਭ ਤੋਂ ਵੱਧ ਵੋਟਾਂ ਦੇ ਨਾਲ ਜਿਤਾਉਣਾ ਜਾਂ ਫਿਰ ਉਹਨਾਂ ਦਾ ਕੋਈ ਹੋਰ ਫੈਸਲਾ। ਫਿਰ ਇੱਕ ਜ਼ਿਕਰ ਜਿਹੜਾ ਸਵਾਲ ਉਹਨਾਂ ਨੇ ਕੀਤਾ ਵੀ 5 ਸਾਲ ਕੈਪਟਨ ਸਾਹਿਬ ਦੀ ਸਰਕਾਰ ਰਹੀ, ਹਾਲਾਂਕਿ ਮਾਨ ਸਾਹਿਬ ਕਈ ਵਾਰ ਕਹਿੰਦੇ ਹੁੰਦੇ ਆ ਵੀ ਭਾਈ ਸਾਹਿਬ ਉਹ ਜਿਹੜਾ ਸਾਂਢੂ ਵਾਲਾ ਰਿਸ਼ਤਾ ਹੈ ਉਹ ਉਹਨਾਂ ਦੇ ਉਸ ਤੋਂ ਬਾਅਦ ਬਣਿਆ, ਉਹਨਾਂ ਨੂੰ ਤਾਂ ਇਹਦੇ ਬਾਰੇ ਪਤਾ ਵੀ ਨਹੀਂ ਸੀ। ਪਰ ਮੰਨਾ ਸਾਹਿਬ ਨੇ ਇਹ ਗੱਲ ਜ਼ਰੂਰ ਕੀਤੀ, ਉਹ ਕਹਿੰਦੇ ਵੀ ਉਹਨਾਂ ਦੀ ਸਰਕਾਰ ਸੀ ਉਦੋਂ ਤੁਸੀਂ 5 ਸਾਲ ਕੋਈ ਗੱਲ ਨਹੀਂ ਕੀਤੀ, ਤੇ ਹੁਣ ਅਚਾਨਕ ਤੋਂ ਕੀ ਇਸ਼ਾਰਾ ਹੋ ਗਿਆ ਕਿ ਤੁਸੀਂ ਇੱਕੋ ਇੱਕ ਜਿਹੜੇ ਪੰਜਾਬ ਦੇ ਏਡੇ ਵੱਡੇ ਚਿਹਰੇ ਨੇ ਜਾਂ ਜਿਨ੍ਹਾਂ ਦਾ ਯੋਗਦਾਨ ਹੈ ਆਜ਼ਾਦੀ ਦੇ ਲਈ, ਉਸ ਨਾਂ ਦੇ ਉੱਪਰ ਕੰਟਰੋਵਰਸੀ ਕ੍ਰੀਏਟ ਕਰ ਰਹੇ ਹੋ। ਇੱਕ ਉਹਨਾਂ ਨੇ ਆਪਣੇ ਵੱਲੋਂ ਵੀਡੀਓ ਜਾਰੀ ਕਰਕੇ ਵਾਹਵਾ ਗੁੱਸੇ 'ਚ ਸਵਾਲ ਪੁੱਛੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਹੜੇ ਨੇ, ਸਾਰੇ ਭਾਈਚਾਰੇ ਉਹਨਾਂ ਦਾ ਸਤਿਕਾਰ ਕਰਦੇ ਆ, ਸਾਰੇ ਧਰਮਾਂ ਦੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ, ਤੇ ਭਾਰਤ ਤੋਂ ਬਾਹਰ ਵੀ ਉਹਨਾਂ ਦਾ ਬਹੁਤ ਸਤਿਕਾਰ ਹੁੰਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਇਹ ਵੀ ਗੱਲ ਬੜੀ ਕਲੀਅਰ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵਿਰੋਧ ਉਦੋਂ ਦਾ ਵਧਿਆ। ਜੇ ਆਪਾਂ ਕਹੀਏ ਨਾ ਕਿ ਭਾਈ ਉਹਨਾਂ ਦਾ ਸਮਰਥਨ ਬਹੁਤ ਵਧੀਆ, ਉਹਨਾਂ ਦੀ ਗੱਲ ਦੇ ਉੱਤੇ ਉਹ ਲੋਕਾਂ ਨੇ ਫੁੱਲ ਚੜਾਉਣੇ ਸ਼ੁਰੂ ਕਰ ਦਿੱਤੇ ਆ, ਇੱਦਾਂ ਕਦੇ ਚੁੱਕ ਨਹੀਂ ਹੋਈ। ਵੱਖ-ਵੱਖ ਥਾਵਾਂ ਦੇ ਉੱਤੇ ਜਾਂ ਕਿੰਨੇ ਕੁ ਬੰਦੇ ਨੇ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਹੱਕ 'ਚ ਆਏ ਆ, ਉਹਨਾਂ ਦੀ ਪਾਰਟੀ ਠੀਕ ਹੈ, ਪਾਰਟੀ ਦੇ ਕੁਝ ਲੀਡਰ ਜ਼ਰੂਰ ਹੱਕ 'ਚ ਖੜੇ ਹੋਣਗੇ, ਪਰ ਮੰਨਾ ਹੋਰਾਂ ਨੇ ਜਿਸ ਤਰੀਕੇ ਪੋਸਟਰ ਲਾ ਕੇ ਕਹਿਤਾ ਕਿ ਭਾਈ ਆਪਾਂ ਤਾਂ ਮਾਨ ਸਾਹਿਬ ਦੇ ਵਿਰੋਧ ਦੇ ਵਿੱਚ ਖੜੇ ਆ, ਉਸ ਗੱਲ ਦੇ ਨਾਲ ਸਹਿਮਤ ਨਹੀਂ। ਤੇ ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਜੇ ਕਿਤੇ ਆਹੀ ਬਿਆਨ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਦਿੱਤਾ ਜਾਂਦਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਤੀਕਿਰਿਆਵਾਂ ਕੀ ਆਉਣਗੀਆਂ, ਰਿਐਕਸ਼ਨ, ਕਿਉਂਕਿ ਹੁਣ ਤਾਂ ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਅਜੇ ਉਹ ਦਿੱਲੀ ਦੇ ਵਿੱਚ ਬਿਜ਼ੀ ਨੇ। ਕੱਲ੍ਹ ਨੂੰ ਹਲਕੇ 'ਚ ਆਉਣਗੇ, ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ, ਉੱਥੋਂ ਲੋਕਾਂ ਦੀ ਪ੍ਰਤੀਕਿਰਿਆ ਕਿੱਦਾਂ ਦੀ ਹੋਏਗੀ, ਉੱਥੇ ਆਮ ਲੋਕ ਰਿਐਕਸ਼ਨ ਕਿੱਦਾਂ ਕਰਨਗੇ, ਉੱਥੇ ਫਿਰ ਸਵਾਲ ਕਿੱਦਾਂ ਦੇ ਹੋਣਗੇ ਤੇ ਜਵਾਬ ਕਿੱਦਾਂ ਦਿੱਤੇ ਜਾਣਗੇ। ਹਾਂ, ਇੱਕ ਗੱਲ ਸੰਧਾਲੀਆ ਸਾਹਿਬ ਹੈਗੀ ਆ
ਮੁੱਦੇ ਬਹੁਤ ਨੇ। ਜਾਂ ਤਾਂ ਕਹੀਏ ਕਿ ਇਹ ਮੁੱਦਾ ਅੱਜ ਖੜਾ ਹੋਇਆ ਤੇ ਇਹਨੂੰ ਚੱਕਣਾ ਹੁਣੇ ਬਹੁਤ ਜ਼ਰੂਰੀ ਹੈ, ਫਿਰ ਤਾਂ ਸਮਝ ਆਉਂਦੀ ਹੈ ਗੱਲ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਸ਼ਹਾਦਤ ਬਹੁਤ ਲੰਬਾ ਸਮਾਂ ਪਹਿਲਾਂ ਹੋ ਚੁੱਕੀ ਹੈ। ਬੜੀ ਵਾਰ ਚਰਚਾ ਚੱਲ ਚੁੱਕੀ ਹੈ ਕਿ ਸ਼ਹੀਦ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ। ਉਹਨਾਂ ਦੇ ਨਾਂ ਦੇ ਉੱਤੇ ਹਵਾਈ ਅੱਡੇ ਦਾ ਨਾਮ ਰੱਖਣ ਦਾ ਮੁੱਦਾ ਕਿੰਨਾ ਵੱਡਾ ਭਖਿਆ ਸੀ। ਬਹੁਤ ਕੁਝ ਹੁੰਦਾ ਰਿਹਾ। ਉਦੋਂ ਕੋਈ ਬਹੁਤੀ ਜ਼ਿਆਦਾ ਪ੍ਰਤੀਕਿਰਿਆ ਨਹੀਂ ਸੀ ਹੋਈ। ਹੁਣ ਜਦੋਂ MP ਬਣ ਗਏ ਨੇ ਮਾਨ ਸਾਹਿਬ, ਪੰਜਾਬ ਦੇ ਕਿਸਾਨਾਂ ਦਾ ਵੀ ਮੁੱਦਾ ਹੈ, ਪੰਜਾਬ ਦੇ ਵਾਤਾਵਰਣ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਪ੍ਰੋਸੈਸਿੰਗ ਯੂਨਿਟ ਜਿਹੜੇ ਇੰਡਸਟਰੀ ਦੇ ਉਹ ਲਾਉਣ ਦਾ ਮੁੱਦਾ ਹੈ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਹੈ, ਪੰਜਾਬ ਦੇ ਸਿਰ ਚੜੇ ਕਰਜ਼ੇ ਦਾ ਮੁੱਦਾ ਹੈ। ਵੀ ਸਾਡੇ ਡਿਸਪਿਊਟ ਦੂਜੇ ਸੂਬਿਆਂ ਦੇ ਨਾਲ ਨੇ। ਉਹ ਇੱਕ ਚੰਗਾ ਪਲੇਟਫਾਰਮ ਮਿਲਿਆ। ਉਸ ਪਲੇਟਫਾਰਮ ਦੇ ਉੱਤੇ ਜਾ ਕੇ ਪੰਜਾਬ ਦੇ ਭਲੇ ਦੀ ਗੱਲ ਜਿਹੜੀ ਕਿ ਫੌਰੀ ਤੌਰ ਦੇ ਉੱਤੇ ਕਰਨੀ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਨੁਕਸਾਨ ਰੋਕਿਆ ਜਾ ਸਕੇ। ਜੇ ਉਧਰਲੇ ਪਾਸੇ ਨੂੰ ਧਿਆਨ ਦਿੱਤਾ ਜਾਵੇ ਤਾਂ ਕੁਝ ਜ਼ਿਆਦਾ ਚੰਗਾ ਨਾ ਹੋਵੇ। ਸੰਧਾਲੀਆ ਸਾਹਿਬ ਨਹੀਂ, ਹੈ ਤਾਂ ਗੱਲ ਠੀਕ ਹੈ। ਬਾਕੀ ਮੰਨਾ ਹੋਰਾਂ ਨੇ ਜਿੱਦਾਂ ਉਹ ਸਵਾਲ ਚੁੱਕੇ ਆ, ਉਹ ਕਹਿੰਦੇ ਵੀ ਅਜੇ ਤੇ ਸ਼ੁਰੂਆਤ ਲੱਗਦੀ ਹੈ, ਵੀ ਕਿਉਂਕਿ ਪੰਜਾਬੀਆਂ ਨੂੰ ਮਾਣ ਆ ਵੀ ਆਜ਼ਾਦੀ ਦੇ ਲਈ 90% ਕੁਰਬਾਨੀਆਂ ਅਸੀਂ ਦਿੱਤੀਆਂ। ਤੇ ਕਹਿੰਦੇ ਵੀ ਕਿਤੇ ਇਦਾਂ ਤਾਂ ਨਹੀਂ ਵੀ ਉਹਨਾਂ ਕੁਰਬਾਨੀਆਂ ਨੂੰ ਵੀ ਘੱਟੇ ਕੌਡੀਆਂ ਰਲਾਉਣ ਦਾ ਕਰਕੇ ਕੋਈ ਗੱਲ ਚੱਲ ਪਈ ਹੈ ਵੀ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਗੱਲ ਸ਼ੁਰੂ ਕਰ ਲਈਏ, ਫਿਰ ਊਧਮ ਸਿੰਘ ਹੋਰਾਂ ਵੱਲ ਚਲੇ ਜਾਵਾਂਗੇ, ਫਿਰ ਕਰਤਾਰ ਸਿੰਘ ਸਰਾਭਾ, ਫਿਰ ਮਦਨ ਲਾਲ ਢੀਂਗਰਾ ਹੋਰਾਂ ਤੱਕ ਵੀ ਗੱਲ ਜਾਊਗੀ, ਤਾਂ ਜੋ ਹੌਲੀ ਹੌਲੀ ਸਾਰਿਆਂ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਜਾਵੇ। ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਉਹਨਾਂ ਦੇ ਨਾਲ ਸਹਿਮਤੀ ਹੋ ਸਕਦੀ, ਪਰ ਇੱਕ ਗੱਲ ਤਾਂ ਹੈਗੀ ਹੈ ਵੀ ਇੱਕ ਐਸੀ ਡਿਬੇਟ ਦਾ ਵਿਸ਼ਾ ਬਣ ਗਿਆ ਜਿਹਦੀ ਨਾ ਤੇ ਇਸ ਮੌਕੇ ਦੇ ਉੱਪਰ ਲੋੜ ਸੀ ਤੇ ਨਾ ਹੀ ਇਹਦੀ ਕੋਈ ਤੁਕ ਬਣਦੀ ਹੈ। ਹੁਣ ਆਸ ਕਰਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਕੁਛ ਨੂੰ ਪਾਸੇ ਰੱਖ ਕੇ ਜਿਹੜੇ ਕੰਮ ਕਰਨ ਦੀ ਲੋੜ ਹੈ, ਜਾਂ ਜਿੱਥੇ ਆਪਣੇ ਕੋਲੇ ਸਮਾਂ, ਕਿਉਂਕਿ 24 ਤੱਕ ਬਚਿਆ, 24 ਦੇ ਵਿੱਚ ਫਿਰ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਨੇ, ਉਦੋਂ ਤੱਕ ਕੁਛ ਨਾ ਕੁਛ ਉਹ ਮਸਲੇ ਹੱਲ ਕਰਵਾ ਲਏ ਜਾਣ ਜਿਨ੍ਹਾਂ ਦੀ ਵਾਕਈ ਸੰਗਰੂਰ ਹਲਕੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਲੋੜ ਹੈ। ਜੀ, ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਚਿੱਠੀ ਲਿਖ ਦਿੱਤੀ ਜੀ, ਵਿਰੋਧੀ ਧਿਰ ਦੇ ਨੇਤਾ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ। ਤੇ ਚਿੱਠੀ ਜਦੋਂ ਲਿਖੀ ਹੈ ਤੇ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਸੰਧਾਲੀਆ ਸਾਹਿਬ, ਨਿਰਦਈ। ਉਹ ਤੁਸੀਂ ਚੇਤੇ ਰੱਖ ਲੈਣਾ। ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੇ ਖਬਰ ਕੀ ਹੈ ਕਿ ਬੇਅਦਬੀ ਦਾ ਮਸਲਾ ਹੈ। ਪਾਵਨ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਇਨਸਾਫ ਸੰਗਤ ਭਾਲਦੀ ਹੈ, ਇਨਸਾਫ ਮਿਲਿਆ ਨਹੀਂ। ਸਰਕਾਰਾਂ ਬਦਲ ਗਈਆਂ, ਮੁੱਖ ਮੰਤਰੀਆਂ ਦੇ ਚਿਹਰੇ ਬਦਲ ਗਏ, ਪਰ ਇਨਸਾਫ ਦੀ ਪ੍ਰਾਪਤੀ ਦੇ ਵਿੱਚ ਜਿਹੜੇ ਰੋੜੇ ਨੇ ਜਿਉਂ ਦੇ ਤਿਉਂ ਨੇ। ਬਾਜਵਾ ਸਾਹਿਬ ਚਿੱਠੀ ਲਿਖਦੇ ਆ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ ਨੂੰ। ਚਿੱਠੀ ਦੀ ਕਾਪੀ ਭੇਜਦੇ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਤੇ ਬੇਨਤੀ ਕਰਦੇ ਆ ਜੀ ਇੱਕ ਦਿਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦੋ, ਬੇਅਦਬੀ ਵਾਲੇ ਮੁੱਦੇ ਤੇ ਚਰਚਾ ਕਰਨੀ ਆ, ਗੱਲ ਹੋਣੀ ਚਾਹੀਦੀ ਆ। ਉਹ ਕਹਿੰਦੇ ਜੀ 400 ਤੋਂ ਵੱਧ ਘਟਨਾਵਾਂ ਪੰਜਾਬ ਸੂਬੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟੀਆਂ ਤੇ ਜਾਰੀ ਨੇ ਤੇ ਚਰਚਾ ਤਾਂ ਕਹਿੰਦੇ ਹੋਣੀ ਚਾਹੀਦੀ ਹੈ। ਉਹ ਕਹਿੰਦੇ ਮੈਂ ਪਿਛਲੇ ਦਿਨੀ ਪੰਜਾਬ ਦੇ ਇੱਕ ਇਲਾਕੇ 'ਚ ਗਿਆ, ਥੋੜੇ ਦਿਨ ਪਹਿਲਾਂ ਬੇਅਦਬੀ ਦੇ ਮੁੱਦੇ ਦੇ ਉੱਤੇ ਕਨਵੈਨਸ਼ਨ ਸੀ, ਕਹਿੰਦੇ ਇਕੱਠ ਸੀ। ਉੱਥੇ ਕਹਿੰਦੇ ਜਾ ਕੇ ਮੈਨੂੰ ਪਤਾ ਲੱਗਾ ਕਿ ਪੰਜਾਬ ਦੇ ਲੋਕ ਬੇਅਦਬੀ ਦੇ ਮੁੱਦੇ ਤੇ ਸਰਕਾਰ ਨਾਲ ਤੇ ਵਿਧਾਨ ਸਭਾ ਨਾਲ ਗੁੱਸੇ ਨੇ। ਬਾਜਵਾ ਸਾਹਿਬ ਦੀ ਗੱਲ ਚੰਗੀ ਲੱਗੀ। ਆਮ ਤੌਰ ਦੇ ਉੱਤੇ ਲੀਡਰ ਕੀ ਕਹਿੰਦੇ ਹੁੰਦੇ ਆ ਕਿ ਜੇ ਵਿਰੋਧੀ, ਜਿਹੜੇ ਸਾਡੇ ਵਿਰੋਧੀ ਨੇ, ਉਹਨਾਂ ਦੇ ਪ੍ਰਤੀ ਲੋਕਾਂ ਦੇ ਮਨ 'ਚ ਗੁੱਸਾ ਬੜਾ ਹੈ। ਉਹਨਾਂ ਨੇ ਕਿਹਾ ਜੀ ਵਿਧਾਨ ਸਭਾ ਦੇ ਪ੍ਰਤੀ ਵੀ ਗੁੱਸਾ ਹੈ ਪੰਜਾਬ ਦੇ ਲੋਕਾਂ ਦਾ। ਵਿਧਾਨ ਸਭਾ 'ਚ ਤਾਂ ਸਾਰੀਆਂ ਪਾਰਟੀਆਂ ਦੇ ਵਿਧਾਇਕ ਨੇ। ਉਹ ਕਹਿੰਦੇ ਜੀ ਇਨਸਾਫ ਨਹੀਂ ਮਿਲਿਆ। ਫਿਰ ਉਹ ਕਹਿੰਦੇ ਮੈਂ ਉੱਥੇ ਲੋਕਾਂ 'ਚ ਬੈਠਾ ਤਾਂ ਮੈਨੂੰ ਲੋਕਾਂ 'ਚ ਬੈਠ ਕੇ, ਸੰਗਤ 'ਚ ਬੈਠ ਕੇ ਪਤਾ ਲੱਗਾ ਕਿ ਸਿਆਸਤਦਾਨ ਕਿੰਨੇ ਜ਼ਿਆਦਾ ਨਿਰਦਈ ਨੇ ਕਿ ਜਿਹੜੀ ਗੱਲ ਲੋਕ ਚਾਹੁੰਦੇ ਆ, ਐਡੀਆਂ ਵੱਡੀਆਂ ਘਟਨਾਵਾਂ ਘਟ ਗਈਆਂ, ਅਜੇ ਇਨਸਾਫ ਮਿਲਿਆ ਨਹੀਂ ਤੇ ਅਸੀਂ ਚੁੱਪ ਚਪੀਤੇ ਬੈਠੇ ਆ। ਕਹਿੰਦੇ ਸਿਆਸਤਦਾਨ ਇਹਨਾਂ ਨਿਰਦਈ ਨਹੀਂ ਹੋ ਸਕਦਾ। ਭਗਵੰਤ ਮਾਨ ਸਾਹਿਬ, ਸੰਧਵਾਂ ਸਾਹਿਬ, ਕਿਰਪਾ ਕਰਕੇ ਵਿਧਾਨ ਸਭਾ ਦਾ ਸੈਸ਼ਨ ਸੱਦੋ, ਆਪਾਂ ਚਰਚਾ ਕਰੀਏ, ਲੋਕ ਇਨਸਾਫ ਭਾਲਦੇ ਆ। ਨਹੀਂ, ਵਿਸ਼ਾ ਤਾਂ ਵੈਸੇ ਬਾਜਵਾ ਸਾਹਿਬ ਨੇ ਜਿਹੜਾ ਚੁੱਕਿਆ ਉਹ ਵਾਕਈ ਧਿਆਨ ਮੰਗਦਾ, ਕਿਉਂਕਿ ਮਸਲਾ ਇੰਨੀ ਦੇਰ ਤੋਂ ਲਟਕਦਾ ਹੁੰਦਾ। ਆਪਾਂ ਕਦੋਂ ਤੋਂ ਇਹ ਗੱਲ ਕਰਦੇ ਆਉਂਦੇ ਵੀ ਕਿਤੇ ਇਹ ਨਾ ਹੋਵੇ ਵੀ ਅੱਜ ਤੋਂ 20-25 ਸਾਲ ਬਾਅਦ ਵੀ ਲੋਕ ਗੱਲਾਂ ਕਰਿਆ ਕਰਨ ਵੀ ਯਾਰ 2015 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਤੇ ਉਹਦੇ ਇਨਸਾਫ ਦੀ ਗੱਲ ਚੱਲਦੀ ਹੈ। ਕਦੋਂ ਚੱਲਦੀ ਹੈ? 2040 'ਚ, 2042 ਦੇ ਵਿੱਚ। ਸੋ ਇੰਨਾ ਲੰਮਾ ਕੋਈ ਮਸਲਾ ਜਿਹੜਾ ਉਹ ਨਾ ਚੱਲੇ ਤੇ ਚੰਗੀ ਗੱਲ ਹੈ, ਕਿਉਂਕਿ ਦੇਰੀ ਨਾਲ ਮਿਲਿਆ ਜਿਹੜਾ ਇਨਸਾਫ ਉਹ ਵੀ ਨਾ ਇਨਸਾਫੀ ਹੁੰਦੀ ਹੈ ਇੱਕ ਤਰ੍ਹਾਂ ਦੀ। ਹਾਂ, ਦੂਜੇ ਪਾਸੇ ਮਾਲਵਿੰਦਰ ਸਿੰਘ ਕੰਗ ਹੋਰੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ, ਉਹਨਾਂ ਨੇ ਬਾਜਵਾ ਸਾਹਿਬ ਦੀ ਇਸ ਚਿੱਠੀ ਤੇ ਉਜਰ ਇਤਰਾਜ਼ ਕੀਤਾ। ਉਹ ਕਹਿੰਦੇ ਵੀ ਹਰੇਕ ਚੀਜ਼ ਨੂੰ ਤੁਸੀਂ ਸਿਆਸਤ ਦੇ ਨਾਲ ਨਾ ਜੋੜੋ ਤੇ ਚੰਗੀ ਗੱਲ ਹੈ, ਕਿਉਂਕਿ ਜਿਹੜੀ ਚੀਜ਼ ਦਾ ਫੈਸਲਾ ਅਦਾਲਤਾਂ ਨੇ ਕਰਨਾ ਹੈ, ਵਕੀਲਾਂ ਨੇ ਕਰਨਾ ਹੈ, ਸਬੂਤ ਪ੍ਰੂਫ ਇਕੱਠੇ ਕਰਕੇ ਤੇ ਉਸ ਤੋਂ ਬਾਅਦ ਕੇਸ ਲੜਨ ਤੋਂ ਬਾਅਦ ਹੋਣਾ ਹੈ। ਉਹਨਾਂ ਨੂੰ ਆਪਾਂ ਜੇ ਇਸ ਤਰ੍ਹਾਂ ਆਖੀਏ ਵੀ ਵਿਧਾਨ ਸਭਾ ਦਾ ਸੈਸ਼ਨ ਸੱਦ ਲਿਆ ਜਾਵੇ ਜੀ, ਉਹਦੇ ਤੇ ਕਰ ਲਿਆ ਜਾਵੇ, ਤੇ ਉਹ ਕਹਿੰਦੇ ਵੀ ਇੱਕ ਤਰ੍ਹਾਂ ਦੀ ਸਿਆਸਤ ਹੈ ਤੇ ਅਸੀਂ ਗੁਜ਼ਾਰਿਸ਼ ਕਰਦੇ ਹਾਂ ਵੀ ਸਿਆਸਤ ਨਾ ਕੀਤੀ ਜਾਵੇ। ਹੁਣ ਉਹਨਾਂ ਦੀ ਗੱਲ ਜਿਹੜੀ ਉਹ ਆਪਣੀ ਥਾਂ ਦੇ ਉੱਪਰ ਵਾਜਬ ਲੱਗਦੀ ਹੈ, ਪਰ ਜਿਹੜੀ ਗੱਲ ਬਾਜਵਾ ਸਾਹਿਬ ਕਹਿੰਦੇ ਆ ਉਹ ਵੀ ਵਾਜਬ ਲੱਗਦੀ। ਹੁਣ ਦੋਵਾਂ ਦੇ ਵਿੱਚੋਂ ਕਿਹੜੀ ਗੱਲ ਜ਼ਿਆਦਾ ਵਾਜਬ ਆ? ਸਿਆਣੇ ਲੋਕ ਮੈਂ ਇਹਨਾਂ ਦਾ ਫੈਸਲਾ ਕਰ ਲੈਣ। ਸੰਧਾਲੀਆ ਸਾਹਿਬ, ਵਾਜਬ ਤਾਂ ਗੱਲ ਇੱਕੋ ਹੀ ਹੈ, ਕਲੀਅਰ ਹੈ।
ਉਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਦੁਚਿੱਤੀ ਕਿਸੇ ਤਰ੍ਹਾਂ ਦੀ ਹੈ ਨਹੀਂ। ਉਹ ਕਿ ਲੋਕ ਇਨਸਾਫ ਭਾਲਦੇ ਆ ਬਾਈ। ਤੁਸੀਂ ਵਿਧਾਨ ਸਭਾ ਦਾ ਸੈਸ਼ਨ ਸੱਦ ਲਓ, ਤੁਸੀਂ ਨਾ ਸੱਦੋ, ਤੁਸੀਂ ਸਿਆਸਤ ਕਰ ਲਓ, ਤੁਸੀਂ ਸਿਆਸਤ ਨਾ ਕਰੋ। ਸੈਸ਼ਨ ਹੋਇਆ ਸੀ ਇੱਕ ਵਾਰੀ, ਤੁਹਾਨੂੰ ਯਾਦ ਹੋਣਾ, ਲਾਈਵ ਚੱਲੀ ਸੀ ਕਾਰਵਾਈ। ਹੁਣ ਤਾਂ ਚਲੋ ਸਧਾਰਨ ਚੀਜ਼ ਲੱਗਦੀ ਹੈ ਨਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਲਾਈਵ ਵਿਖਾਈ ਦੇ ਰਹੀ ਹੈ ਸਾਨੂੰ। ਉਦੋਂ ਸਧਾਰਨ ਨਹੀਂ ਸੀ, ਉਦੋਂ ਅਚਾਨਕ ਸੀ ਤੇ ਅੱਧੀ ਰਾਤ ਤੱਕ ਸੈਸ਼ਨ ਚੱਲਿਆ ਸੀ ਤੇ ਉਦੋਂ ਕਹਿੰਦੇ ਸੀ ਸਜ਼ਾਵਾਂ ਤਾਂ ਦਿੱਤੀਆਂ ਜਾਣਗੀਆਂ ਭਾਈ। ਤੇ ਉਦੋਂ ਬਾਜਵਾ ਸਾਹਿਬ ਦੀ ਪਾਰਟੀ ਦੀ ਸਰਕਾਰ ਸੀ। ਚਲੋ ਬਾਜਵਾ ਸਾਹਿਬ ਤੋਂ ਦਿੱਲੀ ਸੀ, ਰਾਜ ਸਭਾ ਦੇ ਮੈਂਬਰ ਸੀ, ਪਰ ਅੱਜ ਦੇ ਕਈ ਬਾਜਵਾ ਸਾਹਿਬ ਦੇ ਉਹਨਾਂ ਦੇ ਧਿਰ ਦੇ ਜਿਹੜੇ ਵਿਧਾਇਕ, ਇਸ ਵਿਧਾਇਕ ਦਲ ਦੇ ਉਹ ਨੇਤਾ ਨੇ, ਉਹਨਾਂ ਦੇ ਵਿੱਚੋਂ ਕਈ ਬੰਦੇ ਉਦੋਂ ਸੀ ਜਿਹੜੇ ਮਿਨਿਸਟਰ ਵੀ ਸੀ, ਕਈ MLA ਸੀ। ਜੇ ਤਾਂ ਵਿਧਾਨ ਸਭਾ ਦੇ ਸੈਸ਼ਨ ਦੇ ਨਾਲ ਇਨਸਾਫ ਮਿਲਦਾ ਹੁੰਦਾ, ਸੰਧਾਲੀਆ ਸਾਹਿਬ ਉਦੋਂ ਹੀ ਮਿਲ ਜਾਣਾ ਸੀ। ਜੇ ਸਿਆਸਤ ਨਾ ਕੀਤਿਆਂ ਇਨਸਾਫ ਮਿਲਦਾ ਹੁੰਦਾ ਤਾਂ ਵੀ ਮਿਲ ਜਾਣਾ ਸੀ, ਜੇ ਕੀਤਿਆਂ ਇਨਸਾਫ ਮਿਲਦਾ ਹੁੰਦਾ ਸਿਆਸਤ ਤਾਂ ਵੀ ਮਿਲ ਜਾਣਾ ਸੀ। ਇੱਛਾ ਸ਼ਕਤੀ ਹੈ ਨਹੀਂ, ਗੱਲ ਹੀ ਕਿਸੇ ਹੋਰ ਪਾਸੇ। ਜੇ ਤਾਂ ਲੋਕਾਂ 'ਚ ਮਸਲਾ ਵੱਡਾ ਹੈ ਫਿਰ ਤਾਂ ਰੋਜ਼ ਬਿਆਨ ਆਉਣਗੇ, ਪ੍ਰੈਸ ਕਾਨਫਰੰਸਾਂ ਹੋਣਗੀਆਂ, ਦਾਅਵੇ ਹੋਣਗੇ। ਜਦੋਂ ਮਾੜਾ ਜਿਹਾ ਲੋਕਾਂ ਦੇ ਵਿੱਚ ਮਸਲਾ ਢਿੱਲਾ ਹੋ ਜਾਂਦਾ ਫਿਰ ਸਿਆਸਤਦਾਨ ਚੁੱਪ ਕਰਕੇ ਬਹਿ ਜਾਂਦੇ ਆ, ਕੋਈ ਧੂੰ ਹੀ ਨਹੀਂ ਕੱਢਦਾ। ਇਹ ਗੱਲ ਹੈਗੀ ਆ। ਵੈਸੇ ਉਸ ਵਾਲੇ ਸੈਸ਼ਨ ਦੇ ਵਿੱਚੋਂ ਹੋਰ ਕੁਝ ਲੋਕਾਂ ਨੂੰ ਯਾਦ ਹੋਵੇ ਨਾ ਹੋਵੇ, ਇਹ ਜ਼ਰੂਰ ਯਾਦ ਹੋ ਗਿਆ ਵੀ ਉਦੋਂ ਕੌਣ ਮੰਜੇ ਦੇ ਲਾ ਕੇ ਤੇ ਕਿੱਥੇ ਕਿਹੜਾ ਸੌਦਾ ਵੇਚਦਾ ਹੁੰਦਾ ਸੀ ਤੇ ਕੀ ਕਹਾਣੀ ਸੀਗੀ। ਹੋਰ ਕਿਸੇ ਨੂੰ ਮੇਰਾ ਖਿਆਲ ਨਹੀਂ ਵੀ ਉਸ ਸੈਸ਼ਨ ਦੇ ਵਿੱਚੋਂ ਕੁਝ ਯਾਦ ਹੋਵੇ। ਅੱਛਾ, ਦੂਜੀ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹੀ ਸੀਗੀ, ਉਹਦੇ ਤੇ ਮੈਨੂੰ ਲੱਗਦਾ ਵੀ ਕਾਰਵਾਈ ਕਰਨ ਲੱਗ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹੁਣ ਅਲੱਗ-ਅਲੱਗ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਸਾਰਿਆਂ ਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰ ਦਿੱਤੇ ਗਏ ਆ, ਜਿਹਦੇ ਵਿੱਚ ਬੰਦੀ ਸਿੰਘਾਂ ਦੀਆਂ ਤਸਵੀਰਾਂ ਨੇ, ਫੋਟੋਆਂ ਨੇ, ਨਾਲ ਉਹਨਾਂ ਦਾ ਜਿਹੜਾ ਉਹ ਸੰਖੇਪ ਜਿਹਾ ਇਤਿਹਾਸ ਵੀ ਇੱਕ ਤਰ੍ਹਾਂ ਦਾ ਵੀ ਉਹ ਕਿਹੜਾ ਕੇਸ ਹੈ, ਕਿਵੇਂ ਤੇ ਕਿੰਨੇ ਚਿਰ ਤੋਂ ਅੰਦਰ ਨੇ, ਤਾਂ ਜੋ ਜਿਹੜੀ ਇਨਸਾਫ ਦੀ ਗੱਲ ਆ ਉਹਨੂੰ ਇੱਕ ਵੱਖਰੇ ਢੰਗ ਨਾਲ ਦੁਬਾਰਾ ਚੁੱਕਿਆ ਜਾਵੇ। ਉਹ SGPC ਨੇ ਕੰਮ ਸ਼ੁਰੂ ਕਰਤਾ। ਬਿਲਕੁਲ ਸੰਧਾਲੀਆ ਸਾਹਿਬ, SGPC ਕਹਿੰਦੀ ਕਿ ਸ਼੍ਰੋਮਣੀ ਕਮੇਟੀ ਕਿ ਅਸੀਂ ਜਥੇਦਾਰ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਏ ਆ। ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ, ਉਹ ਬਿਲਕੁਲ ਦੂਸਰੇ ਪਾਸੇ ਸੋਚਦੇ, ਉਹ ਕਹਿੰਦੇ ਜੀ ਇੱਦਾਂ ਨਾ ਕਰੋ, ਮਾਹੌਲ ਨਾ ਖਰਾਬ ਕਰੋ, ਇੱਦਾਂ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਵੀ ਕਿਹਾ, ਕਹਿੰਦੇ ਬਾਹਰ ਆ ਕੇ ਗੱਲ ਕਰੋ, ਤੁਸੀਂ ਗੁਰੂ ਘਰਾਂ ਦੇ ਆਸਰਾ ਲੈ ਕੇ ਗੱਲ ਕਰਦੇ ਹੋ, ਅਸੀਂ ਉੱਥੇ ਨਹੀਂ ਕੁਛ ਕਹਿਣਾ ਚਾਹੁੰਦੇ ਤੁਹਾਨੂੰ। ਜੇ ਤੁਸੀਂ ਬਾਹਰ ਸਮਾਜ ਦੇ ਵਿੱਚ ਆ ਕੇ ਕਰਕੇ ਦਿਖਾਓਗੇ, ਤੁਹਾਨੂੰ ਵਿਰੋਧ ਕਰਕੇ ਦਿਖਾ ਲਈਏ ਕਿ ਤੁਸੀਂ ਇਹ ਸਾਰਾ ਕੁਝ ਕਿੱਦਾਂ ਕਰ ਸਕਦੇ ਆ। ਹੁਣ ਦੇਖਦੇ ਹਾਂ, ਕਈ ਮੁੱਦੇ ਗਰਮਾਉਣਗੇ ਸੰਧਾਲੀਆ ਸਾਹਿਬ, ਕਈ ਮੁੱਦੇ ਜਿਹੜੇ ਆ ਪਿਛਾਂਹ ਧੱਕੇ ਜਾਣਗੇ। ਪਰ ਇੱਕ ਗੱਲ ਸਾਡੇ ਧਾਰਮਿਕ ਆਗੂ, ਸਾਡੇ ਸਿਆਸੀ ਆਗੂ ਚੇਤਾ ਜ਼ਰੂਰ ਰੱਖਣ ਕਿ ਭਾਈ ਬਹੁਤ ਸੰਵੇਦਨਸ਼ੀਲ ਜਿਹਾ ਸਮਾਂ, ਪੰਜਾਬ ਦੇ ਲੋਕਾਂ ਦੀਆਂ ਬੜੀਆਂ ਮੁਸ਼ਕਲਾਂ, ਪੰਜਾਬ ਇੱਕ ਬੜੇ ਤਿਲਕਮੀ ਜੀ ਵੱਟ ਦੇ ਉੱਤੇ ਖੜਾ ਹੈ। ਇੱਕ ਪੈਰ ਵੀ ਗਲਤ ਰੱਖਿਆ ਸੱਜੇ ਖੱਬੇ ਹੋ ਜੂ, ਥੋੜਾ ਧਿਆਨ ਨਾਲ ਚੱਲਣ ਦੀ ਲੋੜ ਹੈ ਜੀ। ਬਾਕੀ ਚਲੋ ਹੁਣ ਜਾਣ ਦਾ ਵੇਲਾ ਹੋ ਗਿਆ ਜੀ, ਤੁਸੀਂ ਉਹ ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਅਸੀਂ ਬੜੇ ਧੰਨਵਾਦੀ ਹਾਂ। ਤੇ ਬਾਠ ਸਾਹਿਬ ਤੁਸੀਂ ਸਮਾਂ ਕੱਢਿਆ ਜੀ, ਉਹਦੇ ਲਈ ਬੜਾ ਧੰਨਵਾਦ ਮਹਾਰਾਜ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਤੁਸੀਂ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।